ਦੇਸ਼ ਵਿਦੇਸ਼ ਵਿੱਚ ਸਿੱਖ ਚੈਨਲ ਨਾਲ ਜੁੜੀ ਸਾਰੀ ਸੰਗਤ ਨੂੰ ਅਮਰ ਸਿੰਘ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ। ਸੋ ਜਿਸ ਤਰ੍ਹਾਂ ਆਪ ਜੀ ਸਾਰੇ ਜਾਣਦੇ ਹੋ ਕਿ ਪੰਥਕ ਮਸਲੇ ਪ੍ਰੋਗਰਾਮ ਦੇ ਅਧੀਨ ਅਸੀਂ ਨਵੀਂ ਇੱਕ ਐਪੀਸੋਡ ਲੈ ਕੇ ਨਵਾਂ ਐਪੀਸੋਡ ਲੈ ਕੇ ਹਰ ਹਫ਼ਤੇ ਆਉਂਦੇ ਹਾਂ। ਸੋ ਅੱਜ ਚੌਥਾ ਐਪੀਸੋਡ ਪੰਥਕ ਮਸਲੇ ਦੇ ਵਿੱਚ, ਜਿਹਦੇ ਵਿੱਚ ਅਸੀਂ ਇਤਿਹਾਸ ਦੀ ਜਾਣਕਾਰੀ ਇਸ ਵੇਲੇ ਦੇ ਰਹੇ ਹਾਂ। ਅਤੇ ਉਹਦੇ ਵਿੱਚ ਜਿਹੜਾ ਅੱਜ ਦਾ ਟੋਪਿਕ ਸੀਗਾ ਜੀ, ਉਹ ਹੈ ਵੱਡੇ ਸਾਹਿਬਜ਼ਾਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਅਤੇ ਦਿਨ ਵੀ ਸ਼ਹੀਦੀਆਂ ਦੇ ਚੱਲ ਰਹੇ ਆ। ਅਤੇ ਜਿਹੜੇ ਸਾਡੇ ਨਾਲ ਇਸ ਵੇਲੇ ਲਾਈਵ ਜੁੜੇ ਹੋਏ ਆ ਫੇਸਬੁੱਕ 'ਤੇ ਜਾਂ ਯੂਟਿਊਬ 'ਤੇ, ਉਹਨਾਂ ਨੂੰ ਸਾਰੇ ਸੰਗਤਾਂ ਨੂੰ ਬੇਨਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ, ਅਤੇ ਜਿਹੜੇ ਤੁਹਾਡੇ ਆਪਣੇ ਕੌਮੈਂਟਸ ਹੈ ਜਾਂ ਕੁਐਸਚਨ ਹੈ ਉਹ ਵੀ ਸਾਨੂੰ ਤੁਸੀਂ ਭੇਜ ਸਕਦੇ ਆ। ਅਤੇ ਹਰ ਹਫ਼ਤੇ ਤਰ੍ਹਾਂ ਮੇਰੇ ਨਾਲ ਇਸ ਵੇਲੇ ਜੁੜੇ ਹੋਇਆ ਸਰਦਾਰ ਪ੍ਰਦੀਪ ਸਿੰਘ ਜੀ। ਸਰਦਾਰ ਪ੍ਰਦੀਪ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰ੍ਹਾਂ ਆਪ ਜੀ ਸਾਰੇ ਜਾਣਦੇ ਹੋ ਕਿ ਪਿਛਲੇ ਹਫ਼ਤਿਆਂ ਦੇ ਵਿੱਚ ਜਿਹੜੇ ਟੌਪਿਕ ਚੱਲੇ ਆ, ਅਤੇ ਪਿਛਲੇ ਐਪੀਸੋਡ ਦੀ ਲੜੀ ਨੂੰ ਜੋੜਦੇ ਹੋਏ ਇਸ ਹਫ਼ਤੇ ਦੀ ਜਿਹੜੀ ਲੜੀ ਆ ਉਹ ਵਿੱਚ ਅਸੀਂ ਵੱਡੇ ਸਾਹਿਬਜ਼ਾਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਰਣਨ ਕਰਾਂਗੇ। ਪਿਛਲੇ ਐਪੀਸੋਡ ਦੇ ਵਿੱਚ ਜਿਹੜਾ ਘੇਰਾ ਸੀਗਾ ਸ੍ਰੀ ਅਨੰਦਪੁਰ ਸਾਹਿਬ ਦਾ, ਉਸ ਤੋਂ ਬਾਅਦ ਜਦੋਂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭੱਠਾ ਸਾਹਿਬ ਵਾਲੀ ਧਰਤੀ 'ਤੇ ਰੋਪੜ 'ਤੇ ਆਏ, ਉਸ ਤੋਂ ਬਾਅਦ ਹਮ ਚਮਕੌਰ ਸਾਹਿਬ ਚਲੇ ਗਏ, ਅਤੇ ਉਸ ਤੋਂ ਬਾਅਦ ਚਮਕੌਰ ਦਾ ਜਿਹੜਾ ਜੰਗ ਹੈ ਉਹ ਆਰੰਭ ਹੋ ਜਾਂਦਾ ਆ। ਅਤੇ ਖਾਸ ਕਰਕੇ ਭਾਈ ਪ੍ਰਦੀਪ ਸਿੰਘ ਜੀ ਨੂੰ ਬੇਨਤੀ ਕੀਤੀ ਹੈ, ਕਿਉਂਕਿ ਅਸੀਂ ਸਾਰੇ ਸੁਣੇ ਹੁੰਦੇ ਆ ਜਿਹੜੇ ਜੰਗਾਂ ਦਾ ਪ੍ਰਸੰਗ, ਮੋਟਾ ਮੋਟਾ ਹਰੇਕ ਨੂੰ ਪਤਾ ਹੁੰਦਾ, ਪਰ ਜਿਹੜੀ ਬਰੀਕੀਆਂ ਆ ਉਹ ਜਾਣਨ ਲਈ ਅਸੀਂ ਨਿਆਉਂਦਾ ਦਿੱਤਾ ਸੀਗਾ ਭਾਈ ਪ੍ਰਦੀਪ ਸਿੰਘ ਜੀ ਹੁਣਾਂ ਨੂੰ, ਵੀ ਇਹ ਕਿ ਸਾਡੇ ਨਾਲ ਆ ਕੇ ਇਹ ਜਿਹੜੇ ਬਰੀਕੀਆਂ ਆ ਇਤਿਹਾਸ ਦੀਆਂ ਜਾਂ ਆਪਣੀ ਡੰਗਿਆਈਆਂ ਆ ਜਾਂ ਆਪਣੇ ਐਨਾਲਿਸਿਸ ਇਹਨਾਂ ਦੇ ਜਿਹੜੇ, ਅਤੇ ਜਿਹੜਾ ਇਹਨਾਂ ਨੇ ਅਧਿਐਨ ਕੀਤਾ ਆ ਉਹਨੂੰ ਇਹ ਸਾਡੇ ਤੱਕ ਪਹੁੰਚਾਉਣਾ ਕਰਨ। ਅਤੇ ਭਾਈ ਪ੍ਰਦੀਪ ਸਿੰਘ ਜੀ, ਆਪ ਨੇ ਬੜੇ ਸੁਚੱਜੇ ਤਰੀਕੇ ਨਾਲ, ਆਪ ਜੀ ਦਾ ਧੰਨਵਾਦੀ ਹਾਂ ਅਸੀਂ, ਬੜੇ ਸੁਚੱਜੇ ਤਰੀਕੇ ਨਾਲ ਆਪ ਜੀ ਨੇ ਦੱਸਿਆ ਵੀ ਸਾਰੀ ਜਿਹੜੀ ਲੜੀ ਜੋੜੀ ਆ। ਅਤੇ ਅੱਜ ਜਿਸ ਤਰ੍ਹਾਂ ਇਤਿਹਾਸ ਪੁੱਜਾ ਆ ਉਹ ਆ ਕਿ ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਹਾਂਪੁਰਸ਼, ਇਹ ਜਦੋਂ ਆਪਣੇ ਪਿਤਾ ਜੀ ਤੋਂ ਆਗਿਆ ਲੈ ਕੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈ ਕੇ ਜਦੋਂ ਇਹਨਾਂ ਨੇ ਜੰਗ 'ਤੇ ਹੁਣ ਚੜ੍ਹਨਾ ਆ, ਉਹ ਤੋਂ ਤਾਂ ਸਾਨੂੰ ਵਰਣਨ ਦੱਸੋ ਵੀ ਉਸ ਤਰ੍ਹਾਂ ਦਾ ਸਮਾਂ ਕੀ ਬਣਿਆ ਅਤੇ ਕਿਸ ਤਰ੍ਹਾਂ ਅੱਗੇ ਜਿਹੜੀਆਂ ਇਹ ਸਾਰੀਆਂ ਜਿਹੜੀ ਘਟਨਾਵਾਂ ਹੋਈਆਂ ਜੀ। ਬਿਲਕੁਲ, ਅੱਜ 8 ਪੋਹ ਦਾ ਦਿਨ ਇਹ ਦਿਨ ਹੈ ਜਿਸ ਦਿਨ ਚਮਕੌਰ ਸਾਹਿਬ ਦਾ ਜੰਗ ਸੁਬਾਹ ਸ਼ੁਰੂ ਹੁੰਦਾ ਹੈ। ਹਜ਼ੂਰ ਰਾਤ 7 ਪੋਹ ਨੂੰ ਇੱਥੇ ਪਹੁੰਚ ਜਾਂਦੇ ਨੇ। ਚਮਕੌਰ ਦੀ ਆਪਾਂ ਵਾਰਤਾ ਸਾਰੀ ਸੁਣੀ ਹੈ। ਸੁਬਾਹ ਜਦੋਂ ਇਹ ਇਲਾਕਾ ਹੈ ਮਲੇਰਕੋਟਲਾ ਔਰ ਸਰਹੰਦ ਦੇ ਸੂਬੇ ਦੇ ਬਿਲਕੁਲ ਵਿਚਕਾਰ ਇਹ ਪੈਂਦਾ ਚਮਕੌਰ। ਇਹਦੇ ਵਿੱਚ ਖਾਸ ਗੱਲ ਹੈ ਜਿਹੜੀ ਉਹ ਇਹ ਹੈ ਕਿ ਇਹ ਅਨੰਦਪੁਰ ਸਾਹਿਬ ਦੇ ਵਿੱਚ ਕਿਲ੍ਹੇਬੰਦੀ ਹੈ। ਹਜ਼ੂਰ ਕਿਲ੍ਹੇ ਉਸਾਰਦੇ ਨੇ, ਉੱਥੇ ਜੰਗ ਲੜਦੇ ਆ, ਪਰ ਜਿਹੜੀ ਚਮਕੌਰ ਦੀ ਜੰਗ ਲੜੀ ਜਾਂਦੀ ਹੈ ਉਹ ਸੂਬਾ ਸਰਹੰਦ ਦੇ ਬਿਲਕੁਲ ਮੁੱਢ ਬਹਿ ਕੇ, ਜਿਵੇਂ ਉਹਦੇ ਘਰ ਦੇ ਵਿੱਚ ਆ ਕੇ ਲੜੀ ਜਾਣੀ। ਹੁਣ ਇਸ ਜੰਗ ਦੇ ਵਿੱਚ ਵਜ਼ੀਰ ਖਾਂ ਔਰ ਮਲੇਰਕੋਟਲੀਏ ਜਿਹੜੇ ਹੈਗੇ ਨੇ, ਇਹਨਾਂ ਨੂੰ ਬੜੀ ਇਸ ਲੜਾਈ ਦੇ ਵਿੱਚ ਤੁਸੀਂ ਵੇਖੋਗੇ ਇਹ ਜਿੱਥੇ ਵੀ ਹੋਣਗੇ ਅਤੇ ਇਹ ਸਾਹਮਣੇ ਸਨਮੁਖ ਹੋ ਕੇ ਲੜਦੇ ਆ। ਕਿਉਂਕਿ ਜਿਸ ਤਰ੍ਹਾਂ ਆਪਣੇ ਹੁੰਦਾ ਨਾ ਵੀ ਕੋਈ ਘਰੇ ਆ ਕੇ ਤੁਹਾਨੂੰ ਚੈਲੰਜ ਕਰੇ, ਅਤੇ ਘਰੋਂ ਆ ਕੇ ਕਿਸੇ ਪਿੰਡ ਦੇ ਵਿੱਚ ਕੋਈ 4 ਬੰਦੇ ਆ ਜਾਣ ਅਤੇ ਉਹ ਫਿਰ ਕਿਸੇ ਨੂੰ ਚੈਲੰਜ ਕਰਕੇ ਲੜਾਈ ਕਰਕੇ ਘਰੋਂ ਉੱਥੇ ਬਿਲਕੁਲ ਹੀ ਨਿਕਲ ਜਾਣ, ਤਾਂ ਉਹ ਬੰਦੇ ਦੀ ਸਿਰ ਧੜ ਦੀ ਬਾਜੀ ਲੱਗ ਜਾਂਦੀ ਉੱਥੇ। ਹੁਣ ਇਹਨਾਂ ਦੀ ਵਜ਼ੀਰ ਖਾਂ ਉਹਨਾਂ ਦੀ ਅਤੇ ਸਿਰ ਧੜ ਦੀ ਬਾਜੀ ਹੈ, ਕਿਉਂਕਿ ਇਹ ਪਰਗਨਾ ਜਿਹੜਾ ਚਮਕੌਰ ਦਾ ਇਹ ਸਰਹੰਦ ਸੂਬੇ ਦੇ ਅੰਦਰ ਆਉਂਦਾ। ਹੁਣ ਉੱਥੇ ਜਦੋਂ ਸੁਬਾਹ ਜੰਗ ਜਦੋਂ ਪਤਾ ਲੱਗਦਾ ਗੁਰੂ ਸਾਹਿਬ ਚਮਕੌਰ ਸਾਹਿਬ ਨੇ, ਅਤੇ ਸਾਰੀ ਜਿੰਨੀ ਰਿਜ਼ਰਵ ਫੌਜ ਹੁੰਦੀ ਹੈ ਸਰਹੰਦ ਦੇ ਵਿੱਚ ਹੈ, ਮਲੇਰਕੋਟਲੇ ਵਿੱਚ ਹੈ, ਜਿਹੜੀ ਅਨੰਦਪੁਰ ਸਾਹਿਬ ਨਹੀਂ ਵੀ ਪਹੁੰਚੀ, ਪਰ ਚਮਕੌਰ ਦੇ ਵਿੱਚ ਇਹ ਸਾਰੀ ਫੌਜ ਇਹ ਸੱਦ ਲੈਂਦੇ ਆ। ਸੋ ਸੁਬਾਹ ਦਿਨ ਚੜ੍ਹਦਿਆਂ ਬਹੁਤ ਵੱਡਾ ਘੇਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਫਰਨਾਮੇ 'ਚ ਲਿਖਿਆ, ਗੁਰਸਨਾਚੇ ਕਾਰੇ ਚਹਿਲ ਨਰ ਕਿ 10 ਲੱਖ ਬਰਾਇਤ ਬਰੋ ਬੇਖਬਰ। ਮਹਾਰਾਜ ਕਹਿੰਦੇ 40 ਸਿੰਘ ਨੇ ਅਤੇ ਬਾਹਰ 10 ਲੱਖ ਦਾ ਘੇਰਾ ਹੈ। ਸੋ ਇਹ ਜਿਹੜਾ ਘੇਰਾ ਹੈ, ਸੋ ਇਸ ਤਰੀਕੇ ਦੇ ਨਾਲ ਜਿਹੜੀ ਰਿਜ਼ਰਵ ਫੌਜ ਆ ਉਹ ਵੀ ਇਹਨਾਂ ਨੇ ਬੁਲਾ ਲਈ ਹੈ, ਕਿਉਂਕਿ ਸਿਰ ਧੜ ਦੀ ਬਾਜੀ ਹੈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ 'ਚੋਂ ਨਿਕਲ ਜਾਂਦੇ ਨੇ ਅਤੇ ਇਹ ਬੜੀ ਵੱਡੀ ਬੇਇੱਜ਼ਤੀ ਹੈ ਵਜ਼ੀਰ ਖਾਂ ਦੀ। ਵਜ਼ੀਰ ਖਾਂ ਜਦੋਂ ਤੋਂ ਇੱਥੇ ਸੂਬੇਦਾਰ ਤਾਇਨਾਤ ਹੋਇਆ, ਇਹ ਉਦੋਂ ਤੋਂ ਲੈ ਕੇ ਇਹਦੀ ਸੂਬੇਦਾਰੀ ਬਹਾਲ ਹੈ, ਕੋਈ ਚੈਲੰਜ ਨਹੀਂ ਇਹਨੂੰ, ਅਖੀਰ ਮਰਦੇ ਦਮ ਤੱਕ ਇਹ ਸੂਬੇਦਾਰ ਰਹਿੰਦਾ। ਅੱਛਾ ਜੀ। ਸੋ ਇਹ ਮੁਗਲ ਸਰਕਾਰ ਦੇ ਵਿੱਚ ਬੜਾ ਅਹਿਮ ਰੋਲ ਹੈ ਇਹਦਾ। ਸਰਹੰਦ ਦਾ ਵੈਸੇ ਵੀ, ਕਿਉਂਕਿ ਸਰਹੰਦ ਇੱਕ ਬਹੁਤ ਵੱਡਾ ਜਿਹੜਾ ਹੈ ਇਸਲਾਮ ਦਾ ਵੀ ਕੇਂਦਰ ਹੈ। ਇੱਥੇ ਜਿਹੜੀ ਆ ਵੱਡੀਆਂ ਅਕੈਡਮੀਆਂ ਨੇ, ਬੱਚੇ ਇਸਲਾਮ ਪੜ੍ਹਨ ਆਉਂਦੇ ਆ, ਵੱਡੇ ਵੱਡੇ ਸ਼ਹਿਜ਼ਾਦੇ ਪੜ੍ਹਨ ਆਉਂਦੇ ਆ। ਇਸ ਕਰਕੇ ਇਹਨੂੰ ਇਹ ਜਿਹੜਾ ਵਜ਼ੀਰ ਖਾਂ ਇਹਦਾ ਬੜਾ ਅਹਿਮ ਰੋਲ ਹੈ ਮੁਗਲ ਸਲਤਨਤ ਦੇ ਵਿੱਚ। ਅਤੇ ਪ੍ਰਦੀਪ ਸਿੰਘ ਜੀ, ਇਹ ਵੀ ਸੁਣ 'ਚ ਆਇਆ ਵੀ ਜਿਹੜੇ ਮੱਕੇ ਮਦੀਨੇ ਤੋਂ ਜਿਹੜੇ ਸਲਾਹ ਹੁੰਦੀ ਸੀਗੀ, ਉਹ ਵੀ ਸਰਹੰਦ ਦੀ ਜਿਹੜੀ ਸਲਾਹ ਹੁੰਦੀ ਸੀ ਉਹਦੇ ਅਨੁਸਾਰ ਇਹ ਜਿਹੜੇ ਇਸਲਾਮ ਧਰਮ ਦੇ ਵਿੱਚ ਨਿਰਣੇ ਲਏ ਜਾਂਦੇ ਸੀ। ਬਿਲਕੁਲ ਜੀ। ਜਿਹੜੇ ਕਾਜ਼ੀ ਵੀ ਹੈ ਉੱਥੇ, ਉਹ ਕੋਈ ਆਮ ਨਹੀਂ ਗਏ। ਉਹ ਕਾਜ਼ੀ ਦੇ ਬੜੇ ਵੱਡੇ ਨਾਮ ਹੈ। ਜਦੋਂ ਆਪਾਂ ਸਾਕਾ ਸਰਹੰਦ ਦੀ ਗੱਲ ਕਰਾਂਗੇ, ਉਹ ਕਾਜ਼ੀ ਦਾ ਨਾਮ ਵੀ ਆਉਂਦਾ। ਉਹ ਬੜੇ ਵੱਡੇ ਸੰਜੀਦਾ ਲੋਕ ਨੇ, ਕਿਉਂਕਿ ਛੋਟੇ ਸਾਹਿਬਜ਼ਾਦਿਆਂ ਨਾਲ ਜਦੋਂ ਆਪਸੀ ਗੱਲਬਾਤ ਹੁੰਦੀ ਹੈ, ਕੋਈ ਆਮ ਸਧਾਰਨ ਗੱਲਬਾਤ ਨਹੀਂ ਕਿ ਇੱਕ ਛੋਟੇ ਬੱਚਿਆਂ ਨੂੰ ਪੁੱਛਿਆ ਤੁਸੀਂ ਇਸਲਾਮ ਕਬੂਲ ਕਰ ਲਓ। ਉਹਦੇ ਵਿੱਚ ਬੜੀ ਗਹਿਰਾਈ, ਬੜੇ ਡੂੰਘੇ ਸਵਾਲ ਹੁੰਦੇ ਨੇ, ਜਿਨ੍ਹਾਂ ਨੂੰ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਹੋਣੀ, ਬਾਬੇ ਜ਼ੋਰਾਵਰ ਸਿੰਘ ਹੋਣੀ
ਉਹਨਾਂ ਦਾ ਸਵਾਲਾਂ ਦਾ ਜਵਾਬ ਦਿੰਦੇ ਨੇ। ਸੋ ਇਸ ਤਰੀਕੇ ਦੇ ਨਾਲ ਇਹ ਸਰਹੰਦ ਦਾ ਬੜਾ ਨਾਮ ਹੈ, ਮੁਗਲ ਰਾਜ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਹੈ। ਸੋ ਵਜੀਦ ਖਾਨ ਨੂੰ ਇਹ ਆ ਵੀ ਕਿ ਮੇਰੇ ਘਰ ਦੇ ਵਿੱਚ ਗੁਰੂ ਸਾਹਿਬ ਲੜ ਕੇ ਔਰ ਮੇਰੇ ਘਰ 'ਚੋਂ ਨਿਕਲ ਕੇ ਜਾਣਾ ਅਤੇ ਮੈਂ ਕੁਝ ਵੀ ਨਹੀਂ। ਇੱਕ ਹੁਣ ਤੱਕ ਜਿਹੜੀ ਅਨੰਦਪੁਰ ਸਾਹਿਬ ਦੀ ਜੰਗ ਹੈ ਨਾ, ਇਹਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਇੱਕ ਵੀ ਸਿੰਘ ਜਿਉਂਦਾ ਗ੍ਰਿਫਤਾਰ ਨਹੀਂ ਹੋਇਆ। ਏਡੀ ਵੱਡੀ ਲੜਾਈ ਹੈ, ਅਨੰਦਪੁਰ ਸਾਹਿਬ ਨੂੰ ਇੰਨਾ ਘੇਰਾ ਰਿਹਾ, ਰਾਹ ਦੇ ਵਿੱਚ ਵੀ ਹਮਲੇ ਹੋਏ ਨੇ, ਹਜੂਰ ਇੱਥੇ 40 ਸਿੰਘਾਂ ਅੰਦਰ, ਪਰ ਇੱਕ ਵੀ ਸਿੰਘ ਜਿਉਂਦਾ ਨਹੀਂ ਫੜਿਆ ਗਿਆ। ਸੋ ਇਹ ਬੜੀ ਵੱਡੀ ਨਾਕਾਮੀ ਹੈ ਇਸ ਜੰਗ ਦੀ। ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸੁਬਾਹ ਜਦੋਂ ਇਹ ਘੇਰਾ ਵੱਜ ਜਾਂਦਾ, ਸੂਰਜ ਚੜ੍ਹਦੇ ਸਾਰੀ ਨਗਾਰਾ ਵਜਾਇਆ ਜਾਂਦਾ। ਨਗਾਰੇ ਕਈ ਤਰ੍ਹਾਂ ਦੇ ਹੁੰਦੇ, ਜਦੋਂ ਆਪਾਂ ਦਲਾਂ ਪੰਥਾਂ 'ਚ ਅੱਜ ਵੀ ਜਾਓ, ਜੇ ਲੰਗਰ ਵਰਤਣਾ ਹੋਵੇ ਨਗਾਰਾ ਵਜਾਇਆ ਜਾਂਦਾ, ਹੋਰ ਧੁਨ ਹੁੰਦੀ ਉਹਦੀ, ਹਾਂਜੀ ਹੀਰ ਚੱਲਣੀ ਹੋਵੇ, ਸੋ ਇਹ ਨਗਾਰਾ ਵਜਾਇਆ ਜਾਂਦਾ, ਸਾਰੇ ਸਿੰਘ ਸੁਚੇਤ ਹੋ ਜਾਂਦੇ, ਇਹਦਾ ਮਤਲਬ ਘੇਰਾ ਵੱਧ ਗਿਆ। ਹਜੂਰ ਉਹ ਮਮਟੀ ਦੇ ਉੱਪਰ ਆਉਂਦੇ ਨੇ। ਜਦੋਂ ਮਮਟੀ ਤੋਂ ਉੱਪਰ ਆ ਕੇ ਵੇਖਦੇ ਨੇ ਅਤੇ ਬੜਾ ਭਾਰੀ ਮਲਕਈਆ ਜਿਹੜਾ ਉਹ ਘੇਰਾ ਪਾ ਕੇ ਬੈਠਾ। ਬਾਹਰੋਂ ਬਿਉਂਤ ਕੀਤੀ ਜਾਂਦੀ ਹੈ ਕਿ ਉਹਦਾ ਹਮਲਾ ਕਰੋ। ਉਹ ਹਮਲੇ ਦਾ ਕਾਰਨ ਉਹਦਾ ਪਹਿਲਾ ਹਮਲਾ ਜਿਹੜਾ ਨਾਰ ਖਾਂ ਕਰਦਾ, ਉਹਦਾ ਉਸ ਹਮਲੇ ਦਾ ਮੁੱਖ ਜਿਹੜੀ ਸਕੀਮ ਹੁੰਦੀ ਹੈ ਕਿ ਇਹ ਕਿਸੇ ਤਰੀਕੇ ਨਾਲ ਪੌੜੀਆਂ ਫੜ ਕੇ ਕਿਲ੍ਹੇ ਦੇ ਕੋਲ, ਗੜ੍ਹੀ ਦੇ ਕੋਲ ਪਹੁੰਚਿਆ ਜਾਵੇ ਅਤੇ ਗੜ੍ਹੀ ਦੇ ਅੰਦਰ ਜਾ ਕੇ ਗੁਰੂ ਸਾਹਿਬ ਨੂੰ ਹੱਥੋਂ ਹੱਥੀ ਗ੍ਰਿਫਤਾਰ ਕੀਤਾ ਜਾਵੇ। ਸੋ ਇਹ ਬੜਾ ਵੱਡਾ ਹਮਲਾ ਹੁੰਦਾ। ਹਜੂਰ ਤੀਰਾਂ ਨਾਲ ਉਹ ਹਮਲੇ ਨੂੰ ਰੋਕਦੇ ਨੇ। ਨਾਰ ਖਾਂ ਉੱਥੇ ਪਹੁੰਚਦਾ, ਨਾਰ ਖਾਂ ਮਾਰਿਆ ਜਾਂਦਾ। ਹੁਣ ਨਾਰ ਖਾਂ ਮਲੇਰਕੋਟਲੀ ਹੈ। ਇਹ ਮਲੇਰਕੋਟਲਾ ਜਿਹੜਾ ਨਵਾਬ ਹੈ ਸ਼ੇਰ ਮੁਹੰਮਦ ਖਾਂ, ਇਹਦਾ ਭਰਾ ਹੈ, ਅਤੇ ਇਹਦੇ ਤੀਰ ਵੱਜਦਾ ਹੈ, ਡਿੱਗ ਜਾਂਦਾ ਹੈ, ਮਰ ਜਾਂਦਾ ਹੈ। ਦੂਜਾ ਗਨੀ ਖਾਂ ਮਰਦਾ ਹੈ। ਮੁਹੰਮਦ ਜਿਹੜਾ ਖਵਾਜਾ ਖਿਜ਼ਰ ਹੈ, ਜਿਹੜਾ ਖਵਾਜਾ ਮਰਦੂਦ ਹਜੂਰ ਨੇ ਲਿਖਿਆ, ਉਹਨੂੰ ਭੇਜਦੇ ਨੇ। ਉਹ ਪੌੜੀ ਲੈ ਕੇ ਤੇ ਆਉਂਦਾ, ਪਰ ਕੰਧ ਦੇ ਨਾਲੋਂ ਨਾਲ ਕਿਤੇ ਜੰਗ ਦੇ ਮੈਦਾਨ 'ਚੋਂ ਹੀ ਨਿਕਲ ਜਾਂਦਾ, ਜੰਗ ਦੇ ਮੈਦਾਨ 'ਚੋਂ ਭੱਜ ਜਾਂਦਾ। ਸੋ ਇਹ ਮਲੇਰਕੋਟਲੀਆਂ ਦੀ ਸਿਰ ਧੜ ਦੀ ਬਾਜੀ ਲੱਗੀ ਹੋਈ ਹੈ ਕਿ ਸਾਡਾ ਇਲਾਕਾ ਹੈ, ਸਾਡੇ ਇਲਾਕੇ 'ਚ ਹੀ ਗੁਰੂ ਸਾਹਿਬ ਕਿਲ੍ਹੇਬੰਦੀ ਕਰਕੇ ਬਹਿ ਗਏ, ਬਾਹਰ ਘੇਰਾਬੰਦੀ ਇਹਨਾਂ ਦੀ ਹੈ। ਸੋ ਜਦੋਂ ਇਹ ਮਲੇਰਕੋਟਲੀਆਂ ਦੀ ਸਾਰੀ ਸਕੀਮ ਫੇਲ ਹੋ ਜਾਂਦੀ ਹੈ, ਫਿਰ ਅਨਵਰ ਖਾਂ ਜਰਨੈਲ ਹੈ ਜਿਹੜਾ ਨਾਇਬ ਫੌਜਦਾਰ ਹੈ, ਇਹ ਜਿਹੜਾ ਲਾਹੌਰ ਤੋਂ ਫੌਜ ਲੈ ਕੇ ਚੜ੍ਹਿਆ, ਇਹ ਅੱਗੇ ਹੁੰਦਾ। ਇਹ ਕਹਿੰਦਾ ਵੀ ਹੁਣ ਜਿਹੜਾ ਹਮਲਾ ਉਹ ਮੈਂ ਕਰੂੰਗਾ। ਸੋ ਇਹ ਆਪਣੀ ਸੱਜਰੀ ਫੌਜ ਲੈ ਕੇ ਗੜ੍ਹੀ 'ਤੇ ਹਮਲਾ ਕਰਦਾ। ਹਜੂਰ ਸੱਚੇ ਪਾਤਸ਼ਾਹ ਉੱਥੋਂ ਭਾਈ ਹਿੰਮਤ ਸਿੰਘ ਉਹਨਾਂ ਦੇ ਜਥੇ ਨੂੰ ਭੇਜਦੇ ਨੇ। 5 ਸਿੰਘ ਤਿਆਰ ਕਰਦੇ ਨੇ ਹਜੂਰ ਸੱਚੇ ਪਾਤਸ਼ਾਹ, ਔਰ ਗੜ੍ਹੀ ਦਾ ਦਰਵਾਜ਼ਾ ਖੁੱਲ੍ਹਦਾ। 5 ਅਲੱਗ-ਅਲੱਗ ਦਿਸ਼ਾ 'ਚੋਂ ਜਿਹੜੀ ਵੱਧਦੀ ਹੁੰਦੀ ਆ ਫੌਜ, ਉਹਦੇ 'ਤੇ ਟੁੱਟ ਕੇ ਪੈ ਜਾਂਦੇ ਨੇ। ਸੋ ਬੜਾ ਭਾਰੀ ਜੰਗ। ਭਾਈ ਹਿੰਮਤ ਸਿੰਘ ਜਿਹੜੇ 50 ਪਿਆਰਿਆਂ 'ਚੋਂ ਆ, ਬੜੀ ਤਲਵਾਰ ਚਲਾਉਂਦੇ ਨੇ। ਹੁਣ ਦਿਨ ਦਾ ਚੜ੍ਹਾਅ ਪੂਰਾ ਹੋ ਚੁੱਕਾ ਹੈ, ਤਕਰੀਬਨ 11 ਤੋਂ 12 ਦਾ ਸਮਾਂ ਹੈ, ਪੂਰਾ ਦਿਨ ਚੜ੍ਹਿਆ ਜੀ, ਦੁਪਹਿਰ ਸ਼ੁਰੂ ਹੋਣ ਵਾਲੀ ਹੈ, ਦੁਪਹਿਰ ਤੋਂ ਕੁਝ ਸਮਾਂ ਪਹਿਲਾਂ ਹੈ। ਸੋ ਇਹ ਜੰਗ ਚੱਲਦਾ ਅਤੇ ਉਦੋਂ ਕੁਦਰਤੀ ਸਿਆਲਾਂ ਦੇ ਦਿਨ ਬੜੇ ਲੰਮੇ ਹੁੰਦੇ ਨੇ। 9 ਵਜੇ 8-9 ਵਜੇ ਆਪਾਂ ਦੇਖਿਆ ਪੰਜਾਬ ਦੇ ਵਿੱਚ, ਅਤੇ ਸੂਰਜ ਇਹਨਾਂ ਦਿਨਾਂ 'ਚ ਚੜ੍ਹਦਾ ਅਤੇ 4 ਤੋਂ 5 ਵਜੇ ਤੱਕ ਹਨੇਰਾ ਹੋ ਜਾਂਦਾ ਹੈ। ਸੋ ਦਿਨ ਬੜਾ ਛੋਟਾ ਹੈ। ਔਰ ਇਤਿਹਾਸ ਦਾ ਕਹਿੰਦੇ ਆ ਵੀ ਇਹ ਜਿਹੜਾ ਗੁਰੂ ਸਾਹਿਬ ਨੇ ਜਦੋਂ ਰਾਤ ਨੂੰ ਕਿਲ੍ਹਾ ਛੱਡਿਆ, ਉਹ ਇਤਿਹਾਸ 'ਚ ਰਾਤ ਜਿਹੜੀ ਆਮ ਦਿਨਾਂ ਦੇ ਵਿੱਚ ਸਾਇੰਸ ਦੇ ਮੁਤਾਬਕ ਉਹ ਰਾਤ ਲੰਮੀ ਹੁੰਦੀ ਹੈ, ਸਾਲ ਦੀ ਸਭ ਤੋਂ ਲੰਮੀ ਰਾਤ ਹੈ, ਅਤੇ ਦੁੱਖਾਂ ਦੀ ਰਾਤ ਵੀ ਵੈਸੇ ਵੀ ਲੰਮੀ ਹੁੰਦੀ ਹੈ। ਸੋ ਰਾਤ ਪਿਛਲੀ ਲੰਮੀ ਹੈ ਅਤੇ ਦਿਨ ਇਹਦੇ ਕੁਦਰਤੀ ਛੋਟੇ ਨੇ। ਸੋ ਵਜੀਦ ਖਾਨ ਨੂੰ ਇਹ ਆ ਵੀ ਇਹ ਦਿਨ ਜਿਹੜਾ ਚੜ੍ਹਦੇ ਆ ਕਿਸੇ ਤਰੀਕੇ ਨਾਲ ਗੜ੍ਹੀ ਦੇ ਅੰਦਰ ਜਾਇਆ ਜਾ ਸਕੇ। ਹਜੂਰ 5 ਸਿੰਘਾਂ ਦਾ ਜਥਾ ਭੇਜਦੇ ਨੇ ਭਾਈ ਹਿੰਮਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ। ਭਾਈ ਹਿੰਮਤ ਸਿੰਘ ਜੀ 50 ਪਿਆਰਿਆਂ 'ਚੋਂ ਬੜਾ ਭਾਰੀ ਜੰਗ ਲੜਦੇ ਨੇ। ਦੁਸ਼ਮਣ ਬੜੀ ਕੋਸ਼ਿਸ਼ ਕਰਦਾ ਕਿ ਕਿਸੇ ਤਰੀਕੇ ਨਾਲ ਜੰਗ ਦੇ ਵਿੱਚ ਭਾਈ ਹਿੰਮਤ ਸਿੰਘ ਨੂੰ ਪਕੜਿਆ ਜਾਵੇ ਜਾਂ ਕਿਸੇ ਤਰੀਕੇ ਨਾਲ ਕਬਜ਼ੇ ਕੀਤਾ ਜਾਵੇ, ਪਰ ਉਹ ਸਫਾ ਨੂੰ ਚੀਰਦੇ ਹੋਏ ਦੁਸ਼ਮਣ ਦੇ ਖਹਿਮੇ ਤੱਕ ਚੱਲ ਜਾਂਦੇ ਨੇ। ਐਡੀ ਜੰਗ ਭਾਰੀ ਕਰਦੇ ਨੇ, ਅੰਦਰ ਧੁਰ ਤੱਕ ਜਿੱਥੇ ਖਹਿਮੇ ਲੱਗੇ ਆ ਉੱਥੇ ਤੱਕ ਜੰਗ ਕਰਦੇ ਚੱਲ ਜਾਂਦੇ। ਖੀਰ ਅਸਤਰਾਂ ਨਾਲੋਂ ਇਸ ਜੰਗ ਵਿੱਚ ਹੋਰ ਖਾਸ ਹੈ ਵੀ ਜਦੋਂ ਵੀ ਸਿੰਘ ਅੰਦਰੋਂ ਨਿਕਲਦੇ ਨੇ, ਸਾਹਮਣੇ ਸਨਮੁਖ ਹੋ ਕੇ ਤਲਵਾਰ ਨਾਲ ਉਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ। ਦੂਰੋਂ ਅਸਤਰ ਮਾਰ ਕੇ, ਗੋਲੀ ਨਾਲ, ਤੀਰ ਦੇ ਨਾਲ ਮੁੜ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ। ਦੂਜਾ ਹਮਲਾ ਫੇਰ ਹੁੰਦਾ, ਸੱਚੇ ਪਾਤਸ਼ਾਹ ਇੱਕ ਜਥਾ ਹੋਰ ਭੇਜਦੇ ਨੇ ਬਾਹਰ। ਜਦੋਂ ਉਹ ਬਾਹਰ ਭੇਜਦੇ ਨੇ, ਉਹ ਵੀ ਉਸੇ ਤਰ੍ਹਾਂ ਬੜਾ ਭਾਰੀ ਜੰਗ ਹੁੰਦਾ। 3 ਜਥੇ ਇਤਿਹਾਸਕਾਰਾਂ ਨੇ ਲਿਖਿਆ ਵੀ 3 ਜਥੇ ਗੁਰੂ ਸਾਹਿਬ ਨੇ ਵੱਖੋ ਵੱਖਰੇ ਸਮੇਂ 'ਤੇ ਭੇਜੇ। ਤਕਰੀਬਨ ਦੁਪਹਿਰ ਪੂਰੀ ਚੜ੍ਹ ਚੁੱਕੀ ਹੈ, 12-1-2 ਵਜੇ ਦਾ ਟਾਈਮ ਹੋ ਗਿਆ, ਪਰ ਹਾਲੇ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਕੀਮ ਜਿਹੜੀ ਹੈ ਉਹ ਵਜੀਦ ਖਾਂ ਦੀ ਕਾਮਯਾਬ ਨਹੀਂ ਹੋ ਸਕੀ। ਸਤਿਗੁਰੂ ਸਾਹਿਬ ਅੰਦਰ ਮਮਟੀ 'ਤੇ ਬੈਠੇ ਪੂਰੇ ਜਾਇਜ਼ਾ ਲੈ ਰਹੇ ਨੇ ਕਿਹੜੀ ਫੌਜ ਕਿੱਧਰੋਂ ਵੱਧਦੀ, ਕਿੱਧਰੋਂ ਜਥਾ ਭੇਜਣਾ। ਫਿਰ ਇਹ ਅਨਵਰ ਖਾਂ ਜਿਹੜਾ ਜਰਨੈਲ ਆ, ਜਿਹੜਾ ਆਪਾਂ ਗੱਲ ਕਰਦੇ ਹਾਂ, ਇਹ ਫੌਜ ਲੈ ਕੇ ਅੱਗੇ ਵੱਧਦਾ। ਬੜੀ ਭਾਰੀ ਫੌਜ ਹੈ ਲਾਹੌਰ ਦੀ। ਇਹ ਆਪਣੇ 94 ਜਰਨੈਲਾਂ ਨੂੰ ਲੈਂਦਾ। ਹੁਣ ਇਹ ਬੜਾ ਵੱਡਾ ਹਮਲਾ ਹੈ, ਅਤੇ ਹਜੂਰ ਸੱਚੇ ਪਾਤਸ਼ਾਹ ਅੰਦਰ ਸਾਰੇ ਸਿੰਘਾਂ ਨਾਲ ਸਲਾਹ ਵੀ ਕਰਦੇ ਨੇ ਵੀ ਫੌਜ ਹਮਲਾ ਬੜਾ ਵੱਡਾ ਹੈ। ਬਾਬਾ ਅਜੀਤ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਹੁੰਦੇ ਨੇ, ਹਜੂਰ ਕਿਰਪਾ ਕਰੋ, ਹੁਣ ਜੰਗ ਦੀ ਕਮਾਂਡ ਜਿਹੜੀ ਹੈ ਮੈਨੂੰ ਸੰਭਾਲਣ ਦੀ ਆਪ ਜੀ ਹੁਕਮ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੁੰਦੇ ਨੇ। ਹਜੂਰ ਸੱਚੇ ਪਾਤਸ਼ਾਹ ਇੱਕ ਵੱਡਾ ਵਰਸ਼ਾ ਬਾਬਾ ਅਜੀਤ ਸਿੰਘ ਉਹਨਾਂ ਨੂੰ ਦਿੰਦੇ ਨੇ। ਬੜਾ ਸੁੰਦਰ ਘੋੜਾ ਹੈ ਮਹਾਰਾਜ ਬਾਬੇ ਅਜੀਤ ਸਿੰਘ ਉਹਨਾਂ ਕੋਲ, ਔਰ ਇੱਕ ਕਿਰਪਾਨ ਤਲਵਾਰ ਜਿਹੜੀ ਹੈ ਆਪਣੇ ਸ਼ਾਸਤਰਾਂ 'ਚੋਂ ਬਾਬਾ ਜੀ ਨੂੰ ਦਿੰਦੇ ਨੇ। ਹੁਣ ਇੱਥੇ ਇੱਕ ਹੋਰ ਗੱਲ ਹੈ, ਜਦੋਂ ਸਰਸਾ ਨਦੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਰ ਕੀਤਾ, ਅਨੰਦਪੁਰ ਸਾਹਿਬ ਤੋਂ ਤੁਰੇ ਹੈ, ਹਜੂਰ ਦਾ ਬੜਾ ਖਜ਼ਾਨਾ ਸਰਸਾ 'ਚ ਰੁੜ ਗਿਆ। ਇਤਿਹਾਸਕਾਰਾਂ ਲਿਖਿਆ। ਵਿਦਿਆ ਪ੍ਰਕਾਸ਼ ਇੱਕ ਗ੍ਰੰਥ ਹੈ ਜਿਹਦਾ ਕਈ ਮਣ ਭਾਰ ਸੀ, ਉਹ ਵੀ ਗ੍ਰੰਥ ਬੜਾ ਵੱਡਾ,
ਉਹ ਵੀ ਸਰਸਾ ਨਦੀ 'ਚ ਜਿਹੜਾ ਰੁੜ ਗਿਆ। ਪਰ ਹਜ਼ੂਰ ਸ਼ਾਸਤਰਾਂ ਨਾਲ ਕਿੰਨਾ ਪ੍ਰੇਮ ਕਰਦੇ ਨੇ, ਉਸ ਤੋਂ ਸ਼ਾਸਤਰਾਂ ਤੀਰਾਂ ਦੇ ਪੱਥੇ ਜਿਹੜੇ ਭਰੇ ਹੋਏ ਤੀਰਾਂ ਦੇ ਉਹ ਮਹਾਰਾਜ ਚਮਕੌਰ ਦੀ ਗੜੀ ਤੱਕ ਨਾਲ ਲਿਆਉਂਦੇ ਨੇ, ਔਰ ਸ਼ਾਸਤਰਾਂ ਨੂੰ ਵੀ ਨਾਲ ਲਿਆਉਂਦੇ ਨੇ। ਬਹੁਤ ਜ਼ਿਆਦਾ ਸ਼ਾਸਤਰ ਮਹਾਰਾਜ ਸੱਚੇ ਪਾਤਸ਼ਾਹ ਕੋ ਹਰ ਇੱਕ ਸਿੰਘ ਨੂੰ ਕੁਝ ਨਾ ਕੁਝ ਇੱਕ ਸ਼ਾਸਤਰ ਦੇ ਕੇ ਤੋਰਦੇ ਨੇ। ਬਾਬਾ ਜੀ ਹੁਣਾਂ ਨੂੰ ਬਰਸ਼ਾ ਦਿੰਦੇ ਆ, ਤਲਵਾਰ ਦਿੰਦੇ ਆ, ਬਾਬੇ ਜੁਝਾਰ ਸਿੰਘ ਨੂੰ ਵੀ ਅੱਗੇ ਤਲਵਾਰ ਦੇਣੀ। ਸੋ ਸੱਚੇ ਪਾਤਸ਼ਾਹ ਨੇ ਕਿੰਨਾ ਸ਼ਾਸਤਰਾਂ ਨਾਲ ਪ੍ਰੇਮ ਰੱਖਿਆ। ਹੁਣ ਭਾਵੇਂ ਸਾਨੂੰ ਸ਼ਾਸਤਰਾਂ ਦਾ ਕੋਈ ਅਭਿਆਸ ਨਹੀਂ, ਕੋਈ ਇਸ ਤਰੀਕੇ ਦਾ ਨਹੀਂ, ਪਰ ਸਾਡੇ ਜਿਹੜੇ ਪੁਰਾਣੇ ਸਿੰਘ ਸੀ ਉਹ ਬੜੇ ਸ਼ਾਸਤਰਾਂ ਨਾਲ ਪ੍ਰੇਮ ਕਰਦੇ ਸੀ। ਹਾਂਜੀ, ਇੱਥੇ ਪ੍ਰਦੀਪ ਸਿੰਘ ਜੀ ਤੁਹਾਡੀ ਮੈਂ ਗੱਲ ਇੱਕ ਹੋਰ ਐਡ ਕਰਨਾ ਚਾਹੁੰਦਾ ਜੀ। ਤੁਸੀਂ ਇਹਦਾ ਜ਼ਿਕਰ ਵੀ ਕੀਤਾ, ਸ਼ਾਇਦ ਤੁਸੀਂ ਅੱਗੇ ਵੀ ਕਰੋਗੇ, ਕਿ ਆਮ ਇੱਕ ਸਵਾਲ ਜੀ ਆਉਂਦਾ ਆ, ਇੱਕ ਮਸਲਾ ਹੀ ਆ ਸਾਡੇ ਪੰਥ ਦਾ। ਲੋਕੀ ਕਹਿੰਦੇ ਜੀ ਸਾਧਾਂ ਨੂੰ ਸਿੱਖਾਂ ਦੇ ਵਿੱਚ ਜੀ ਸ਼ਾਂਤੀ ਪ੍ਰਸਤ ਹੋਣਾ ਚਾਹੀਦਾ, ਵੀ ਸ਼ਾਸਤਰਾਂ ਨਾਲ ਕੀ ਗੱਲ ਆ, ਵੀ ਆਪਾਂ ਐਵੇਂ ਕਿਰਪਾਨਾਂ ਲਈ ਫਿਰਦੇ ਹਾਂ, ਬਈ ਇਹ ਲੋੜ ਨਹੀਂ ਹੈਗੀ। ਇਹਦਾ ਸੱਚੇ ਪਾਤਸ਼ਾਹ ਹੀ ਵਚਨ ਜਿਹੜਾ ਆ ਉਹੀ ਜਵਾਬ ਦਿੰਦੇ ਆ ਇਸ ਚੀਜ਼ ਦਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ, ਛਤਰੀ ਕੋ ਪੂਤ ਹੂੰ ਬ੍ਰਾਹਮਣ ਕੋ ਨਹੀਂ ਕਹਿ ਤਪ ਆਵਤ ਹਾਂ ਜੋ ਕਰੋ। ਇਹਦਾ ਮਤਲਬ ਇਹ ਹੈ ਵੀ ਅਸੀਂ ਕਸ਼ਤਰੀ ਹਾਂ, ਛਤਰੀਆਂ ਦੇ ਪੋਤੇ ਹਾਂ, ਅਸੀਂ ਸ਼ਾਸਤਰ ਧਾਰੀ ਹਾਂ, ਅਤੇ ਅਸੀਂ ਇਕੱਲੇ ਬਾਹਮਣਾਂ ਦੇ ਪੁੱਤ ਨਹੀਂ, ਵੀ ਤਪ ਆਦਿ ਕਰਦੇ ਰਹਾਂਗੇ ਵੀ ਜਿੱਥੇ ਲੋੜ ਪਵੇ। ਅਸਲੀ ਅਧਿਕਾਰੀ ਆ ਜਿਹੜਾ ਜੀ, ਤੁਸੀਂ ਪ੍ਰਦੀਪ ਸਿੰਘ ਜੀ ਗੱਲ ਸੁਣੀ ਹੋਣੀ ਜਾਂ ਤੁਸੀਂ ਵੀ ਲਈ ਆ ਸੰਥਿਆ, ਵੀ ਆਮ ਮਹਾਂਪੁਰਸ਼ ਜਿਹੜੇ ਹੁੰਦੇ ਨਾ ਚੰਡੇ, ਉਹ ਕਹਿੰਦੇ ਵੀ ਜਿਹੜਾ ਆਮ ਬੰਦਾ ਹੁੰਦਾ ਨਾ ਤੁਹਾਨੂੰ ਸਵਾਲ ਪੁੱਛਦਾ ਰੱਬ ਕਿੱਥੇ ਆ, ਤਾਂ ਉਹ ਕੀ ਕਰਦਾ, ਇਹ ਕੀ ਕਰਦਾ। ਉੱਥੇ ਮੈਂ ਨਾਂ ਵੀ ਲੈਣਾ, ਬਾਬਾ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਆ ਜੀ ਮਹਾਂਪੁਰਸ਼, ਅਤੇ ਉਹਨਾਂ ਨੂੰ ਸੰਗਤ ਕਰਨ ਦਾ ਮੌਕਾ ਮਿਲਿਆ, ਅਤੇ ਉਹਨਾਂ ਨੇ ਇੱਕ ਵਾਰ ਮੈਨੂੰ ਬਚਨ ਕਿਹਾ, ਕਹਿੰਦੇ ਭਜੰਗੀ ਵੀ ਜਦੋਂ ਨਾ ਗਿਆਨ ਦੀ ਗੱਲ ਦੱਸਣੀ ਆ ਹਮੇਸ਼ਾ ਕਿਤੇ ਅਧਿਕਾਰੀ ਨੂੰ ਦੱਸੀ ਦੀ ਆ। ਜਿਹੜਾ ਬੰਦਾ ਉਸ ਗੱਲ ਸੁਣਨ ਦਾ ਅਧਿਕਾਰੀ ਨਾ ਹੋਵੇ ਉਹ ਫਿਰ ਮਜ਼ਾਕ ਬਣਾ ਦਿੰਦਾ, ਬੜੀ ਬਹੁਤ ਡੂੰਘਾਈ ਦਾ, ਬਹੁਤ ਅਧਿਆਤਮਕ ਵਾਲੀ ਗੱਲ ਦੀ। ਹਾਂਜੀ, ਸੋ ਅਧਿਕਾਰੀ ਦੇਖ ਕੇ ਗੱਲ ਕਰੀਦੀ ਹੁੰਦੀ ਆ ਕਿ ਜਿਹੜੇ ਬੰਦੇ ਨੂੰ ਰੱਬ ਦਾ ਇੰਨਾ ਹੀ ਨਹੀਂ ਹੈਗਾ ਭਰੋਸਾ ਵੀ ਰੱਬ ਹੈ ਕਿ ਨਹੀਂ, ਉਹਨੂੰ ਤੁਸੀਂ ਗੂੜ ਗਿਆਨ ਦੀਆਂ ਗੱਲਾਂ ਦੱਸੀ ਜਾਓ, ਅਤੇ ਉਹ ਜਿਹੜਾ ਉਹਦੀ ਅਪਰੀਸ਼ੀਏਟ ਨਹੀਂ ਕਰਦਾ। ਇਹੀ ਗੱਲ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਆ ਵੀ ਜਿਹੜਾ ਅਸਲੀ ਅਧਿਕਾਰੀ ਆ ਸ਼ਾਸਤਰਾਂ ਦਾ ਉਹ ਆ ਧਾਰਮਿਕ ਬੰਦਾ, ਅਤੇ ਧਾਰਮਿਕ ਬੰਦੇ ਕੋਲ ਸ਼ਾਸਤਰ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਉਹਦਾ ਇੱਕ ਫਰਜ਼ ਹੁੰਦਾ ਆ ਵੀ ਧਰਮ ਦੀ ਰਾਖੀ ਕਰੇ। ਕਿ ਜਾਏ ਅਧਰਮੀ ਬੰਦੇ ਕੋਲ ਸ਼ਾਸਤਰ ਆ ਗਿਆ ਉਹ ਜ਼ੁਲਮ ਕਰੂਗਾ, ਧਰਮੀ ਬੰਦਾ ਰੱਖਿਆ ਕਰੂਗਾ। ਸੋ ਸਿੱਖੀ ਦੇ ਵਿੱਚ ਸਾਡਾ ਮੂਲ ਸਿਧਾਂਤ ਇਹ ਆ ਵੀ ਤਾਂ ਹੀ ਸਾਡੇ ਕਕਾਰਾਂ 'ਚ ਵੀ ਸਾਨੂੰ ਸ਼ਾਸਤਰ ਮਿਲਿਆ ਆ ਵੀ ਸ਼ਾਸਤਰ ਦਾ ਅਧਿਕਾਰੀ ਅਭਿਆਸ ਕਰਨ ਵਾਲਾ ਬੰਦਾ ਭਗਤ ਹੋਣਾ ਚਾਹੀਦਾ। ਸੋ ਰਹੋ ਵਿਚਾਰ ਤੁਸੀਂ ਜਿਸ ਲੜੀ ਨੂੰ ਜੋੜਦੇ ਆ ਜੀ ਇਸ ਵੇਲੇ। ਹਾਂਜੀ, ਸੋ ਹਜ਼ੂਰ ਸੱਚੇ ਪਾਤਸ਼ਾਹ ਭਾਈ ਬਾਬੇ ਅਜੀਤ ਸਿੰਘ ਹੋਣਾ ਨੂੰ ਆਪਣੇ ਹੱਥੀਂ ਤਿਆਰ ਕਰਦੇ ਨੇ, ਹੱਥੀਂ ਦਸਤਾਰ 'ਤੇ ਸ਼ਾਸਤਰ ਸਜਾਉਂਦੇ ਨੇ, ਜਿਵੇਂ ਸਿੰਘ ਨਿਹੰਗ ਸਿੰਘ ਦਸਤਾਰ ਦੇ ਵਿੱਚ ਸ਼ਾਸਤਰ ਸਜਾਉਂਦੇ ਨੇ, ਹੱਥੀਂ ਕਮਰ ਕੱਸਾ ਲਾਉਂਦੇ ਨੇ। ਉਦੋਂ ਕਮਰ ਕੱਸੇ ਬੜੇ ਜੰਗੀ ਹੁੰਦੇ ਸੀ ਸਿੰਘਾਂ ਦੇ। ਹੁਣ ਤਾਂ ਆਪਣਾ ਵੇਖਣ 'ਚ ਆਉਂਦਾ, ਜਦੋਂ ਤੁਸੀਂ ਅੱਜ ਵੀ ਅਕਾਲ ਤਖਤ ਸਾਹਿਬ 'ਤੇ ਦਰਸ਼ਨ ਕਰਦੇ ਹੋ ਤਾਂ ਬੜੇ ਭਾਰੀ ਉੱਥੇ ਕਮਰ ਕੱਸੇ ਬਾਬੇ ਦੀਪ ਸੋਨਾ ਦਾ ਕਮਰ ਕੱਸੇ ਦਾ ਸ਼ਾਸਤਰ ਹੈ, ਅਕਾਲੀ ਫੂਲਾ ਸੋਨਾ, ਇਸ ਤਰ੍ਹਾਂ ਬੜਾ ਕਮਰ ਕੱਸਾ ਜੰਗੀ ਹੈ। ਸੋ ਬਾਬਾ ਜੀ ਕਮਰ ਕੱਸਾ ਸਜਾਉਂਦੇ ਨੇ, ਹਜ਼ੂਰ ਕੱਲਾ ਸ਼ਾਸਤਰ ਉੱਥੇ ਸਜਾਉਂਦੇ ਨੇ, ਹਜ਼ੂਰ ਮਹਾਰਾਜ ਬਰਸ਼ਾ ਦਿੰਦੇ ਨੇ। ਸੋ 8 ਸਿੰਘ ਉਦੋਂ ਭੇਜਦੇ ਨੇ, ਕਿਉਂਕਿ ਹਮਲਾ ਬੜਾ ਵੱਡਾ ਹੈ, ਤੋ ਸਿੰਘਾਂ ਦੀ ਗਿਣਤੀ ਮਹਾਰਾਜ ਉਸ ਹਿਸਾਬ ਦੇ ਨਾਲ ਵਧਾ ਦਿੰਦੇ ਨੇ। ਬਾਬਾ ਅਜੀਤ ਸਿੰਘ ਜੀ ਬਾਹਰ ਨਿਕਲਦੇ ਨੇ, ਬੜਾ ਭਾਰੀ ਜੰਗ ਬਰਸ਼ੇ ਦੇ ਨਾਲ ਕਰਦੇ ਨੇ। ਘੋੜਾ ਬਾਬਾ ਜੀ ਦਾ ਬੜਾ ਫੁਰਤੀਲਾ ਹੈ, ਬਿਜਲੀ ਦੀ ਫੁਰਤੀ ਵਾਂਗ ਕਦੇ ਕਿੱਧਰ ਕਦੇ ਇੱਧਰ, ਜਿੱਧਰ ਦੁਸ਼ਮਣ ਅੱਗੇ ਵੱਧਦਾ ਬਾਬਾ ਜੀ ਅੱਗੇ ਜਾ ਕੇ ਦੁਸ਼ਮਣ ਦੇ ਆਹੂ ਲਾਉਂਦੇ ਨੇ, ਔਰ ਬੜੀ ਭਾਰੀ ਜੰਗ ਬਰਸ਼ੇ ਦੇ ਨਾਲ ਕਰਦੇ ਨੇ। ਕਰਾਉਂਦਿਆਂ ਅਨਵਰ ਖਾਨ ਨੂੰ ਜਦੋਂ ਦਿਖਦਾ ਵੀ ਇਹ ਕਿਸੇ ਤਰੀਕੇ ਨਾਲ ਫੌਜ ਅੱਗੇ ਨਹੀਂ ਵੱਧ ਰਹੀ, ਜਿਹੜੇ ਵੀ ਸਿੰਘ ਆਏ ਆ ਫੌਜ ਅੱਗੇ ਵਧਣ ਤੋਂ ਰੋਕ ਲਈ ਹੈ। ਸੋ ਅਨਵਰ ਖਾਨ ਆਪਣਾ ਘੋੜਾ ਛਿੜ ਕੇ ਬਾਬਾ ਅਜੀਤ ਸਿੰਘ ਸਾਹਿਬ ਦੇ ਸਾਹਮਣੇ ਆਉਂਦਾ, ਵਾਰ ਕਰਦਾ, ਵਾਰ ਨਹੀਂ ਉਹਦਾ ਖਾਲੀ ਜਾਂਦਾ। ਹੁਣ ਇੱਥੇ ਦਾ ਦੇ ਨਾਲ ਅਤੇ ਜ਼ੋਰ ਦੇ ਨਾਲ ਦੋ ਤਰੀਕੇ ਨਾਲ ਵਾਰ ਕੀਤੇ ਜਾਂਦੇ ਨੇ, ਜਿਹੜੇ ਗੱਤਕੇ ਦੇ ਸਿੰਘ ਉਹਨਾਂ ਨੂੰ ਪਤਾ ਹੈ। ਦਾ ਦੇ ਨਾਲ ਜਾਂ ਜ਼ੋਰ ਦੇ ਨਾਲ, ਹੁਣ ਦਾ ਉਹਦੇ ਵੱਜਣਾ ਨਹੀਂ, ਕਿਉਂਕਿ ਉਹਦੇ ਪੂਰਾ ਸਰੀਰ ਜਿਹੜਾ ਲੋਹੇ ਨਾਲ ਮੜਿਆ। ਸੋ ਬਾਬਾ ਜੀ ਬੜੇ ਜ਼ੋਰ ਦੇ ਨਾਲ ਉਹਦੀ ਹਿੱਕ ਦੇ ਵਿੱਚ, ਛਾਤੀ ਦੇ ਵਿੱਚ ਵਰਸ਼ਾ ਮਾਰਦੇ ਨੇ। ਸੋ ਵਰਸ਼ਾ ਜਿਹੜਾ ਹੈ ਉਹ ਆਰ ਪਾਰ ਹੋ ਜਾਂਦਾ ਹੈ। ਉਹ ਵਰਸ਼ਾ ਉਹ ਜਿਹੜੀ ਉਹਨੇ ਲੋਹੇ ਦੀ ਸੰਜੋ ਪਾਈ ਹੁੰਦੀ ਹੈ, ਸੰਜੋ ਦੇ ਉੱਤੇ ਇੱਕ ਸ਼ੀਲਡ ਪਾਈ ਹੁੰਦੀ ਹੈ ਸਟੀਲ ਦੀ, ਲੋਹੇ ਦੀ, ਉਹਨੂੰ ਚੀਰਦਾ ਹੋਇਆ ਵਰਸ਼ਾ ਆਰ ਪਾਰ ਹੋ ਜਾਂਦਾ ਜੀ। ਬੜੇ ਜ਼ੋਰ ਦੇ ਨਾਲ, ਜਿਵੇਂ ਕਹਿੰਦੇ ਵਰਸ਼ਾ ਝਾੜਨਾ, ਬੜੇ ਜ਼ੋਰ ਦੇ ਨਾਲ ਝਾੜਦੇ ਨੇ। ਝਾੜ ਕੇ ਵਰਸ਼ਾ ਜਦੋਂ ਬਾਹਰ ਕੱਢਦੇ ਆ, ਜਿਹੜਾ ਫਾਲਾ ਹੈ ਉਹ ਟੁੱਟ ਜਾਂਦਾ ਅਤੇ ਡੰਡਾ ਹੱਥ 'ਚ ਰਹਿ ਜਾਂਦਾ। ਹੁਣ ਦੁਸ਼ਮਣ ਵੇਖਦਾ ਕਿ ਜਦੋਂ ਬਾਬਾ ਅਜੀਤ ਸਿੰਘ ਉਹਨਾਂ ਦੇ ਹੱਥ ਵਰਸ਼ਾ ਟੁੱਟ ਗਿਆ ਹੈ, ਇਕੱਲਾ ਡਾਂਗ ਰਹਿ ਗਈ ਹੈ, ਤਾਂ ਇੱਕੋ ਦਮ ਹੀ ਸਾਰਾ ਜਿੰਨੀ ਵੀ ਉਹਦੇ ਪਿੱਛੇ ਅਨਵਰ ਖਾਨ ਏਡਾ ਵੱਡਾ ਜਰਨੈਲ ਹੈ, ਉਹਦੇ ਨਾਲ ਦੇ ਜਿੰਨੇ ਵੀ ਆ ਬਾਬਾ ਜੀ 'ਤੇ ਟੁੱਟ ਕੇ ਪੈ ਜਾਂਦੇ ਨੇ। ਬਾਬਾ ਜੀ ਫਿਰ ਤੇਗ ਬੇਮਿਆਨ ਕਰਦੇ ਨੇ, ਔਰ ਤੇਗ ਚਲਾਉਂਦੇ ਨੇ, ਬੜੀ ਕਮਾਲ ਤੇਗ ਹੈ। ਦੁਸ਼ਮਣਾਂ ਦੇ ਆਹੂ ਲਾਉਂਦੇ ਆ, ਸਫਾ ਨੂੰ ਚੀਰਦਿਆਂ ਦੁਸ਼ਮਣ ਦੇ ਖਹਿਮਿਆਂ ਤੱਕ ਪਹੁੰਚ ਜਾਂਦੇ ਨੇ। ਬੜਾ ਭਾਰੀ ਜੰਗ ਕਰਕੇ ਅਖੀਰ ਜਦੋਂ ਕੋਈ ਹੀਲਾ ਵਸੀਲਾ ਨਹੀਂ ਚੱਲਦਾ, ਵਜ਼ੀਰ ਖਾਂ ਆਪਣੇ ਜਰਨੈਲਾਂ ਨੂੰ ਪੁੱਛਦਾ ਵੀ ਇਹ ਤਾਂ ਜਿਸ ਤਰ੍ਹਾਂ ਜੰਗ ਕਰ ਰਹੇ ਨੇ ਬਾਬਾ ਅਜੀਤ ਸਿੰਘ, ਇਹ ਤਾਂ ਸਵੇਰ ਤੋਂ ਸ਼ਾਮ ਹੋ ਜੇ ਅਤੇ ਜਿੰਨੇ ਆਪਾਂ 10 ਲੱਖ ਲੈ ਕੇ ਆਏ ਹਾਂ, ਕੋਈ ਵੀ ਸੂਰਮਾ ਇਹੋ ਜਿਹਾ ਬਚਣਾ ਨਹੀਂ ਜਿਹੜਾ ਬਾਬਾ ਜੀ ਦੀ ਤਲਵਾਰ ਦੀ ਭੇਟ ਨਾਲ ਚੜ੍ਹ ਗਿਆ। ਕੋਈ ਹੀਲੇ ਤਰੀਕੇ ਨਾਲ ਬਾਬਾ ਜੀ ਦੇ ਵੱਲ ਵਾਰ ਕੀਤਾ ਜਾਵੇ। ਸੋ ਤੀਰਾਂ ਦੀ ਵਿਛਾੜ ਇੱਕ ਵੱਡੀ, ਇਹ ਤਾਂ ਮੁਗਲਾਂ ਦੇ ਸ਼ੁਰੂ ਤੋਂ ਮੁਗਲਾਂ ਦੇ ਕੋਲ ਤੀਰਾਂ ਦੀ ਬੜੀ ਵੱਡੀ ਗੁਣ ਹੈ।
ਤੀਰਾਂ, ਜਦੋਂ ਤੀਰ ਆ ਜਿਹੜੇ ਚੰਗੇਜ਼ ਖਾਂ ਤੋਂ ਲੈ ਕੇ ਆਏ, ਕਮਾਨ ਛੋਟੇ ਹੁੰਦੇ ਆ ਬੜੇ ਤਰੀਕੇ ਦੇ ਨਾਲ। ਸੋ ਤੀਰਾਂ ਦੀ ਵਿਛਾੜ ਬਾਬਾ ਜੀ ਵੱਲ ਕਰਦੇ ਨੇ, ਔਰ ਇਤਿਹਾਸਕਾਰਾਂ ਲਿਖਿਆ ਵੀ 300 ਤੋਂ ਵੱਧ ਤੀਰ ਬਾਬਾ ਜੀ ਦੀ ਛਾਤੀ 'ਚ ਵੱਜਦੇ ਨੇ, 300 ਤੋਂ ਵੱਧ। ਸੋ ਵੱਡੇ ਵੱਡੇ ਜਰਨੈਲ ਹੋਏ ਨੇ, ਔਰ ਅੱਜ ਤੱਕ ਕਿਸੇ ਜਰਨੈਲ ਦੇ ਐਡੇ ਫੱਟ ਨਹੀਂ ਲੱਗੇ ਜਿੰਨੇ ਬਾਬਾ ਜੀ 'ਤੇ। ਬਾਬਾ ਜੀ ਦੇ 500 ਤੋਂ ਵੱਧ ਫੱਟ ਸਰੀਰ 'ਤੇ ਲੱਗਦੇ ਨੇ। ਉਹ ਜਿਸ ਤਲਵਾਰ ਨੂੰ ਹੱਥ 'ਚ ਫੜਿਆ, ਮਹਾਰਾਜ ਸੱਚੇ ਪਾਤਸ਼ਾਹ ਗੜੀ ਤੋਂ ਵੇਖ ਰਹੇ ਨੇ। ਹਜੂਰ ਜਦੋਂ ਕੋਈ ਵਾਰ ਹੁੰਦਾ ਬਾਬਾ ਜੀ 'ਤੇ, ਕੋਈ ਵੱਡਾ ਫੱਟ ਲੱਗਦਾ, ਹਜੂਰ ਸ਼ਾਬਾਸ਼ ਦਿੰਦੇ ਨੇ। ਸੱਚੇ ਪਾਤਸ਼ਾਹ ਦੇ ਅੱਲਾ ਯਾਰ ਖਾਂ ਜੋਗੀ ਦੇ ਬੜੇ ਖੂਬਸੂਰਤ ਬਚਨ ਨੇ, ਕਿਹਾ ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਕਿਉਂ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ। ਬੜੀ ਦਲੇਰੀ ਦੇ ਨਾਲ ਬਾਬਾ ਜੀ ਲੜਦੇ ਲੜਦੇ ਅਖੀਰ ਇਤਨੇ ਤੀਰਾਂ ਦੀ ਮਾਰ, ਛਾਤੀ 'ਤੇ ਤੀਰ ਵੱਜਦੇ ਸਾਰੀ, ਬਾਬਾ ਜੀ ਧਰਤੀ 'ਤੇ ਡਿੱਗਦੇ ਨੇ, ਔਰ ਤਲਵਾਰ ਦੇ ਨਾਲ ਹਜੂਰ ਨੂੰ ਨਮਸਕਾਰ ਕਰਕੇ, ਗੁਰੂ ਗਰੀਬ ਨਵਾਜ ਨੂੰ ਗੜੀ ਦੇ ਉੱਤੋਂ ਵੇਖ ਕੇ ਨਮਸਕਾਰ ਕਰਕੇ ਬਾਬਾ ਜੀ ਉੱਥੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਹਜੂਰ ਮਮਟੀ ਤੋਂ ਖੜੋ ਕੇ ਜਕਾਰੇ ਗਜਾਉਂਦੇ ਨੇ। ਜਦੋਂ ਜਕਾਰੇ ਗਜਾਉਂਦੇ ਨੇ ਤੇ ਜਕਾਰੇ ਗਜਾ ਕੇ ਮਮਟੀ ਤੋਂ ਥੱਲੇ ਉਤਰਦੇ ਨੇ, ਸਿੰਘਾਂ ਨੂੰ ਵਿੱਚ ਵੀ ਪਤਾ ਲੱਗ ਜਾਂਦਾ ਬਾਬਾ ਜੀ ਸ਼ਹੀਦ ਹੋ ਗਏ ਨੇ, ਥੱਲੇ ਆਏ ਆ। ਲਾਗੇ ਬਾਬੇ ਜੁਝਾਰ ਸਿੰਘ ਜੀ ਛੋਟੇ ਸਾਹਿਬਜ਼ਾਦੇ, ਉਹ ਖਲੋਤੇ ਨੇ, ਤੇ ਅੱਗੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕੇ ਮਹਾਰਾਜ ਨੂੰ ਬੇਨਤੀ ਕਰਦੇ, ਹਜੂਰ ਕਿਰਪਾ ਕਰੋ, भाई से बिछड़ कर हमें जीना नहीं आता, सोना नहीं, खाना नहीं, पीना नहीं आता। हजूर कृपा करो। आप जी ने कृपा की। छोटे ਹੁੰਦਿਆਂ ਤੋਂ ਹੁਣ ਤੱਕ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਵੱਡੇ ਵੀਰ ਦੇ ਨਾਲ ਇਕੱਠੇ ਘੋੜਸਵਾਰੀ, ਤਲਵਾਰਬਾਜੀ, ਨੇਜੇਬਾਜੀ, ਸਮੂਹ ਸ਼ਾਸਤਰ ਵਿਦਿਆ ਦਾ ਇਕੱਠੇ ਅਭਿਆਸ ਕਰਦੇ ਰਹੇ ਆ। ਅੱਜ ਮਹਾਰਾਜ ਬਾਬਾ ਅਜੀਤ ਸਿੰਘ ਹੁਣੀ ਗੁਰੂ ਗਰੀਬ ਨਵਾਜ ਆਪ ਜੀ ਦੀ ਕਿਰਪਾ ਨਾਲ ਸ਼ਹਾਦਤ ਦਾ ਜਾਮ ਪੀ ਗਏ ਨੇ, ਤੇ ਆਪ ਜੀ ਕਿਰਪਾ ਕਰੋ ਮੈਨੂੰ ਵੀ ਜੰਗ ਵਿੱਚ ਜਾਣ ਦਾ ਹੁਕਮ ਬਖਸ਼ੋ। ਜਦੋਂ ਇੰਨੀ ਗੱਲ ਕਹਿੰਦੇ ਹਜੂਰ ਬੜੇ ਖੁਸ਼ ਹੁੰਦੇ ਆ। ਹੁਣ ਇੱਕ ਪੁੱਤਰ ਜੰਗ ਦੇ ਸਾਹਮਣੇ ਇੰਨੇ ਫੱਟ ਖਾ ਕੇ ਸ਼ਹੀਦ ਹੋ ਜਾਣਾ, ਤੇ ਦੂਜਾ ਸਾਹਮਣੇ ਆ ਕੇ ਕਵੇ ਕਿ ਮਹਾਰਾਜ ਮੈਨੂੰ ਵੀ ਆਗਿਆ ਬਖਸ਼ੋ ਜੰਗ ਦੇ ਵਿੱਚ, ਤੇ ਮੈਂ ਵੀ ਉਨੇ ਹੀ ਫੱਟ ਖਾਣਾ ਚਾਹੁੰਦਾ। ਇਹ ਕੋਈ ਆਮ ਮਨੁੱਖ ਨਹੀਂ ਗਾ, ਇਹ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਆਮ ਸ਼ਖਸੀਅਤ ਨਹੀਂ। ਦੁਨੀਆ ਦੇ ਇਤਿਹਾਸ ਨੂੰ ਜਦੋਂ ਫੋਲ ਕੇ ਜਿਹੜੇ ਕਲਮਕਾਰ ਨੇ ਹੁੰਦੀਆਂ ਕਲਮਾਂ ਦੇ ਦਮ ਤੋੜ ਦਿੱਤੇ, ਹਜੂਰ ਦੀ ਸਿਫਤ ਲਿਖਦੇ ਆ। ਪਰ ਸੱਚੇ ਪਾਤਸ਼ਾਹ ਜੀ ਦੇ ਇੰਨੇ ਗੁਣ ਨੇ ਕੋਈ ਬਿਆਨ ਹੀ ਨਹੀਂ ਕਰ ਸਕਿਆ। ਹਜੂਰ ਸੱਚੇ ਪਾਤਸ਼ਾਹ ਜਦੋਂ ਕਹਿੰਦੇ ਨੇ ਵੀ ਭਾਈ ਜੁਝਾਰ ਸਿੰਘ ਜੀ, ਇਹ ਬੜੀ ਵੱਡੀ ਗੱਲ ਕੀਤੀ ਤੁਸੀਂ। ਅੱਜ ਤੋਂ ਬਾਅਦ ਕਦੇ ਕੌਮ ਨੂੰ ਲੋੜ ਪਵੇ ਸਿਰਾਂ ਦੀ, ਜਿਹੜੇ ਕੌਮ ਦੇ ਨੌਜਵਾਨ ਨੇ ਉਹਨਾਂ ਨੂੰ ਬੁਲਾਉਣਾ ਨਹੀਂ ਪਊਗਾ। ਇੱਕ ਆਵਾਜ਼ ਤੋਂ ਦਿੱਤਿਓਂ ਬਿਨਾਂ ਹੀ ਹਜ਼ਾਰਾਂ ਹੀ ਸਿੰਘ ਸੂਰਮੇ ਕੌਮ ਲਈ ਕੁਰਬਾਨੀ ਕਰਨ ਲਈ ਰਸਤੇ ਤੇ ਤੁਰ ਪੈਣੇ। ਮਾੜੇ ਬਚਨ ਛੱਡ ਜੀ ਹਜੂਰ ਸੱਚੇ ਪਾਤਸ਼ਾਹ ਨੇ ਬਚਨ ਕੀਤਾ। ਭਾਈ ਦਇਆ ਸਿੰਘ ਜੀ ਲਾਗੇ ਖਲੋਤੇ ਨੇ, ਮਹਾਰਾਜ ਅੱਗੇ ਬੇਨਤੀ ਕਰਦੇ, ਹਜੂਰ ਆਪ ਜੀ ਦੋ ਸਾਹਿਬਜ਼ਾਦੇ ਸਰਸਾ ਦੇ ਜਦੋਂ ਵਿਛੋੜਾ ਪਿਆ, ਹਜੂਰ ਮਹਾਰਾਜ ਪਤਾ ਨਹੀਂ ਲੱਗਿਆ ਛੋਟੇ ਸਾਹਿਬਜ਼ਾਦਿਆਂ ਦਾ। ਆਪ ਜੀ ਪਰਮੇਸ਼ਰ ਕਿਰਪਾ ਕਰੇ ਠੀਕ ਹੋਣ, ਪਰ ਐਡੇ ਐਡੇ ਵੱਡੇ ਜਰਨੈਲ ਉਸ ਸਰਸਾ ਨਦੀ ਦੇ ਵਿੱਚ ਰੁੜ ਗਏ ਨੇ, ਤੇ ਮਹਾਰਾਜ ਦੋ ਸਨ, ਇੱਕ ਸਾਹਮਣੇ ਸ਼ਹੀਦ ਹੋ ਚੁੱਕਿਆ ਬਾਬਾ ਅਜੀਤ ਸਿੰਘ, ਤੇ ਲਾਗੇ ਬਾਬੇ ਜੁਝਾਰ ਸਿੰਘ ਹੁਣੀ ਰਹਿ ਗਏ। ਆਪ ਜੀ ਕਿਰਪਾ ਕਰੋ, ਬਾਬਾ ਜੁਝਾਰ ਸਿੰਘ ਹੁਣਾਂ ਨੂੰ ਜੰਗ 'ਚ ਨਾ ਭੇਜੋ, ਸਾਨੂੰ ਮਹਾਰਾਜ ਕਿਰਪਾ ਕਰੋ, ਅਸੀਂ ਜੰਗ ਦੇ ਵਿੱਚ ਜਾਂਦੇ ਹਾਂ। ਹਜੂਰ ਨੇ ਕਿਹਾ ਮੈਂ ਤੇ ਕਦੇ ਪੁੱਤਰਾਂ ਦੇ ਤੁਹਾਡੇ 'ਚ ਫਰਕ ਨਹੀਂ ਕੀਤਾ। ਜੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੁੰਦੇ, ਭਾਈ ਦਇਆ ਸਿੰਘ ਵੱਜਦਾ ਹੈ, ਤੇ ਮੇਰੇ ਲਈ ਤੇ ਦੋਨੇ ਪੁੱਤਰ ਬਰਾਬਰ ਨੇ। ਸੋ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਬਾਬੇ ਜੁਝਾਰ ਸਿੰਘ ਨੂੰ ਹੱਥੀਂ ਤਿਆਰ ਕਰਦੇ ਨੇ। ਔਰ ਛੋਟਾ ਉੱਥੇ ਅੱਲਾ ਯਾਰ ਖਾਂ ਨੇ ਕਿਹਾ ਕਿ ਛੋਟਾ ਨਿਮਚਾ ਜਿਹਨੂੰ ਕਹਿੰਦੇ ਆ, ਉਹ ਬਾਬਾ ਜੁਝਾਰ ਸਿੰਘ ਹੁਣਾਂ ਲੈ ਦੇ ਕਮਰ ਕੱਸੇ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਕਮਰ ਕੱਸੇ। ਨਿਮਚਾ ਦੇ ਛੋਟੀ ਕਿਰਪਾਨ ਵੀ ਕਹਿ ਦਿੰਦੇ ਆ। ਹੁਣ ਇਸ ਸਮੇਂ 3 ਫੁੱਟਾਂ 3.5 ਫੁੱਟੀਆਂ ਕਿਰਪਾਨਾਂ ਹੁੰਦੀਆਂ, ਉਸ ਸਮੇਂ ਇੱਕ 2.5 ਫੁੱਟੀ ਹੁਣ ਅੱਜ ਕੱਲ੍ਹ ਕਿਰਪਾਨ ਹੈ। ਉਸ ਸਮੇਂ ਉਹ ਜਿਹੜੇ ਛੋਟੇ ਕੱਦ ਦੇ ਜਾਂ ਛੋਟੇ ਬੱਚੇ ਜਾਂ ਛੋਟੀ ਜਿਹੜੀ ਹੁੰਦੇ ਸੀ, ਉਹਨਾਂ ਲਈ ਉਹ ਵਰਤੀ ਜਾਂਦੀ ਸੀ। ਸੋ ਹਜੂਰ ਸੱਚੇ ਪਾਤਸ਼ਾਹ 2.5 ਫੁੱਟ ਦੀ ਕਿਰਪਾਨ ਬਾਬਾ ਜੀ ਨੂੰ ਦਿੰਦੇ ਨੇ। ਬਾਬਾ ਜੀ ਉਦੋਂ ਇਤਿਹਾਸਕਾਰਾਂ ਨੇ ਲਿਖਿਆ ਕਿ ਜਿਹੜੇ ਬਾਬੇ ਅਜੀਤ ਸਿੰਘ ਉਹਨਾਂ ਦਾ ਕੱਦ ਸੀ, ਉਹ ਹਜੂਰ ਸੱਚੇ ਪਾਤਸ਼ਾਹ ਤੋਂ 1 ਇੰਚ ਉੱਚਾ ਹੋ ਗਿਆ ਸੀ। ਐਡੇ ਜਵਾਨ ਸੀ, ਬਲੀ ਸੀ। ਔਰ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਮੋਢਿਆਂ ਤੱਕ ਕੱਦ ਹੈ ਬਾਬੇ ਜੁਝਾਰ ਸਿੰਘ ਉਹਨਾਂ ਦਾ। ਹਲੇ ਚੜ੍ਹਦੀ ਜਵਾਨੀ 14 ਸਾਲ ਦੀ ਉਮਰ ਹੈ। ਸੋ ਹੱਥੀਂ ਮਹਾਰਾਜ ਸੱਚੇ ਪਾਤਸ਼ਾਹ ਫੇਰ ਤਿਆਰ ਕਰਦੇ ਨੇ, ਹੱਥੀਂ ਕਮਰ ਕਾਸਾ ਲਵਾਉਂਦੇ ਨੇ, ਹੱਥੀਂ ਸ਼ਾਸਤਰ ਸੀਸ 'ਤੇ ਸਜਾਉਂਦੇ ਨੇ। ਅਗਲੇ ਜਥੇ ਦੀ ਅਗਵਾਈ ਕਰਦੇ ਆ। ਹੁਣ ਤਕਰੀਬਨ ਦੁਪਹਿਰ ਢਲ ਚੁੱਕੀ ਹੈ। ਦੁਪਹਿਰ ਤੋਂ 2-3 ਤੋਂ 4 ਵਜੇ ਦਾ ਸਮਾਂ ਹੈ, ਦਿਨ ਥੋੜ੍ਹਾ ਰਹਿ ਗਿਆ। ਬਾਬਾ ਜੁਝਾਰ ਸਿੰਘ ਜੀ ਜਦੋਂ ਨਿਕਲਦੇ ਨੇ ਜੰਗ ਦੇ ਮੈਦਾਨ ਦੇ ਵਿੱਚ, ਉਹ ਮਹਾਰਾਜ ਸੱਚੇ ਪਾਤਸ਼ਾਹ ਹੱਥੀਂ ਸਜਾ ਕੇ ਤਲਵਾਰ ਦੇ ਕੇ, ਹੁਣ ਸਾਹਮਣੇ ਦੁਸ਼ਮਣ ਹੈ, ਉਹ ਜਦੋਂ ਵੇਖਦਾ ਵੀ ਹੁਣ, ਕਿਉਂਕਿ ਪਤਾ ਹੈ ਵੀ ਹੁਣ ਕੋਈ ਨਾ ਕੋਈ ਜਥਾ ਨਿਕਲੂ, ਹੋ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅਗਵਾਈ ਕਰਨ ਜਾਂ ਕਿਵੇਂ ਦੀ ਸਥਿਤੀ ਹੈ। ਪਰ ਜਦੋਂ ਦੇਖਦੇ ਨੇ ਇੱਕ ਦਾੜੀ ਨਹੀਂ ਹੈ, ਬਿਲਕੁਲ ਛੋਟਾ ਬੱਚਾ ਹੈ, ਉਹ ਸਾਹਮਣੇ ਨਿਕਲਿਆ, ਤੇ ਆਮ ਹੀ ਦੁਸ਼ਮਣ ਜਿਹੜਾ ਹੁੰਦਾ ਨਾ, ਉਹ ਹੌਸਲੇ 'ਚ ਆ ਜਾਂਦਾ ਵੀ ਇਹਨੂੰ ਤੇ ਹੱਥੋਂ ਹੱਥੀ ਫੜ ਲਾਂਗੇ, ਕਿਉਂਕਿ ਇੱਕ ਵੀ ਸਿੰਘ ਕੋਈ ਵੀ ਹੱਥੋਂ ਹਲੇ ਤੱਕ ਜਿਉਂਦਾ ਹੱਥ ਨਹੀਂ ਆਇਆ। ਹਜ਼ਾਰਾਂ ਹੀ ਦੁਸ਼ਮਣ ਉੱਲਰ ਪੈਂਦੇ ਨੇ ਬਾਬਾ ਜੀ ਵੱਲ, ਪਰ ਤਲਵਾਰ ਦੇ ਐਸੇ ਧਨੀ ਨੇ ਬਾਬਾ ਜੁਝਾਰ ਸਿੰਘ ਜੀ। ਔਰ ਕਹਿੰਦੇ ਬਾਬਾ ਜੁਝਾਰ ਸਿੰਘ ਉਹਨਾਂ ਦੀ ਤਲਵਾਰ ਇੰਨੀ ਤੇਜ਼ ਚੱਲਦੀ ਹੈ। ਤੇ ਵਜੀਦ ਖਾਂ ਵੀ ਕਹਿੰਦਾ, ਮੈਂ ਸੁਣਿਆ ਸੀ ਇਹਨਾਂ ਦੇ ਪਿਤਾ ਜੀ ਦਾਦਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬੜੀ ਵੱਡੀ ਜੰਗ ਕੀਤੀ, ਬੜੀ ਵੱਡੀ ਤੇਗ ਚਲਾਉਂਦੇ ਸਨ, ਤੇ ਪਰ ਮੈਂ ਉਹ ਦੇਖ ਨਹੀਂ ਸਕਿਆ। ਪਰ ਅੱਜ ਮੈਨੂੰ ਯਕੀਨ ਹੋ ਗਿਆ ਜਿਹਦੇ ਪੋਤੇ ਏਡੇ, ਉਹਦੇ ਦਾਦਾ ਕਿਸ ਤਰੀਕੇ ਨਾਲ ਤੇਗ ਚਲਾਉਂਦਾ ਹੋਵੇਗਾ। ਸੋ ਦੁਸ਼ਮਣ ਨੂੰ ਵੀ ਇਸ ਤਰੀਕੇ ਨਾਲ ਵਾਹ ਵਾਹ ਕਰਨੀ ਪੈ ਗਈ। ਹਜੂਰ ਬੜੇ ਖੁਸ਼ ਹੁੰਦੇ ਨੇ ਮਮਟੀ ਦੇ ਉੱਪਰੋਂ
ਤੀਰਾਂ ਦੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਛਾਂ ਕਰਦਿਆਂ ਬਾਬੇ ਜੁਝਾਰ ਸਿੰਘ ਨੂੰ ਲੈ ਕੇ ਗਏ। ਬਾਬਾ ਜੁਝਾਰ ਸਿੰਘ ਜੰਗ ਤੋਂ ਜਾਂਦੇ ਆ ਪਹਿਲੋਂ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੈਂ ਚਾਹੁੰਦਾ ਜਿੱਥੇ ਮੇਰੇ ਵੱਡੇ ਭਰਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦੀ ਪ੍ਰਾਪਤ ਕੀਤੀ ਹੈ ਉਹਦੇ ਬਿਲਕੁਲ ਲਾਗੇ ਮੈਂ ਸ਼ਹੀਦ ਹੋਣਾ ਚਾਹੁੰਦਾ। ਇਕੱਠਿਆਂ ਦਾ ਪ੍ਰੇਮ ਸੀ, ਪਿਆਰ ਸੀ, ਇਕੱਠੇ ਵੱਡੇ ਹੋਏ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਕੱਠੇ ਰਹੇ ਆ। ਸੋ ਮਹਾਰਾਜ ਤੀਰਾਂ ਦੀ ਛਾਂ ਤੇ ਉੱਥੇ ਤੱਕ ਲੈ ਕੇ ਗਏ। ਉੱਥੇ ਜਦੋਂ ਜੰਗ 'ਚ ਪਹੁੰਚ ਗਏ ਮਹਾਰਾਜ ਸੱਚੇ ਪਾਤਸ਼ਾਹ ਹੁਣ ਮਮਟੀ ਤੇ ਬੈਠੇ ਆਨੰਦ ਦੇਖ ਰਹੇ ਨੇ, ਉਹ ਨਜ਼ਾਰੇ ਨੂੰ ਵੇਖ ਰਹੇ ਨੇ। ਜਦੋਂ ਫੱਟ ਕਹਿੰਦੇ ਬਾਬੇ ਜੁਝਾਰ ਸਿੰਘ ਹੋਣਾ ਦੇ ਲੱਗਦਾ ਹਜ਼ੂਰ ਸੱਚੇ ਪਾਤਸ਼ਾਹ ਸ਼ਾਬਾਸ਼ ਦਿੰਦੇ ਨੇ। ਹੁਣ ਜਿਹੜੇ ਲਾਗੇ ਸਿੰਘ ਆ ਉਹਨਾਂ ਨੂੰ ਵੀ ਪਤਾ ਇਹ ਸ਼ੁਰੂ ਤੋਂ ਬਾਬੇ ਹਿੰਮਤ ਸਿੰਘ ਉਹਨਾਂ ਦੇ ਫੱਟ ਲੱਗੇ। ਹੁਣ ਜਦੋਂ ਉਹਨਾਂ ਨੂੰ ਪਤਾ ਵੀ ਜਦੋਂ ਕੋਈ ਫੱਟ ਲੱਗਦਾ ਵੱਡਾ ਤੇ ਮਹਾਰਾਜ ਸੱਚੇ ਪਾਤਸ਼ਾਹ ਸ਼ਾਬਾਸ਼ ਕਰਦੇ ਨੇ, ਤੇ ਜਦੋਂ ਕਿਸੇ ਦਾ ਵੱਡਾ ਕੋਈ ਜਰਨੈਲ ਕਿਸੇ ਦਾ ਸਿਰ ਲਾਉਂਦੇ ਆ ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਸ਼ਾਬਾਸ਼ ਕਹਿੰਦੇ ਨੇ। ਉਹ ਸਿੰਘ ਬੜੇ ਜਜ਼ਬੇ ਨਾਲ ਲੜ ਰਹੇ ਨੇ, ਬੜੀ ਖੁਸ਼ੀਆਂ ਉਹਨਾਂ ਨੂੰ ਇਹ ਹੈ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਵੱਧ ਤੋਂ ਵੱਧ ਖੁਸ਼ੀ ਲੈਣੀ ਹੈ। ਸੋ ਬਾਬਾ ਜੁਝਾਰ ਸਿੰਘ ਉਹਨਾਂ ਦੇ ਸਾਹਮਣੇ ਬੜੇ ਦੁਸ਼ਮਣ ਆਏ, ਬੜੇ ਬੜਿਆਂ ਨੇ, ਪਰ ਉਹ ਐਸੇ ਹੀ ਕਮਾਲ ਦੀ ਤਲਵਾਰ ਚਲਾਉਂਦੇ ਆ। ਜਿਨ੍ਹਾਂ ਨੇ ਸੋਚਿਆ ਸੀ ਕਿ ਛੋਟਾ ਜਿਹਾ ਬੱਚਾ ਅਸੀਂ ਹੱਥ ਨਾਲ ਹੀ ਪਕੜ ਲਾਂਗੇ, ਉਦੋਂ ਪਤਾ ਲੱਗਦਾ ਜਦੋਂ ਧੌਣਾ ਸਿਰਾਂ ਤੋਂ ਥੱਲੇ ਡਿੱਗਦੀਆਂ ਨੇ। ਹਜ਼ਾਰਾਂ ਹੀ ਦੁਸ਼ਮਣਾਂ ਨੂੰ ਮੌਤ ਦੀ ਘਾਟ ਦੇ ਵਿੱਚ ਭੇਜ ਕੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਾਬਾ ਜੁਝਾਰ ਸਿੰਘ ਜੀ ਜੰਗ ਦੇ ਵਿੱਚ, ਸੋ ਉਹਨਾਂ ਦੇ ਪਿੱਛੋਂ ਇੱਕ ਕੋਈ ਬਰਸ਼ੀ ਮਾਰਦਾ ਛੱਡਵੀਂ, ਜਿਵੇਂ ਛੋਟਾ ਬਰਸ਼ਾ ਹੁੰਦਾ ਨਾ ਵੱਡਾ, ਉਹ ਤੇ ਹੱਥ ਨਾਲ ਫੜਿਆ, ਬਰਸ਼ੀ ਜਿਹੜੀ ਆ ਹੱਥ ਨਾਲ ਛੱਡ ਕੇ ਵੀ ਮਾਰੀ ਜਾਂਦੀ ਹੈ। ਦੂਰੋਂ ਕਿਸੇ ਨੇ ਬਰਸ਼ੀ ਮਾਰੀ ਕਿਉਂਕਿ ਲਾਗੇ ਨਹੀਂ ਕੋਈ ਜਾ ਸਕਦਾ, ਜਿਹੜਾ ਲਾਗੇ ਜਾਂਦਾ ਉਸ ਬਾਬੇ ਜੁਝਾਰ ਸਿੰਘ ਉਹਨਾਂ ਦੀ ਤਲਵਾਰ ਦੀ ਭੇਟਾ ਚੜ੍ਹ ਜਾਂਦਾ। ਦੂਰੋਂ ਕਿਸੇ ਨੇ ਬਰਸ਼ੀ ਮਾਰੀ, ਬਾਬਾ ਜੀ ਦੀ ਪਿੱਠ ਤੇ ਵਾਰ ਕੀਤਾ, ਉਹ ਬਰਸ਼ੀ ਆਰ ਪਾਰ ਹੋ ਜਾਂਦੀ ਹੈ। ਸੋ ਜਦੋਂ ਬਰਸ਼ੀ ਆਰ ਪਾਰ ਹੁੰਦੀ ਬਾਬਾ ਜੀ ਥੱਲੇ ਜ਼ਮੀਨ ਤੇ ਡਿੱਗਦੇ ਨੇ। ਹਜ਼ਾਰਾਂ ਹੀ ਵਾਰ ਬਾਬਾ ਜੀ ਤੇ ਦੁਸ਼ਮਣ ਦੇ ਹੁੰਦੇ ਨੇ, ਕੋਈ ਬਰਸ਼ੀ ਨਾ, ਕੋਈ ਤਲਵਾਰ ਨਾ, ਕੋਈ ਕਿਸੇ ਤਰੀਕੇ ਨਾਲ। ਮਹਾਰਾਜ ਨੂੰ ਨਮਸਕਾਰ ਕਰਕੇ ਉਸ ਜਗ੍ਹਾ ਦੇ ਬਾਬਾ ਜੀ ਬਾਬਾ ਜੁਝਾਰ ਸਿੰਘ ਜੀ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਸੋ ਇਸ ਤਰੀਕੇ ਨਾਲ ਦੋਨੇ ਹੀ ਸਾਹਿਬਜ਼ਾਦੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਅੱਖਾਂ ਦੇ ਸਾਹਮਣੇ ਤੋਰਾ ਤੋਰਾ ਹੋ ਕੇ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ। ਹਜ਼ੂਰ ਫੇਰ ਜਕਾਰਾ ਛੱਡਦੇ ਨੇ ਬੜੀ ਖੁਸ਼ੀ ਦਾ, ਤੇ ਹਜ਼ੂਰ ਸੱਚੇ ਪਾਤਸ਼ਾਹ ਥੱਲੇ ਆਉਂਦੇ ਨੇ। ਇਤਿਹਾਸਕਾਰਾਂ ਨਾਲ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਚਿਹਰੇ ਤੇ ਇੱਕ ਜਿਵੇਂ ਕਿਸੇ ਦਾ ਖਸਖਾਸ ਦਾ ਦਾਣਾ ਕਿਤੇ ਡਿੱਗ ਜੇ, ਇੰਨਾ ਵੀ ਸ਼ਿਕਵਾ ਹੈ ਨਹੀਂ। ਇੰਨਾ ਸ਼ੁਕਰ ਹੈ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਤੇ। ਥੱਲੇ ਆਉਂਦੇ ਨੇ, 2 ਜਥੇ ਹੋਰ ਸਿੰਘ ਭੇਜਦੇ ਨੇ ਮਹਾਰਾਜ ਸੱਚੇ ਪਾਤਸ਼ਾਹ। ਇਹਨਾਂ ਨੂੰ ਰਾਤ ਜਿਹੜੀ ਹੈ ਉਹਦੀ ਸ਼ੁਰੂਆਤ ਹੋ ਜਾਂਦੀ ਹੈ, ਦਿਨ ਢਲ ਜਾਂਦਾ। ਦੁਸ਼ਮਣ ਨੂੰ ਹੁਣ ਪਿੱਛੇ ਹਟਣਾ ਪੈਂਦਾ ਕਿਉਂਕਿ ਦਿਨ ਦਾ ਸਾਰਾ ਪ੍ਰੋਗਰਾਮ, ਸਾਰੀ ਲੜਾਈ ਇਸ ਤਰੀਕੇ ਨਾਲ ਚੱਲੀ, ਪਰ 1 ਇੰਚ ਵੀ ਦੁਸ਼ਮਣ ਅੱਗੇ ਨਹੀਂ ਵੱਧ ਸਕਿਆ। ਸੋ ਉਹ ਮਰਜੀਵੜਿਆਂ ਨੇ ਆਪਣੀਆਂ ਜਾਨਾਂ ਤੇ ਖੇਡ ਕੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਨੇਪਰੇ ਚਾੜਿਆ। ਰਾਤ ਦਾ ਸਮਾਂ ਤਕਰੀਬਨ ਰਾਤ ਸ਼ੁਰੂਆਤ ਹੈ, ਰਾਤ ਦਾ ਪਹਿਲਾ ਪੈਰ ਸ਼ੁਰੂ ਹੁੰਦਾ ਹੈ। ਭਾਈ ਦਇਆ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਉਂਦੇ ਨੇ। ਹਜ਼ੂਰ ਕਹਿੰਦੇ ਭਾਈ ਦਇਆ ਸਿੰਘ ਜੀ ਕੱਲ੍ਹ ਦੀ ਜੰਗ ਦੀ ਕਮਾਂਡ ਅਸੀਂ ਕਰਾਂਗੇ। ਜੇ ਅੱਜ ਇਹ ਗੱਲ ਸੁਣ ਕੇ ਭਾਈ ਦਇਆ ਸਿੰਘਾਂ ਨਾਲ ਬਚਨ ਕਰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੇ ਕੱਲ੍ਹ ਨੂੰ ਜੰਗ ਦੇ ਮੈਦਾਨ ਦੇ ਵਿੱਚ ਜਾਣਗੇ, ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਰਹੇ ਸਾਡੇ ਵਰਗੇ ਲੱਖਾਂ ਹਜ਼ਾਰਾਂ ਬਣਾ ਸਕਦੇ ਨੇ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਕਿੱਥੋਂ ਲੈ ਕੇ ਆਵਾਂਗੇ। ਹੁਣ ਸਲਾਹ ਆਉਂਦੀ ਹੈ ਕਿ ਕਿਵੇਂ ਗੁਰੂ ਸਾਹਿਬ ਨੂੰ ਰੋਕਿਆ ਜਾਵੇ, ਕਿਵੇਂ ਕਿਹਾ ਜਾਵੇ। ਹੁਣ ਕੋਈ ਸਿੱਖ ਇਹੋ ਜਿਹਾ ਕਿਹੜਾ ਵੀ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਗੱਲ ਕਵੇ ਜੀ, ਪਰ ਸਲਾਹ ਕੀਤੀ ਜਾਂਦੀ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇੱਕ ਜੁਗਤੀ ਦੱਸੀ ਹੈ ਪੰਜਾਂ ਸਿੰਘਾਂ ਦੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਘੋੜੇ 'ਤੇ ਚੜ੍ਹੇ ਜਾਂਦੇ ਨੇ, ਪਾਠ ਦੀ ਸਮਾਪਤੀ ਹੁੰਦੀ, ਮੱਥਾ ਟੇਕਦੇ ਤੇ ਉਹ ਤੀਰ ਦੀ ਨੋਕ ਇੱਕ ਪੀਰ ਦੀ ਸਮਾਧ ਵੱਲ ਨੂੰ, ਪੀਰ ਦੀ ਮੜੀ ਵੱਲ ਨੂੰ ਝੁਕ ਜਾਂਦੀ ਹੈ। ਤੇ ਭਾਈ ਦਇਆ ਸਿੰਘ ਉਸ ਵੇਲੇ ਸ਼ਾਸਤਰ ਅਨੰਦਪੁਰ ਸਾਹਿਬ ਦੀ ਗੱਲ ਹੈ ਜੀ, ਮਹਾਰਾਜ ਸਾਹਿਬ ਦਾ ਘੋੜਾ ਪਕੜ ਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਗੋੜ ਮੜੀ ਮੱਠ ਭੂਟ ਨਾ ਮੰਨੋ, ਆਪ ਜੀ ਦਾ ਤੀਰ ਦੀ ਨੋਕ ਉੱਧਰ ਨੂੰ ਝੁਕੀ, ਆਪ ਜੀ ਥੱਲੇ ਉਸ ਪੰਥ ਖਾਲਸਾ ਇਸ ਚੀਜ਼ ਨੂੰ ਪ੍ਰਵਾਨ ਨਹੀਂ ਕਰੂਗਾ, ਆਪ ਜੀ ਪੰਜਾਂ ਸਿੰਘਾਂ ਅੱਗੇ ਪੇਸ਼ ਹੋਊ। ਹਜ਼ੂਰ ਬੜੇ ਖੁਸ਼ ਹੁੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਪੰਜਾਂ ਸਿੰਘਾਂ ਦੇ ਸਾਹਮਣੇ ਸਨਮੁਖ ਹੋ ਕੇ ਸੇਵਾ ਲਵਾਉਂਦੇ ਆ। ਅਖੀਰ ਬਾਬਾ ਜੀ ਪੁੱਛਦੇ ਭਾਈ ਦਇਆ ਸਿੰਘ ਹੁਣੀ ਮਹਾਰਾਜ ਇਹ ਕੌਤਕ ਕੀ ਹੈ? ਹਜ਼ੂਰ ਨੇ ਕਿਹਾ ਪਾਠ ਦੀ ਸਮਾਪਤੀ 'ਤੇ ਨਮਸਕਾਰ ਕੀਤੀ ਅਕਾਲ ਪੁਰਖ ਨੂੰ, ਮੜੀ ਨੂੰ ਨਹੀਂ ਕੀਤੀ। ਉਹਨਾਂ ਕਿਹਾ ਮਹਾਰਾਜ ਤੁਸੀਂ ਦੱਸਿਆ ਕਿਉਂ ਨਹੀਂ ਸਾਨੂੰ? ਹਜ਼ੂਰ ਕਹਿੰਦੇ ਮੈਨੂੰ ਖੁਸ਼ੀ ਇੰਨੀ ਆ ਕਿ ਮੇਰਾ ਖਾਲਸਾ ਬੜਾ ਸੁਚੇਤ ਹੈ। ਸੋ ਅੱਜ ਸੱਚੇ ਪਾਤਸ਼ਾਹ ਜੀ ਦੇ ਉਹ ਖਾਲਸਾ ਬਣਨ ਦੀ ਸਾਨੂੰ ਲੋੜ ਹੈ। ਐਵੇਂ ਦੂਜੇ ਤੀਜੇ ਬੰਦਿਆਂ ਦੇ ਮਗਰ ਲੱਗ ਕੇ ਅਸੀਂ ਪੰਥ ਨੂੰ ਜਾਂ ਅਸੀਂ ਕੌਮ ਨੂੰ ਜਾਂ ਗੁਰੂ ਸਾਹਿਬ ਨੂੰ ਬਦਾਵਾ ਦੇ ਕੇ ਤੁਰੇ ਫਿਰਦੇ ਨਹੀਂ, ਸੁਚੇਤ ਹੋਣਾ ਚਾਹੀਦਾ। ਸੋ ਉਹੀ ਗੱਲ ਜਦੋਂ ਭਾਈ ਦਇਆ ਸਿੰਘਾਂ ਨੂੰ ਦੱਸਦੇ ਵੀ ਆਪਾਂ ਕਿਸੇ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੰਜਾਂ ਸਿੰਘਾਂ ਦੇ ਰੂਪ ਦੇ ਵਿੱਚ ਜਾਂਦੇ ਹਾਂ। ਪੰਜਾਂ ਸਿੰਘਾਂ ਦੇ ਰੂਪ ਦੇ ਵਿੱਚ ਭਾਈ ਦਇਆ ਸਿੰਘ ਜੀ ਅਗਵਾਈ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕੋਲ ਪਹੁੰਚ ਜਾਂਦੇ ਅਤੇ ਬੇਨਤੀ ਕਰਦੇ ਹਜ਼ੂਰ ਆਪ ਜੀ ਕਿਰਪਾ ਕਰੋ, ਆਪ ਜੀ ਕਿਲੇ ਨੂੰ ਛੱਡ ਜਾਓਗੇ, ਗੜੀ ਨੂੰ ਛੱਡ ਜਾਓ। ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਦਇਆ ਸਿੰਘ ਜੀ ਇਸ ਤਰ੍ਹਾਂ ਨਹੀਂ, ਮੇਰੀ ਜਾਨ ਤੋਂ ਪਿਆਰੇ ਸਿੰਘ ਇੱਥੇ ਸ਼ਹੀਦ ਹੋਏ ਆ, ਕੱਲ੍ਹ ਨੂੰ ਜੰਗ ਦੀ ਸ਼ੁਰੂਆਤ ਅਸੀਂ ਕਰਾਂਗੇ। ਨਹੀਂ ਮਹਾਰਾਜ ਆਪ ਜੀ ਰਹੇ ਤੇ ਹਜ਼ਾਰਾਂ ਹੀ ਸਿੱਖੀ ਦੇ ਬੂਟੇ ਨੂੰ ਲਾ ਦੋਗੇ, ਸਾਡੇ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਪੈਦਾ ਕੀਤਾ ਜਾ ਸਕਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਨਹੀਂ ਮੰਨਦੇ ਤੇ ਅਖੀਰ ਫਿਰ ਉਹ ਕਹਿੰਦੇ ਹਜ਼ੂਰ ਆਪ ਜੀ ਨੇ ਬਚਨ ਕੀਤਾ ਸੀ ਪੰਥ ਸ੍ਰੇਸ਼ਟ ਹੈ, ਪੰਥ ਸ਼੍ਰੋਮਣੀ ਹੈ, ਪੰਥ ਸਭ ਤੋਂ ਉੱਤਮ ਹੈ। ਸੋ ਅੱਜ ਪੰਥ ਆਪ ਜੀ ਦੇ ਸਾਹਮਣੇ ਖੜਾ ਹੈ ਤੇ ਪੰਜਾਂ ਸਿੰਘਾਂ ਦੇ ਰੂਪ ਦੇ ਵਿੱਚ ਮਹਾਰਾਜ ਜੇ ਤੁਸੀਂ ਬੇਨਤੀ ਨਹੀਂ ਮੰਨਦੇ ਤੇ ਸਾਡਾ ਹੁਕਮ ਸਮਝੋ। ਮਹਾਰਾਜ ਆਪ ਬਾਣੀ ਕਹਿੰਦੇ ਖਾਲਸਾ ਮੇਰਾ ਸਤਿਗੁਰ ਪੂਰਾ ਜੀ। ਹਾਂਜੀ ਜੀ। ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਪੰਥ ਦੇ ਮੂਹਰੇ ਹੱਥ ਜੋੜ ਦਿੰਦੇ ਨੇ। ਪੰਥ ਦੀ ਬੜੀ ਵੱਡੀ ਕਿਰਪਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਥ ਤੇ। ਪੰਥ ਤੋਂ ਬਦਾਵਾ ਦੇਣਾ, ਪੰਥ ਨੂੰ ਪਾਸੇ ਹਟਣਾ, ਇਹ ਖਾਲਸੇ ਦਾ ਕੰਮ ਨਹੀਂ। ਹੋਰ ਕੋਈ ਕਰਮ ਕਰੇ ਉਹਦੇ ਤੇ ਕੋਈ ਕਿੰਤੂ ਨਹੀਂ, ਪਰ ਖਾਲਸਾ ਜਿਹੜਾ ਹੈ ਉਹਦੇ ਲਈ ਪੰਥ ਸਭ ਤੋਂ ਸ਼੍ਰੋਮਣੀ ਸ਼੍ਰੇਸ਼ਟ ਹੈ।
ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਰੀਤ ਚਲਾਈ। ਹਜੂਰ ਇਹ ਬੇਨਤੀ ਨੂੰ ਪੰਥ ਦਾ ਹੁਕਮ ਸਮਝ ਕੇ ਮੰਨ ਲੈਂਦੇ ਨੇ। ਅਖੀਰ ਵਿਉਂਤ ਹੁੰਦੀ ਹੈ ਵੀ 3 ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਗੜੀ ਛੱਡਣਗੇ। ਔਰ ਕੁੱਲ ਮਿਲਾ ਕੇ 4 ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ 4 ਦਿਸ਼ਾਵਾਂ ਤੋਂ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ 4 ਦਿਸ਼ਾਵਾਂ ਤੋਂ ਨਿਕਲਦੇ ਨੇ। ਹਜੂਰ ਭਾਈ ਦਇਆ ਸਿੰਘ ਨੂੰ ਕਹਿੰਦੇ ਵੀ ਠੀਕ ਹੈ, ਪਰ ਜਿੱਧਰ ਚਮਕੌਰ ਦੀ ਗੜੀ 'ਚ ਜੰਗ ਹੋਇਆ, ਤਾੜੀ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਹੈ, ਉਸ ਵੱਲ ਨੂੰ ਅਸੀਂ ਜਾਵਾਂਗੇ, ਤੁਸੀਂ ਦੂਜੇ ਤੀਜੇ ਬਾਕੀ ਦਿਸ਼ਾਵਾਂ ਵੱਲ ਜਾਓਗੇ। ਪਿਛਲੇ ਰਸਤੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਗੜੀ 'ਚੋਂ ਨਿਕਲਦੇ ਨੇ, ਸਨਮੁਖ ਗੇਟ ਦੇ ਆ ਕੇ ਸਾਹਮਣੇ ਜਾਂਦੇ ਆ, ਅਤੇ ਜਿੱਥੇ ਤਾੜੀ ਸਾਹਿਬ ਗੁਰਦੁਆਰਾ ਉੱਥੇ ਇੱਕ ਰੁੱਖ ਹੈ ਅੱਜ ਵੀ, ਉਹਦੇ ਸਾਹਮਣੇ ਖਲੋ ਕੇ ਅਤੇ ਤਾੜੀ ਮਾਰ ਕੇ ਕਹਿੰਦੇ ਵੀ ਹਿੰਦ ਦਾ ਪੀਰ ਜਾ ਰਿਹਾ। ਜੇ ਕਿਸੇ ਨੇ ਕਿਸੇ ਦੇ ਮਨ ਦੇ ਵਿੱਚ ਕੋਈ ਸੂਰਮਗਤੀ ਹੈ ਅਤੇ ਜਿਉਂਦੇ ਨੂੰ ਪਕੜਨਾ ਚਾਹੁੰਦਾ, ਮਨ 'ਚ ਖਿਆਲ ਨਾ ਕਰਿਓ ਕਿ ਰਾਤ ਹੈ ਜਾਂ ਦਿਨ ਹੈ ਜਾਂ ਕੋਈ ਇਸ ਤਰ੍ਹਾਂ ਨਿਕਲ ਗਿਆ, ਤੁਹਾਨੂੰ ਦੱਸ ਕੇ ਅਤੇ ਸਾਨੂੰ ਲਲਕਾਰ ਕੇ ਜਾ ਰਿਹਾ। ਜਦੋਂ ਇਹ ਦੁਸ਼ਮਣ ਸੁਣਦੇ ਭੱਜ-ਦੜ ਪੈ ਜਾਂਦੀ ਹੈ। ਹੁਣ ਹਜੂਰ ਸੱਚੇ ਪਾਤਸ਼ਾਹ ਦਾ ਕਿਹੜਾ ਸੂਰਮਾ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਹਮਣੇ ਹੋ ਕੇ ਅਤੇ ਟਾਕਰਾ ਕਰ ਸਕੇ। ਦੁਸ਼ਮਣ ਦੇ ਵਿੱਚ ਖਲਬਲੀ ਮੱਚ ਜਾਂਦੀ ਹੈ, ਕੋਈ ਇਹਨੂੰ ਕੋਈ ਉਹਨੂੰ ਭੱਜਦਾ, ਔਰ ਮਸ਼ਾਲਾਂ ਲੈ ਕੇ ਇੱਕ ਦੂਜੇ ਦਾ ਚਿਹਰਾ ਵੇਖਦੇ ਆ। ਹੁਣ ਜਿਹੜੇ ਗੜੀ 'ਚੋਂ ਸਿੰਘ ਨੇ ਉਹ ਤੀਰ ਲੈ ਕੇ ਉੱਪਰ ਬੈਠੇ ਨੇ, ਜਿੱਥੇ ਮਸ਼ਾਲ ਜਗਦੀ ਹੈ ਉਹ ਮਸ਼ਾਲ ਜਿੱਥੇ ਜਗਦੀ ਹੈ ਉਹਦੇ ਵੱਲ ਨਿਸ਼ਾਨਾ ਲਾਉਂਦੇ ਨੇ, ਮਸ਼ਾਲ ਬੁੱਝ ਜਾਂਦੀ ਹੈ। ਸੋ ਹਜੂਰ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਤੋਂ ਨਿਕਲ ਕੇ ਗੁਲਾਬੇ ਔਰ ਪੰਜਾਬੇ ਦੇ ਘਰ ਵੱਲ ਨੂੰ, ਮਾਛੀਵਾੜੇ ਦੇ ਜੰਗਲ ਵੱਲ ਨੂੰ ਚੱਲ ਜਾਂਦੇ ਨੇ। ਸੋ ਸੱਚੇ ਪਾਤਸ਼ਾਹ ਸਿੰਘਾਂ ਨੂੰ ਕਹਿੰਦੇ ਵੀ ਤਾਰੇ ਦੀ ਸੇਧ 'ਤੇ ਆਉਣਾ, ਅਤੇ ਜਿੱਥੇ ਵੀ ਆਪਣਾ ਤਾਰੇ ਦੀ ਸੇਧ 'ਤੇ ਤੁਰਿਆ ਆਇਓ, ਮੈਂ ਤੁਹਾਨੂੰ ਅੱਗੇ ਜ਼ਰੂਰ ਮਿਲਾਂਗਾ। ਉੱਥੇ ਢਾਬ ਹੈ ਮਾਛੀਵਾੜੇ ਦੀ ਜੰਗਲ ਦੇ, ਜਿੱਥੋਂ ਮਾਛੀਵਾੜੇ ਦਾ ਜੰਗਲ ਉੱਥੇ ਢਾਬ ਸੀ ਪੁਰਾਤਨ, ਉਹਦੇ ਕੰਢੇ 'ਤੇ ਢੀਨ ਦਾ ਸਰਾਣਾ ਲੈ ਕੇ ਹਜੂਰ ਸੱਚੇ ਪਾਤਸ਼ਾਹ ਗੁਰੂ ਗਰੀਬਨਵਾਜ ਉੱਥੇ ਵਿਰਾਜ ਜਾਂਦੇ ਨੇ, ਆਰਾਮ ਕਰਦੇ ਨੇ। ਅਤੇ ਪਿੱਛੋਂ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਉਸ ਜਗ੍ਹਾ 'ਤੇ ਆ ਕੇ ਹਜੂਰ ਨੂੰ ਮਿਲਦੇ ਨੇ। ਸੋ ਅਗਲਾ ਇਤਿਹਾਸ ਮੇਰਾ ਹੈ। ਅਤੇ ਇਹ ਇੱਥੇ ਤੱਕ ਸੱਚੇ ਪਾਤਸ਼ਾਹ ਇਹ ਜਿਹੜਾ ਚਮਕੌਰ ਦੀ ਗੜੀ ਦੀ ਸ਼ਹਾਦਤ ਦਾ ਜਿਹੜਾ ਇਤਿਹਾਸ ਹੈ ਉਹ ਇਸ ਤਰੀਕੇ ਦੇ ਨਾਲ ਇੱਥੇ ਤੱਕ ਇਹ 'ਚ ਪ੍ਰਦੀਪ ਸਿੰਘ ਜੀ ਕੁਛ ਕੁ ਚੀਜ਼ਾਂ ਜਦੋਂ ਤੁਸੀਂ ਦੱਸ ਰਹੇ ਸੀਗੇ ਕੁਛ ਸੋਚਣ ਵਾਲੀਆਂ ਮਿਲਦੀਆਂ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸੱਚੇ ਪਾਤਸ਼ਾਹ ਆਪਣੇ ਬਚਨਾਂ ਦੇ ਬਲੀ ਆ ਜੀ। ਜੋ ਉਹਨਾਂ ਨੇ ਖਾਲਸੇ ਨੂੰ ਬਚਨ ਕਰਤਾ ਬਈ ਜਿਹੜਾ ਵੀ ਅਸੀਂ ਆਪਨ ਕੋ ਮੈਂ ਖਾਲਸੇ ਸੌਂਪਾ ਦਿੱਤੇ ਰੂਪ ਸਤਿਗੁਰੂ ਗੁਰੂ ਗ੍ਰੰਥਾ। ਸੋ ਉਹ ਜਿਹੜਾ ਖਾਲਸੇ ਨੂੰ ਜਿਹੜਾ ਮਹਾਰਾਜ ਨੇ ਤੇਜ ਪਰਦਾ ਆਪਣਾ ਦਿੱਤਾ ਆ, ਉਹ ਇਕੱਲਾ ਗੱਲਾਂ ਬਾਤਾਂ 'ਚ ਨਹੀਂ ਦਿੱਤਾ ਹੈ। ਸੋ ਮਹਾਰਾਜ ਕਹਿੰਦੇ ਆ ਵੀ ਖਾਲਸਾ ਮੇਰਾ ਸਤਿਗੁਰ ਪੂਰਾ, ਵੀ ਆਪਣਾ ਖਾਲਸੇ ਨੂੰ, ਖਾਲਸਾ ਮੇਰੀ ਜਾਤ ਅਤ ਭਰ ਕੇ ਪੁੱਛੇ ਵੀ ਮੇਰੀ ਜਾਤ ਤੇ ਪੱਤ ਕੀ ਆ, ਵੀ ਖਾਲਸਾ ਹੀ ਮੇਰੀ ਜਾਤ ਹੈ ਅਤੇ ਖਾਲਸਾ ਹੀ ਮੇਰੀ ਪੱਤ ਵਾ, ਖਾਲਸਾ ਮੇਰਾ ਸਤਿਗੁਰ ਪੂਰਾ ਆ। ਸੋ ਇਹ ਸਾਰੀ ਬਖਸ਼ਿਸ਼ਾਂ ਜਿਹੜੇ ਵਰ ਦਿੱਤੇ ਆ ਖਾਲਸੇ ਨੂੰ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਜਦ ਤੱਕ ਅਸੀਂ ਰਹਿਤਵਾਨ ਰਹਿੰਦੇ ਹਾਂ ਅਤੇ ਇਕੱਲੇ ਸਾਰੇ ਪੰਥ ਨੂੰ ਨਹੀਂ, ਇਕੱਲੇ ਸਿੱਖ ਦੀ ਮੈਂ ਸਮਝਦਾ ਇਹਦੇ ਵਿੱਚ ਗੱਲ ਆ, ਜਦ ਤੱਕ ਇਕੱਲਾ ਸਿੱਖ ਜਿਹੜਾ ਅੰਮ੍ਰਿਤਧਾਰੀ ਆ, ਪਹਿਲਾਂ ਤਾਂ ਜਿਹੜਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਅੰਮ੍ਰਿਤ ਛਕੇ, ਕਿਉਂਕਿ ਜਦ ਤੱਕ ਅੰਮ੍ਰਿਤ ਨਹੀਂ ਛਕਦਾ ਸਿੱਖ ਤਾਂ ਇਹ ਬਣਦਾ ਜਦ ਗੁਰੂ ਧਾਰਿਆ ਹੋਵੇ। ਜੇਲ੍ਹ ਦਾ ਤੁਸੀਂ ਗੁਰੂ ਨਹੀਂ ਧਾਰਿਆ, ਸਿੱਖ ਕਿਦੋਂ ਤੁਸੀਂ ਘਵਾਲੋਗੇ ਆਪਣੇ ਆਪ ਨੂੰ। ਦੂਜੀ ਗੱਲ ਇਹ ਆ ਬਈ ਤੁਸੀਂ ਸਿੱਖ ਬਣ ਕੇ ਫਿਰ ਰਹਿਤ ਦੇ ਵਿੱਚ ਰਹਿਣਾ ਆ। ਉਹ ਰਹਿਤ ਜਿਹੜੀ ਤੁਹਾਨੂੰ ਪਤਾ ਜੋ ਪੰਜਾਂ ਪੈਰਿਆਂ ਨੇ ਦੱਸੀ ਆ, ਉਹਦੇ ਵਿੱਚ ਪਰਪੱਕ ਰਹੋਗੇ ਤਾਂ ਜਿਹੜਾ ਤੇਜ ਪ੍ਰਤਾਪ ਆ ਮਹਾਰਾਜ ਨੇ ਤੁਹਾਨੂੰ ਦੇਣਾ ਹੀ ਦੇਣਾ ਆ। ਤੁਸੀਂ ਬੱਜਰ ਕਰੈਤਾ ਤੋਂ ਬਚੇ ਹੋ ਆ, ਤੁਸੀਂ ਨਿਤਨੇਮ ਕਰਦੇ ਆ, ਵੀ ਇਹ ਮਹਾਰਾਜ ਦੇ ਵਰ ਹੋਏ ਆ ਕਿ ਮਹਾਰਾਜ ਉਹ ਬਲੀ ਆ ਵੀ ਪੱਥਰ 'ਤੇ ਲਕੀਰ ਉੱਦਾਂ ਹੁੰਦੀ ਉੱਦਾਂ ਮਹਾਰਾਜ ਦੇ ਬਚਨ ਆ। ਜੋ ਉਹਨਾਂ ਨੇ ਮੂੰਹ 'ਚੋਂ ਬਚਨ ਕੱਢਤਾ ਉਹ ਸੱਤ ਹੋਣਾ ਹੀ ਹੋਣਾ ਆ। ਮਹਾਰਾਜ ਨੇ ਬਚਨ ਕਰਤੇ ਆ ਵੀ ਜਿਹੜਾ ਨਿਆਰਾ ਰਹੂਗਾ, ਰਹਿਤਵਾਨ ਰਹੂਗਾ, ਉਹਨੂੰ ਜਿਹੜਾ ਅਸਰ ਹੋਣਾ ਹੀ ਹੋਣਾ ਆ। ਜਿਹਨੇ ਕੋਈ ਗਲਤੀ ਕੀਤੀ ਆ, ਜਿੱਤੋਂ ਗਲਤੀ ਹੋਈ ਆ, ਉਹ ਪੰਜਾਂ ਪੈਰਾਂ ਦੇ ਅੱਗੇ ਭੁੱਲ ਜਾ ਕੇ ਬਖਸ਼ਾ ਸਕਦਾ ਅਤੇ ਆਪਣਾ ਜੀਵਨ ਸੁਧਾਰ ਸਕਦਾ ਆ। ਸੋ ਬੰਦਾ ਹਰੇਕ ਗਲਤੀਆਂ ਦਾ ਪੁਤਲਾ ਆ ਜੀ, ਅਤੇ ਇਹ ਇੱਕ ਵੱਡੀ ਸਿੱਖ ਆ ਜੀ। ਦੂਜੀ ਗੱਲ ਇਹ ਆ ਪ੍ਰਦੀਪ ਸਿੰਘ ਜੀ ਵੀ ਸਾਡੇ ਨਿਆਣੇ ਨੂੰ ਕਿਤੇ ਸੱਟ ਲੱਗ ਜਾਵੇ ਅਤੇ ਮਾਤਾ ਪਿਤਾ ਦਾ ਜੇ ਕਹਿ ਲਓ ਵੀ ਲਹੂ ਸੁੱਕ ਜਾਂਦਾ, ਅਤੇ ਆਪਣੇ ਜਵਾਨ ਪੁੱਤ ਨੂੰ ਇੱਕ ਨੂੰ ਤੋਰਿਆ ਅਤੇ ਦੂਜੇ ਨੂੰ ਵੀ ਤੋਰਿਆ ਆਪਣੇ ਅੱਖਾਂ ਦੇ ਸਾਹਮਣੇ। ਅਤੇ ਉਹ ਮਾਨਸਿਕਤਾ ਜਿਹੜੀ ਇੱਕ ਹੁੰਦੀ ਆ ਮਾਂ ਬਾਪ ਦੀ ਵੀ ਆਪਣੇ ਸਾਹਮਣੇ ਬੱਚੇ ਨੂੰ ਸ਼ਹੀਦ ਹੁੰਦਾ ਦੇਖਣਾ, ਫਿਰ ਇੱਕ ਨੂੰ ਹੋ ਕੇ ਦੂਜੇ ਨੂੰ ਵੀ ਪਤਾ ਵੀ ਉੱਥੇ ਜਾ ਕੇ ਸ਼ਹੀਦੀ ਹੋਣੀ ਆ ਅਤੇ ਉਹਨੂੰ ਚੜ੍ਹਦੀ ਕਲਾ 'ਤੇ ਜਾ ਕੇ ਤਾਰਨਾ। ਅਤੇ ਬਾਕੀ ਤੁਸੀਂ ਜਿਹੜੀ ਗੱਲ ਕਹੀ ਆ ਵੀ ਕਿਸੇ ਨੇ ਪੁੱਛਿਆ ਮਹਾਰਾਜ ਨੂੰ ਵੀ ਤੁਸੀਂ ਆਪ ਹੁਣ ਵਚਨ ਕਰਕੇ ਹਟੇ ਆ ਵੀ ਮਹਾਰਾਜ ਤੁਹਾਨੂੰ ਦਰਦ ਨਹੀਂ ਹੋਇਆ ਤੁਹਾਡੇ ਚੰਗੀ ਸਿੱਧੇ ਹੋਏ, ਅਤੇ ਉਹਨੇ ਕਿਹਾ ਵੀ ਤੇਰੇ ਹੱਥ ਖਸਖਾਸ ਫੜ ਲਏ। ਤੁਸੀਂ ਉਹ ਗੱਲ ਦੱਸੀ ਸੀ ਮੈਨੂੰ ਹੱਥ ਹੀ ਯਾਦ ਆ, ਅਤੇ ਉਹਨੇ ਖਸਖਾਸ ਫੜ ਲਿਆ ਅਤੇ ਹੱਥ ਤਿਣਕਾ ਇਹਨੂੰ ਕਹਿੰਦੇ ਡੇਗ ਦੇ ਜਾਂ ਡੇਗਤਾ, ਕਹਿੰਦੇ ਤੈਨੂੰ ਦੁੱਖ ਹੋਇਆ? ਅਤੇ ਕਹਿੰਦਾ ਨਹੀਂ ਜੀ, ਕਹਿੰਦਾ ਤੈਨੂੰ ਮਾੜਾ ਜਿਹਾ ਵੀ ਹੋਇਆ ਹੋਣਾ, ਮੈਂ ਦਾਸ ਦੇ ਵਿੱਚ ਕਿਰਪਾ ਸੱਚੇ ਪਾਤਸ਼ਾਹ ਦੀ ਐਨੀ ਆ ਉਹ ਵੀ ਹੈ ਨਹੀਂ, ਕਿਉਂਕਿ ਉਹ ਜਿਹੜਾ ਬ੍ਰਹਮ ਰੂਪ ਹਰੇਕ ਵਿੱਚ ਦੇਖਦੇ ਸੀਗੇ। ਬੜੀ ਵੱਡੀ ਅਵਸਥਾ ਆ ਜੀ, ਆਮ ਮਨੁੱਖ ਦੀ ਇਹ ਗੱਲ ਨਹੀਂ ਹੋ ਸਕਦੀ। ਆਪਾਂ ਸਾਰੇ ਪਰਿਵਾਰਾਂ ਵਾਲੇ ਜੀ, ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੇ ਦਿਨ ਚੱਲੇ ਨੇ। ਔਰ ਕਈ ਬੰਦੇ ਕਹਿੰਦੇ ਵੀ ਕਿਸ ਤਰ੍ਹਾਂ ਆਪਾਂ ਦੇਖਦੇ ਹਾਂ ਨਾ, ਕਈ ਬੱਚਿਆਂ ਨੂੰ ਅੱਜ ਕੱਲ੍ਹ ਦੇ ਨੂੰ ਪਤਾ ਨਹੀਂ, ਇਤਿਹਾਸ ਬਾਰੇ ਨਹੀਂ ਪਤਾ, ਔਰ ਇਹ ਮਾਂ ਪਿਓ ਨੇ ਜ਼ਰੂਰੀ ਇਹ ਫਰਜ਼ ਬਣਦਾ ਇਸ ਚੀਜ਼ ਦਾ, ਇਹ ਇਤਿਹਾਸ ਸੁਣਾਉਣਾ। ਔਰ ਇਤਿਹਾਸ ਦੇ ਵਿੱਚ ਕਈ ਗੱਲਾਂ ਹੁੰਦੀਆਂ ਜੀ, ਜਿਵੇਂ ਇੱਕ ਦੋ ਗੱਲਾਂ ਹੁੰਦੀਆਂ, ਕੁਝ ਕੁ ਅੰਸ਼, ਕਿਉਂਕਿ ਇਤਿਹਾਸ ਦੇ ਹਾਲੇ ਉਹ ਨਿਰੀਖਣ ਕਰਨਾ ਬਾਕੀ ਹੈ ਸਾਡੀ ਕੌਮ ਲਈ। ਖੈਰ ਜਦੋਂ ਕੌਮ
ਕਿਸੇ ਲੈਵਲ ਤੇ ਕਦੇ ਇਕੱਠੇ ਬੈਠਾਂਗੇ ਤੇ ਕਰ ਲੈਣਗੇ, ਕੋਈ ਐਸੀ ਗੱਲ ਨਹੀਂ। ਪਰ ਫਿਰ ਵੀ ਜਿੰਨਾ ਵੀ ਲਿਖਿਆ ਗਿਆ, ਕੁਛ ਕਿਸੇ ਦੇ ਕੁਝ ਮਤਭੇਦ ਵੀ ਹੋ ਸਕਦੇ ਆ, ਪਰ ਜੋ ਇਤਿਹਾਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਬੱਚਿਆਂ ਦਾ, ਉਹ ਆਪਣੇ ਬੱਚਿਆਂ ਨੂੰ ਜ਼ਰੂਰ ਬਹਿ ਕੇ ਸੁਣਾਉਣਾ ਚਾਹੀਦਾ। ਪੁਰਾਣੇ ਬਜ਼ੁਰਗ ਜਦੋਂ ਆਹ ਦਿਨਾਂ ਦੇ ਵਿੱਚ ਰਜ਼ਾਈਆਂ ਦੇ ਵਿੱਚ, ਇੰਡੀਆ ਦੇ ਵਿੱਚ ਗੋਦੀਆਂ 'ਚ ਲੈ ਕੇ ਦਾਦੀਆਂ ਸੁਣਾਉਂਦੀਆਂ ਰਹੀਆਂ, ਪਰ ਹੁਣ ਸਮਾਂ ਬੱਚੇ ਵੀ ਉਹਨਾਂ ਟਾਈਮਾਂ ਦੇ ਵਿੱਚ ਬਹਿ ਕੇ ਗੱਲਾਂ ਸੁਣਦੇ ਸਨ, ਹੁਣ ਕਦੇ ਬਜ਼ੁਰਗਾਂ ਕੋਲ ਬਹਿੰਦੇ ਨਹੀਂ। ਪਰ ਜ਼ਰੂਰ ਇਹ ਸਿੱਖਣਾ ਚਾਹੀਦਾ, ਔਰ ਬਜ਼ੁਰਗਾਂ ਵੱਡਿਆਂ ਨੂੰ ਬੇਨਤੀ ਹੈ, ਜਿੰਨਾ ਵੀ ਇਤਿਹਾਸ ਹੈ ਹੁਣ ਤੇ ਅੱਜ ਕੱਲ੍ਹ ਤੇ ਸਮਾਂ ਹੀ ਇਹੋ ਜਿਹਾ, ਯੂਟਿਊਬ ਲਾ ਲਓ, ਕੁਝ ਹੋਰ ਫੇਸਬੁੱਕ 'ਤੇ ਉਹ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ। ਸੋ ਇਤਿਹਾਸਕਾਰਾਂ ਨੂੰ ਪੜ੍ਹਨ ਦੀ ਜਾਂ ਕੋਖਣ ਦੀ ਤਾਂ ਲੋੜ ਬਹੁਤੀ ਵੀ ਨਹੀਂ ਵੀ ਪੈਂਦੀ ਜੇ ਕਿਸੇ ਨੇ ਆਮ ਸੁਣਨਾ ਹੋਵੇ। ਸੋ ਜ਼ਰੂਰ ਇਹ ਕਰਨਾ ਚਾਹੀਦਾ। ਜਦੋਂ ਬੜਾ ਦੁੱਖ ਹੁੰਦਾ, ਜਦੋਂ ਕਿਸੇ ਨੂੰ ਕਿਸੇ ਦਸਤਾਰ ਸਜਾਈ ਹੈ, ਬੜਾ ਸੁੰਦਰ ਸਰੂਪ ਹੈ, ਅਤੇ ਉਹਨੂੰ ਪੁੱਛੀਦਾ ਵੀ ਸਾਹਿਬਜ਼ਾਦਿਆਂ ਦੇ ਨਾਮ, ਅਤੇ ਉਹ ਨਾਮ ਵੀ ਡਿਟੇਲ 'ਚ ਨਹੀਂ ਆਉਂਦੇ। ਹਜ਼ੂਰ ਸੱਚੇ ਪਾਤਸ਼ਾਹ ਦੀ ਐਡੀ ਬੇਅੰਤ ਕੁਰਬਾਨੀ ਹੈ, ਜੋ ਅੱਜ ਦੀ ਹਾਲਾਤ ਕਿਰਤ ਕਾਂਤਾ ਝਲਕਦੀ ਹੈ ਜੀ ਸਾਡੇ ਪੰਥ ਦੇ ਵਿੱਚ। ਦੇਖੋ ਗੱਲ ਇਹ ਹੈ ਨਾ ਜੀ, ਜਿਹੜੇ ਪੁਰਾਣੇ ਸਾਡੇ ਬਜ਼ੁਰਗ ਸੀ, ਉਹ ਕਈ ਇੱਕ ਸੱਜਣ ਨੇ ਆਪਣੇ ਕਮੈਂਟ ਵੀ ਕੀਤਾ ਸੀ ਕਿ ਪੰਜਾਬੀ ਜ਼ੁਬਾਨ ਦੇ ਵਿੱਚ, ਪੰਜਾਬੀ ਤੁਸੀਂ ਇਹ ਚੈਨਲ 'ਤੇ ਵੀ ਲਿਖਣੀ ਚਾਹੀਦੀ ਹੈ। ਉਹਦੇ 'ਤੇ ਇੱਕ ਗੱਲ ਆਉਂਦੀ ਹੈ ਵੀ ਜਦੋਂ ਇਹ 1947 ਦੇ ਵਿੱਚ ਦੇਸ਼ ਬਦਲਿਆ ਗਿਆ, ਸਾਡੇ ਅੰਗਰੇਜ਼ ਦਾ ਰਾਜ ਸੀ, ਚਲਿਆ ਗਿਆ। ਅੰਗਰੇਜ਼ ਦੇ ਰਾਜ ਦੇ ਵਿੱਚ ਪੰਜਾਬੀ ਲਾਗੂ ਨਹੀਂ ਸੀ, ਨਾ ਮਹਾਰਾਜਾ ਰਣਜੀਤ ਸਿੰਘ ਦੇ, ਅਰਬੀ ਫਾਰਸੀ ਲਾਗੂ ਸੀ, ਉਰਦੂ ਭਾਸ਼ਾ ਲਿਖੀ ਜਾਂਦੀ ਸੀ। ਪਰ ਇੱਕੋ ਦਮ 1947 'ਚ ਦੇਸ਼ ਦੀ ਵੰਡ ਹੋ ਗਈ, ਅਤੇ ਪੰਜਾਬ ਦੇ ਵਿੱਚ ਬਿਲਕੁਲ ਹੀ ਸਰਕਾਰੀ ਭਾਸ਼ਾ, ਸਰਕਾਰੀ ਰੂਪ ਦੇ ਵਿੱਚ ਪੰਜਾਬੀ ਵਰਤੀ ਜਾਣ ਲੱਗੀ। ਹੁਣ ਇੱਕੋ ਦਮ ਹੀ ਪੰਜਾਬੀ ਵਰਤੀ ਜਾਣ ਲੱਗੀ। ਕਿਸ ਤਰੀਕੇ ਦੇ ਨਾਲ ਬੰਦਿਆਂ ਨੇ ਆਪਣਿਆਂ ਨੇ ਪੰਜਾਬੀ ਲਿਖਣੀ ਸ਼ੁਰੂ ਕਰ ਦਿੱਤੀ, ਕਿਸ ਤਰ੍ਹਾਂ ਪੜ੍ਹਨੀ ਸ਼ੁਰੂ ਕਰਤੀ, ਜਦ ਕਿ ਸਿਖਾਈ ਨਹੀਂ ਸੀ ਜਾਂਦੀ। ਉਹ ਸਾਡੇ ਬਜ਼ੁਰਗ ਘਰਾਂ 'ਚ ਸਿਖਾਉਂਦੇ ਸਨ, ਘਰੇ ਗੁਰਮੁਖੀ ਪੜ੍ਹਾਉਂਦੇ ਸਨ। ਪਾਠੀ ਸਿੰਘ ਜਿਹੜੇ ਗ੍ਰੰਥੀ ਸਿੰਘ ਸੀ, ਉਹਨਾਂ ਕੋਲ ਆਪਣੇ ਬੱਚੇ ਬਕਾਇਦਾ ਗੁਰਦੁਆਰਾ ਸਾਹਿਬ ਭੇਜਦੇ ਹੁੰਦੇ ਸਨ, ਉੱਥੇ ਬਕਾਇਦਾ ਕਲਾਸਾਂ ਲੱਗਦੀਆਂ ਸਨ। ਹੁਣ ਤਾਂ ਗੁਰਦੁਆਰਾ ਸਾਹਿਬ 'ਚ ਵੀ ਆਪ ਜੀ ਦੇਖ ਲਓ, ਇੱਕ ਪਿੰਡ 'ਚ 5-5 ਗੁਰਦੁਆਰੇ ਉਦੋਂ ਹੁੰਦੇ ਹੀ ਨਹੀਂ ਸੀ, ਫਿਰ ਵੀ ਉਹਦੇ ਬਾਵਜੂਦ ਵੀ ਇਹ ਚੀਜ਼ਾਂ ਦੀ ਕਮੀ ਹੈ। ਸੋ ਸਾਨੂੰ ਇੱਕ ਬਹੁਤ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਗੁਰੂ ਸਾਹਿਬ ਦੀਆਂ ਅਪਾਰ ਬਖਸ਼ਿਸ਼ਾਂ ਨੇ, ਹਜ਼ੂਰ ਸੱਚੇ ਪਾਤਸ਼ਾਹ ਨੇ ਇਹਨਾਂ ਦਿਨਾਂ ਦੇ ਵਿੱਚ ਪੰਥ ਲਈ ਬੇਅੰਤ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਯਾਦ ਰੱਖਣਾ ਚਾਹੀਦਾ। ਸੋ ਇਸ ਤਰੀਕੇ ਨਾਲ ਇਹ ਹਜ਼ੂਰ ਸੱਚੇ ਪਾਤਸ਼ਾਹ ਇੱਥੋਂ ਮਾਛੀਵਾੜੇ ਦੇ ਜੰਗਲ ਵੱਲ ਨੂੰ ਚੱਲ ਜਾਂਦੇ ਨੇ। ਹੁਣ ਦੂਸਰੇ ਪਾਸੇ ਛੋਟੇ ਸਾਹਿਬਜ਼ਾਦਿਆਂ ਦਾ ਆਪਾਂ ਜਿਹੜਾ ਅੱਜ 26 ਤਰੀਕ ਨੂੰ ਜਿਹੜਾ ਸ਼ੁਰੂ ਹੁੰਦਾ ਹੈ ਸਰਹੰਦ ਦੇ ਵਿੱਚ ਸ਼ਹੀਦੀ ਜੋੜ ਮੇਲਾ, 26, 27, 28 ਤਰੀਕ ਨੂੰ ਸ਼ਹੀਦੀ ਦਿਹਾੜਾ, 13 ਪੋਹ ਵਾਲੇ ਦਿਨ ਛੋਟੇ ਸਾਹਿਬਜ਼ਾਦਿਆਂ ਦਾ। ਸੋ ਹੁਣ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਕਿ ਛੋਟੇ ਸਾਹਿਬਜ਼ਾਦੇ ਜਦੋਂ ਸਰਸਾ ਨਦੀ ਤੋਂ, ਇਹਦੇ ਵਿੱਚ ਨਾ ਕੁਝ ਇਤਿਹਾਸਕਾਰਾਂ ਦੇ ਆਪਣੇ ਵਖਰੇਵੇਂ ਹੁੰਦੇ ਆ, ਪਰ ਇਹ ਵਖਰੇਵਿਆਂ ਤੋਂ ਛੱਡ ਕੇ ਸਾਨੂੰ ਉਸ ਚੀਜ਼ ਵੱਲ ਅੱਗੇ ਵਧਣਾ ਚਾਹੀਦਾ, ਸ਼ਹਾਦਤ ਵੱਲ ਵਧਣਾ ਚਾਹੀਦਾ, ਨਾ ਕਿ ਉਹ ਕੋਈ ਵਖਰੇਵਿਆਂ 'ਚ ਖੜ ਕੇ ਉੱਥੇ ਇੱਕ ਦੂਜੇ ਨੂੰ ਵੇਖੀ ਜਾਏ ਵੀ ਉੱਥੇ ਇਸ ਤਰੀਕੇ ਨਾਲ ਲਿਖਿਆ ਗਿਆ, ਉੱਧਰੋਂ ਦੂਜੇ ਨੇ ਲਿਖਿਆ ਗਿਆ। ਵਖਰੇਵੇਂ ਬਹੁਤ ਨੇ, ਆਪਾਂ ਜੇ ਵਖਰੇਵਿਆਂ 'ਚ ਪਾਵਾਂਗੇ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਉਹ ਸ਼ਹਾਦਤ ਵੱਲ ਨੂੰ ਵੱਧ ਨਹੀਂ ਸਕਾਂਗੇ। ਪਰ ਸਾਡੇ ਬਜ਼ੁਰਗ ਉਹਨਾਂ ਤੋਂ ਪਾਸੇ ਰਹਿ ਕੇ ਉਹਨਾਂ ਨੇ ਆਪਣਾ ਅੱਗੇ ਇਤਿਹਾਸ ਇਸ ਕਰਕੇ ਸਿਰਜਿਆ ਕਿਉਂਕਿ ਉਹਨਾਂ ਨੇ ਉਹ ਵਖਰੇਵੇਂ 'ਚ ਨਹੀਂ ਪਏ। ਸੋ ਵਖਰੇਵੇਂ ਨੂੰ ਛੱਡ ਕੇ ਆਪਾਂ ਸ਼ਹਾਦਤਾਂ 'ਤੇ ਗੌਰ ਕਰਨਾ। ਸੋ ਇੱਥੇ ਜਦੋਂ ਸਰਸਾ ਨਦੀ ਜਦੋਂ ਪਾਰ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਵੱਲ ਨੂੰ ਜਾਂਦੇ ਨੇ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਇਤਿਹਾਸਕਾਰਾਂ ਨੇ ਲਿਖਿਆ ਘੋੜੇ 'ਤੇ ਨਾਲ ਸਨ। ਇੱਕ ਅੱਗੇ ਸਾਹਿਬਜ਼ਾਦਾ ਹੈ ਅਤੇ ਛੋਟਾ ਸਾਹਿਬਜ਼ਾਦਾ ਬਾਬੇ ਫਤਿਹ ਸਿੰਘ ਮੋਹਰੇ ਨੇ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਜੋਰਾਵਰ ਸਿੰਘ ਸੀ, ਪਿੱਛੋਂ ਜੱਫੀ ਪਾ ਕੇ ਮਾਤਾ ਜੀ ਨੂੰ ਬੈਠੇ ਨੇ। ਘੋੜੇ ਤੋਂ ਪਾਰ ਕਰਦੇ ਨੇ, ਉੱਥੇ ਦੋ ਤਰ੍ਹਾਂ ਦਾ, ਇੱਕ ਕਹਿੰਦੇ ਨੇ ਵੀ ਕੁੰਮਾ ਮਾਸ਼ਕੀ ਆ, ਉਹਦੇ ਵੱਲ ਚਲੇ ਗਏ, ਉਹਦੀ ਛੱਪਰ ਹੈ, ਉੱਥੇ ਜਾ ਕੇ ਦਰਿਆ ਪਾਰ ਕੀਤਾ ਕਿਉਂਕਿ ਦਰਿਆ ਦਾ ਚੜਾਅ ਬਹੁਤ ਜ਼ਿਆਦਾ ਸੀ ਨਦੀ ਦਾ। ਉੱਥੇ ਕੁੰਮੇ ਮਾਸ਼ਕੀ ਦੀ ਜਗ੍ਹਾ ਵੀ ਹੈ, ਉੱਥੇ ਗੁਰਦੁਆਰਾ ਸਾਹਿਬ ਵੀ ਹੈ, ਉੱਥੇ ਹੁਣ ਪ੍ਰੋਗਰਾਮ ਵੀ ਸੰਗਤ ਨੇ ਵੇਖੇ ਹੋਣਗੇ। ਉੱਥੇ ਛੱਪਰ ਸੀ ਦਰਿਆ ਦੇ ਕੰਢੇ 'ਤੇ, ਉੱਥੇ ਮਾਤਾ ਜੀ ਰੁਕੇ ਆ ਅਤੇ ਉੱਥੇ ਇੱਕ ਲక్ష్ਮੀ ਨਾਂ ਦੀ ਬੀਬੀ ਹੈ, ਉਹਨੇ ਉਸ ਸਮੇਂ ਮਸਰਾਂ ਦੀ ਦਾਲ ਨਾਲ ਸਾਹਿਬਜ਼ਾਦਿਆਂ ਨੂੰ ਕੋਈ ਇੱਕ ਪ੍ਰਸ਼ਾਦਾ ਦੋ ਜੋ ਵੀ ਉਹਨੇ ਸੇਵਾ ਕੀਤੀ। ਰਾਤ ਉੱਥੇ ਟਿਕਾ ਕੀਤਾ। ਉਸ ਤੋਂ ਅੱਗੇ ਪੜਾ ਜਦੋਂ ਤੁਰਦੇ ਨੇ, ਹੁਣ ਸਵੇਰੇ ਉਹ ਪੱਤਣ ਹੈ, ਪੱਤਣ ਤੋਂ ਦਰਿਆ ਪਾਰ ਕਰਨਾ ਹੈ। ਸੁਬਾਹ ਜਦੋਂ ਆਉਂਦੇ ਨੇ ਤਾਂ ਉੱਥੇ ਪੱਤਣ 'ਤੇ ਹੋਰ ਵੀ ਲੋਕ ਪਾਰ ਕਰਨ ਲਈ, ਅਤੇ ਇੱਕ ਉੱਥੇ ਗੰਗੂ ਨਾਂ ਦਾ ਬ੍ਰਾਹਮਣ ਹੈ ਜਿਹੜਾ ਕਿਸੇ ਸਮੇਂ ਅਨੰਦਪੁਰ ਸਾਹਿਬ ਦੇ ਵਿੱਚ ਜਾ ਕੇ ਮਹਾਰਾਜ ਕੋਲ ਕੰਮ ਕਰਦਾ ਰਿਹਾ, ਨੌਕਰੀ ਕਰਦਾ ਰਿਹਾ। ਅਨੰਦਪੁਰ ਸਾਹਿਬ ਹੋਰ ਬੜੀ ਨੌਕਰ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ, ਆਪਾਂ ਕਹਿੰਦੇ ਕਾਲੇ ਖਾਂ ਪਠਾਨ ਦੇ ਕੋਲ 500 ਨੌਕਰ ਮਹਾਰਾਜ ਸੱਚੇ ਪਾਤਸ਼ਾਹ ਹੋਇਆ। ਇਸ ਤਰੀਕੇ ਨਾਲ ਲੰਗਰ ਦਾ ਬੜਾ ਪ੍ਰਬੰਧ ਸੀ, ਫੌਜਾਂ ਦੇ ਲਈ ਲੰਗਰ ਤਿਆਰ ਕੀਤਾ ਜਾਂਦਾ ਸੀ ਉੱਥੇ। ਫਿਰ ਇਸ ਤਰੀਕੇ ਨਾਲ ਰਸੋਈਏ, ਉਹ ਕੋਈ ਨਿੱਜੀ ਰਸੋਈਆਂ ਨਹੀਂ ਸੀ ਮਹਾਰਾਜ ਸੱਚੇ ਪਾਤਸ਼ਾਹ ਦਾ, ਉੱਥੇ ਹੋਰ ਬੜੇ ਕੰਮ ਕਰਨ ਵਾਲੇ ਸੀ ਉੱਥੇ ਤਨਖਾਹਾਂ 'ਤੇ। ਸੋ ਇਹ ਬੜੇ ਲੰਮਾ ਟਾਈਮ ਉੱਥੇ ਤਨਖਾਹ 'ਤੇ ਕੰਮ ਕਰਦਾ ਰਿਹਾ। ਇਹਨੇ ਪਛਾਣ ਲਿਆ, ਨੇ ਆ ਕੇ ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਮੈਂ ਤੁਹਾਨੂੰ ਪਛਾਣ ਲਿਆ, ਮਾਤਾ ਗੁਜਰੀ ਜੀ ਕਹਿੰਦੇ, ਅਤੇ ਆਪ ਜੀ ਦਾ ਮੈਂ ਸਾਰਾ ਮੈਨੂੰ ਪਤਾ ਲੱਗਿਆ। ਮਾਤਾ ਜੀ ਕਿਲ੍ਹਾ ਛੱਡਣਾ ਪਿਆ, ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੂੰ, ਸਿੰਘ ਸ਼ਹੀਦ ਹੋ ਗਏ, ਸਾਰੀ ਵਾਰਤਾ ਦੁੱਖ ਸੌਖੇ ਨੇ ਮਾਤਾ ਜੀ ਨਾਲ ਕੀਤਾ। ਅਤੇ ਮਾਤਾ ਜੀ ਨੇ ਦੱਸਿਆ ਵੀ ਇਸ ਤਰੀਕੇ ਨਾਲ ਦਲ ਪੰਥ ਅੱਗੇ ਲੰਘ ਗਿਆ, ਅਸੀਂ ਪਿੱਛੇ ਰਹਿ ਗਏ ਹਾਂ, ਹੁਣ ਇਹ ਦਰਿਆ ਪਾਰ ਕਰਕੇ ਪਤਾ ਕਰਾਂਗੇ ਕਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗਏ ਆ ਅਤੇ ਨਾਲ ਰਲ ਜਾਂਗੇ। ਇਹਨੇ ਕਿਹਾ ਮਾਤਾ ਜੀ ਹਾਲਾਤ ਬੜੇ ਮਾੜੇ ਨੇ, ਆਪ ਜੀ ਕਿਰਪਾ ਕਰੋ, ਮੇਰਾ ਪਿੰਡ ਲਾਗੇ ਹੀ ਹੈ, ਰੋਪੜ ਤੋਂ ਥੋੜ੍ਹਾ ਗਾਂਹ ਖੇੜੀ ਪਿੰਡ ਹੈ, ਉਸ ਸਮੇਂ ਉਹਦਾ ਨਾਂ ਸਹੇੜੀ ਸੀ, ਇਤਿਹਾਸ ਦੇ ਵਿੱਚ ਲਿਖਿਆ। ਤੁਸੀਂ ਇਸ ਤਰੀਕੇ ਨਾਲ ਕਿਰਪਾ ਕਰੋ, ਕੁਝ ਕੁ ਦਿਨ ਉੱਥੇ ਰੁਕ ਜਾਓ, ਜਦੋਂ ਹਾਲਾਤ ਚੰਗੇ ਹੋਣਗੇ ਫਿਰ ਆਪ ਜੀ ਅੱਗੇ ਵੱਧ ਜਿਓ।
ਫਿਰ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੋਣਗੇ ਉੱਥੇ ਆਪਾਂ ਜਾ ਕੇ ਮਹਾਰਾਜ ਸਾਹਿਬ ਨੂੰ ਮਿਲ ਲਾਂਗੇ। ਮਾਤਾ ਜੀ ਕਹਿੰਦੇ ਵੀ ਠੀਕ ਹੈ, ਗੱਲ ਤੇ ਠੀਕ ਹੈ ਗੰਗੂ, ਚਲੋ ਇਸ ਤਰ੍ਹਾਂ ਕਰਦੇ ਹਾਂ। ਮਾਤਾ ਜੀ ਨਾਲ ਤੁਰ ਪੈਂਦੇ ਨੇ। ਹੁਣ ਇਹਦੇ ਮਨ ਦੇ ਵਿੱਚ ਤੁਰਨ ਦੇ ਸਾਰੀ ਸੱਚੇ ਪਾਤਸ਼ਾਹ ਦੇ ਘਰ ਲਈ ਕੋਈ ਚੰਗੀ ਨੀਅਤ ਨਹੀਂ। ਇਹਦੇ ਮਨ ਦੇ ਵਿੱਚ ਪਹਿਲਾਂ ਹੀ ਭਾਵਨਾ ਲਾਲਚ ਦੀ ਹੈ। ਇਹਨੂੰ ਪਤਾ ਹੈ ਕਿ ਜੋ ਵੀ ਉਸ ਸਮੇਂ ਦਾ ਅਫਵਾਹਾਂ ਨੇ ਆਲੇ ਦੁਆਲੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਇੰਨਾ ਘੇਰਾ ਫੜੇ ਨਹੀਂ ਗਿਆ, ਸਰਕਾਰ ਨੇ ਬੜਾ ਨਾਮ ਰੱਖਿਆ, ਕੋਈ ਕਿਸੇ ਤਰੀਕੇ ਨਾਲ ਕੋਈ ਸੂਧ ਦਿੱਤੀ ਜਾਵੇ ਤੇ ਉਹਨੂੰ ਇਨਾਮ ਦਿੱਤਾ ਜਾਊਗਾ। ਹੁਣ ਇਹਦੇ ਮਨ ਦੇ ਵਿੱਚ ਲਾਲਚ ਹੈ। ਇਹ ਲੈ ਕੇ ਉੱਥੋਂ ਹੀ ਤੁਰਦਾ, ਜਦੋਂ ਅਖੀਰ ਆਪਣੇ ਪਿੰਡ ਸਹੇੜੀ ਪਹੁੰਚ ਜਾਂਦਾ ਹੈ। ਉੱਥੇ ਰਾਤ ਨੂੰ ਮਾਤਾ ਜੀ ਨੂੰ ਜਿਹੜਾ ਖਾਣਾ ਦਿੰਦਾ, ਰੋਟੀ ਦਿੰਦਾ ਰਾਤ ਨੂੰ, ਜਦੋਂ ਮਾਤਾ ਜੀ ਦੇ ਘਰੇ ਪਹੁੰਚ ਜਾਂਦੇ ਨੇ, ਸਾਹਿਬਜ਼ਾਦੇ ਨਾਲ ਹੈ। ਉਹ ਇਤਿਹਾਸਕਾਰਾਂ ਨੇ ਲਿਖਿਆ ਵੀ ਉਹ ਖਾਣਾ ਬੜਾ ਇਹਨੇ ਮਾੜਾ ਦਿੱਤਾ ਹੈ, ਰੁੱਖੀ ਰੋਟੀ ਬਿਲਕੁਲ ਹੀ, ਜਿਵੇਂ ਸਾਹਿਬਜ਼ਾਦੇ ਮਾਤਾ ਜੀ ਨੂੰ ਪੁੱਛਦੇ ਆ, ਇਹ ਐਸੀ ਰੋਟੀ ਕਰ ਲੈ ਆਇਓ ਹਮਰੇ ਕਾਗ ਨਾ ਕੁੱਕਰ ਖਾਇਓ। ਇਹ ਮਾਤਾ ਜੀ ਇਹ ਕਿਸ ਤਰ੍ਹਾਂ ਦਾ ਆਪਣਾ ਪ੍ਰੇਮ ਹੈ ਇਹਨਾਂ ਦਾ, ਇਹ ਇੱਦਾਂ ਦੀ ਰੋਟੀ ਲਿਆਇਆ, ਸਾਡੇ ਦੇ ਕਾਂ ਅਤੇ ਕੁੱਤੇ ਵੀ ਨਹੀਂ ਇਸ ਤਰ੍ਹਾਂ ਦੀ ਰੋਟੀ ਖਾਂਦੇ। ਇਤਿਹਾਸ ਦੇ ਵਿੱਚ ਦਰਜ ਹੈ ਕਿ ਇਹਦੀ ਨੀਅਤ ਠੀਕ ਨਹੀਂ ਲੱਗਦੀ। ਖੈਰ ਉਹ ਸਮਾਂ ਇਹੋ ਜਿਹਾ, ਮਾਤਾ ਜੀ ਕਹਿੰਦੇ ਕੋਈ ਨਹੀਂ ਬੱਚਿਓ, ਅੱਜ ਦਾ ਦਿਨ ਕੱਢੋ, ਕੱਲ੍ਹ ਨੂੰ ਵੇਖਾਂਗੇ ਕੀ ਹੁੰਦਾ। ਰਾਤ ਨੂੰ ਆਉਂਦੇ, ਮਾਤਾ ਜੀ ਕੋਲ ਇੱਕ ਛੋਟੀ ਜੀ ਸੰਦੂਕੜੀ ਹੈ ਜਿਹਦੇ ਵਿੱਚ ਕੁਝ ਕੁ ਮੋਹਰਾਂ ਨੇ ਔਖੇ ਸਮੇਂ ਲਈ ਵਰਤਣ ਲਈ। ਇਹਦੀ ਨੀਅਤ ਖਰਾਬ ਹੁੰਦੀ ਹੈ, ਇਹ ਉਹ ਚੋਰੀ ਕਰ ਲੈਂਦਾ ਰਾਤ ਨੂੰ ਚੋਰੀ ਕਰਕੇ ਅਤੇ ਜ਼ਮੀਨ ਪੱਟ ਕੇ ਧਰਤੀ ਦੇ ਥੱਲੇ ਨੱਪ ਦਿੰਦਾ। ਸੁਬਾਹ ਜਦੋਂ ਹੁੰਦੀ ਹੈ ਤਾਂ ਮਾਤਾ ਜੀ ਕਹਿੰਦੇ ਵੀ ਗੰਗੂ ਤੂੰ ਉਹ, ਕਿਉਂਕਿ ਰਾਤ ਮਾਤਾ ਜੀ ਨੂੰ ਪਤਾ ਲੱਗ ਜਾਂਦਾ, ਮਾਤਾ ਜੀ ਸੁੱਤੇ ਤਾਂ ਹੈ ਨਹੀਂ, ਕੋਈ ਇਹੋ ਜਿਹੀ ਭੀੜ ਦੇ ਵਿੱਚੋਂ ਨਿਕਲ ਕੇ ਆਵੇ, ਛੋਟੇ ਬੱਚੇ ਨਾਲ ਹੋਣ, ਦੁਸ਼ਮਣ ਦਾ ਐਡਾ ਵੱਡਾ ਹਮਲਾ ਹੋਵੇ, ਪੈਰ ਤੇ ਖਤਰਾ, ਕੌਣ ਰਾਤ ਨੂੰ ਨੀਂਦ ਆਵੇਗੀ। ਸੋ ਮਾਤਾ ਜੀ ਦੇਖ ਲੈਂਦੇ ਆ ਪਰ ਕੁਝ ਨਹੀਂ ਕਹਿੰਦੇ। ਸੁਬਾਹ ਆ ਕੇ ਕਹਿੰਦੇ ਵੀ ਗੰਗੂ ਤੈਨੂੰ ਲੋੜ ਸੀ ਮਾਇਆ ਦੀ, ਤੂੰ ਸਾਡੇ ਕੋਲ ਮੰਗ ਕੇ ਲੈਂਦਾ ਸੀ, ਮਾਇਆ ਤੋਂ ਕੀ ਲੈਣਾ ਸਾਡੇ, ਪਰ ਤੂੰ ਇਹ ਜਿਹੜੀ ਮਾੜੀ ਖੋਟਾ ਕੰਮ ਕੀਤਾ ਇਹ ਠੀਕ ਨਹੀਂ। ਇਹ ਬੜਾ ਰੌਲਾ ਪਾਉਂਦਾ ਜੀ, ਇੱਕ ਤਾਂ ਤੁਸੀਂ ਬਾਗੀ ਹੋ, ਬਾਗੀਆਂ ਨੂੰ ਮੈਂ ਆਪਣੇ ਘਰੇ ਪਨਾਹ ਦਿੱਤੀ ਹੈ ਅਤੇ ਉੱਤੋਂ ਤੁਸੀਂ ਮੇਰੇ 'ਤੇ ਸ਼ੱਕ ਕਰਦੇ ਹੋ, ਮੇਰਾ ਤੁਹਾਡੇ ਨਾਲ ਕੀ ਲੈਣਾ ਦੇਣਾ। ਇਹ ਰੌਲਾ ਪਾ ਕੇ ਚੱਲ ਜਾਂਦਾ ਇੱਥੋਂ ਨਿਕਲਦਾ, ਮਰਿੰਡੇ ਚਲਾ ਜਾਂਦਾ। ਮਰਿੰਡੇ ਜਾ ਕੇ ਅਤੇ ਉੱਥੇ ਦੋ ਜਿਹੜੇ ਹੈ ਪਠਾਣਾ, ਉੱਥੇ ਜਿਹੜਾ ਮਰਿੰਡਾ ਸ਼ਹਿਰ ਹੈ ਉੱਥੋਂ ਦੇ ਦੋ ਥਾਣੇਦਾਰ ਨੇ, ਇਹ ਉਹਨਾਂ ਕੋਲ ਜਾ ਕੇ ਸ਼ਿਕਾਇਤ ਕਰਦਾ ਕਿ ਇਸ ਤਰੀਕੇ ਦੇ ਨਾਲ ਦੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਫਰਜ਼ੰਦ ਸਾਹਿਬਜ਼ਾਦੇ ਔਰ ਉਹਨਾਂ ਦੇ ਮਾਤਾ ਜੀ ਮੇਰੇ ਘਰ ਨੇ। ਉਹ ਜਿਹੜੇ ਨੇ ਉਹ ਪਹਿਲੋਂ ਮਰਿੰਡੇ ਦਾ ਨਾਮ ਬਾਗਾਂ ਵਾਲੀ, ਭਾਈ ਰਤਨ ਸਿੰਘ ਪੰਗੂ ਸਾਹਿਬ ਨੇ ਲਿਖਿਆ, ਬਾਗਾਂ ਵਾਲੀ ਮਰਿੰਡੇ ਦਾ ਨਾਮ ਸੀ। ਠੀਕ ਹੈ ਜੀ। ਉੱਥੋਂ ਦੇ ਜਾਨੀ ਖਾਂ ਅਤੇ ਮਾਨੀ ਖਾਂ ਜਿਹੜੇ ਹੈ ਰੰਘੜ ਹੈ, ਇਹਨਾਂ ਨੂੰ ਜਦੋਂ ਇਹ ਪਤਾ ਲੱਗਦਾ ਇਹ ਬੜੇ ਲਾਲਚੀ ਨੇ, ਇਹਨਾਂ ਨੇ ਕਿਹਾ ਇਹ ਤਾਂ ਬੜੀ ਗੱਲ ਬਣੀ ਹੈ ਅਤੇ ਇਹ ਜ਼ਰੂਰ ਆਪਾਂ ਨੂੰ ਉੱਥੋਂ ਜਾ ਕੇ ਗ੍ਰਿਫਤਾਰੀ ਕਰਨੀ ਚਾਹੀਦੀ ਹੈ। ਸੋ ਇਹ ਫੌਜ ਮਰਿੰਡੇ ਤੋਂ ਪਹੁੰਚਦੀ ਹੈ, ਸਿਪਾਹੀ ਨਾਲ ਲੈ ਕੇ, ਅਤੇ ਘਰੋਂ ਆ ਕੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ। ਉੱਥੋਂ ਵੱਖਰੀ ਰਾਏ ਹੈ। ਕੋਈ ਕਹਿੰਦਾ ਕਿਸੇ ਤਰੀਕੇ ਦੇ ਨਾਲ, ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਇਹ ਬੱਚਿਆਂ ਨੂੰ ਬੜੀ ਬੇਰਹਿਮੀ ਦੇ ਨਾਲ ਨੂੜਿਆ ਗਿਆ, ਹੱਥ ਪੈਰ ਬੰਨ੍ਹ ਕੇ ਬੋਰੀਆਂ 'ਚ ਵੀ ਪਾਇਆ ਗਿਆ, ਕਿਸੇ ਨੇ ਕਿਹਾ ਗੱਡੇ 'ਤੇ ਲੈ ਕੇ ਗਏ। ਸੋ ਭਾਵ ਕਿ ਕਿਸੇ ਤਰੀਕੇ ਦੇ ਨਾਲ ਇਹ ਤਸੀਹੇ ਦਿੰਦੇ ਆ ਔਰ ਭੁੱਖਣ ਪਾਣੇ ਬੱਚਿਆਂ ਨੂੰ ਇਸ ਗੰਗੂ ਦੇ ਘਰੋਂ ਮਰਿੰਡੇ ਲੈ ਕੇ ਗਏ। ਉੱਥੇ ਇੱਕ ਰਾਤ ਮਰਿੰਡੇ ਉਸ ਥਾਣੇ ਦੇ ਵਿੱਚ ਰੱਖਿਆ ਗਿਆ, ਜਿੱਥੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਇਤਿਹਾਸ ਦੇ ਵਿੱਚ ਅੱਜ ਵੀ। ਉੱਥੇ ਜਦੋਂ ਇਹ ਸਭਾ ਦਾ ਜਦੋਂ ਚੱਲਦਾ ਜੋੜ ਮੇਲਾ ਅਤੇ ਉੱਥੇ ਪ੍ਰੋਗਰਾਮ ਸਮਾਗਮ ਹੁੰਦੇ ਨੇ। ਸੋ ਇਹ ਜਾਨੀ ਖਾਂ ਅਤੇ ਮਾਨੀ ਖਾਂ ਜਿਹੜੇ ਹੈ ਥਾਣੇਦਾਰ, ਇਹ ਉੱਥੇ ਰੱਖਦੇ ਨੇ ਰਾਤ, ਇੱਕ ਰਾਤ ਪੂਰੀ ਉੱਥੇ ਮਰਿੰਡੇ ਥਾਣੇ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਰੱਖਿਆ ਜਾਂਦਾ। ਅਗਲੀ ਸੁਬਾਹ ਇਹ ਜਾਨੀ ਖਾਂ ਇੱਕ ਉੱਥੇ ਰਹਿੰਦਾ ਹੈ, ਦੂਜਾ ਜਾ ਕੇ ਵਜੀਦ ਖਾਂ ਨੂੰ ਖਬਰ ਭੇਜਦਾ। ਇਹ 8 ਤਰੀਕ ਨੂੰ ਜਿਹੜੀ ਜੰਗ ਹੋਈ, 8 ਪੋਹ ਨੂੰ, ਇਹ ਵਜੀਦ ਖਾਂ ਉੱਥੋਂ ਵਾਪਸ ਮੁੜਿਆ 9 ਨੂੰ। ਇਹ ਆਇਆ ਅਤੇ ਇਹਦੇ ਹੱਥੋਂ ਨਾਕਾਮੀ ਹਾਸਲ ਹੋਈ ਹੈ, ਕੋਈ ਸਿੰਘ ਇਹਦੇ ਹੱਥ ਨਹੀਂ ਲੱਗਿਆ। 9 ਤਰੀਕ ਨੂੰ ਉੱਥੇ ਅਗਲੇ ਦਿਨ ਜਦੋਂ ਗੁਰੂ ਸਾਹਿਬ ਰਾਤ ਨੂੰ ਨਿਕਲ ਗਏ, ਅਗਲੇ ਦਿਨ ਬੜਾ ਭਾਰੀ ਜੰਗ ਹੋਇਆ। ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ, ਇਹਨਾਂ ਨੇ ਬੜਾ ਭਾਰੀ ਜੰਗ ਕੀਤਾ। ਉਹ ਜੰਗ ਤੋਂ ਬਾਅਦ ਇਹ ਸਾਰਾ ਕੁਝ ਵੇਖ ਕੇ ਵੀ ਹੁਣ ਤਾਂ ਕੁਝ ਰਿਹਾ ਹੀ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਹੱਥ ਨਹੀਂ ਲੱਗੇ, ਰਾਤੋਂ ਰਾਤ ਨਿਕਲ ਗਏ ਨੇ। ਇਹ ਬੜਾ ਨਾਕਾਮ ਹੋ ਕੇ ਵਾਪਸ ਮੁੜਿਆ, ਬੜਾ ਨਿਰਾਸ਼ ਹੈ। ਜਦੋਂ ਇਹਨੂੰ ਖਬਰ ਮਿਲਦੀ ਹੈ, ਇਹਨਾਂ 'ਚੋਂ ਇੱਕ ਜਾਂਦਾ ਮਾਨੀ ਖਾਂ, ਜਾਨੀ ਖਾਂ ਚੋਂ, ਇਹ ਜਾ ਕੇ ਦੱਸਦਾ ਵੀ ਆਪ ਜੀ ਲਈ ਖੁਸ਼ਖਬਰੀ। ਉਹਨੇ ਖੁਸ਼ਖਬਰੀ ਕਿਹੜੀ? ਉਹਨੇ ਕਿਹਾ ਨਵਾਬ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦੇ 2 ਪੁੱਤਰ ਸਾਡੇ ਹੱਥ ਲੱਗੇ ਨੇ, ਇੱਕ ਮਾਤਾ ਉਹ ਵੀ ਸਾਡੇ ਹੱਥ ਲੱਗੀ ਹੈ, ਅਤੇ ਗ੍ਰਿਫਤਾਰ ਕਰਕੇ ਮਰਿੰਡੇ ਥਾਣੇ ਦੇ ਵਿੱਚ ਮੈਂ ਬੰਦ ਕੀਤਾ ਆ। ਬੜਾ ਖੁਸ਼ ਹੁੰਦਾ ਵਜੀਦ ਖਾਂ ਵੀ, ਚਲੋ ਸ਼ੁਕਰ ਹੈ ਇਹ ਪੂਰੀ ਜੰਗ ਦੇ ਵਿੱਚ ਕੋਈ ਇੱਕ ਵੀ ਬੰਦਾ ਸਾਡੇ ਕੋਲ ਜਿਉਂਦਾ ਹੱਥ ਨਹੀਂ ਆਇਆ। ਇਹ ਬੜੀ ਵੱਡੀ ਖਬਰ ਆਈ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹੀ ਸਾਡੇ ਹੱਥ ਲੱਗ ਗਏ। ਇਹਨੇ ਕਿਹਾ ਇਸ ਤਰੀਕੇ ਨਾਲ ਲੈ ਕੇ ਆਓ ਉਹਨਾਂ ਨੂੰ। ਉਸ ਦਿਨ ਫਿਰ ਉੱਥੋਂ ਫੌਜ ਭੇਜ ਕੇ ਸਰਹੰਦ ਤੋਂ ਮਰਿੰਡੇ, ਅਤੇ ਇਹ ਛੋਟੇ ਬੱਚਿਆਂ ਨੂੰ ਉੱਥੋਂ ਅਰੈਸਟ ਕਰਕੇ ਫੌਜ, ਉੱਥੇ ਇਤਿਹਾਸਕਾਰਾਂ ਲਿਖਿਆ ਵੀ ਇਹ ਹੱਥ ਕੜੀਆਂ, ਛੋਟੇ ਜਿਹੇ ਹੱਥਾਂ 'ਤੇ ਹੱਥਕੜੀਆਂ ਲਾਈਆਂ ਇਹਨਾਂ ਨੇ ਬੜੇ ਜ਼ੋਰ ਦੇ ਨਾਲ, ਅਤੇ ਖੂਨ ਵੀ ਸਾਹਿਬਜ਼ਾਦਿਆਂ ਦੇ ਉੱਥੋਂ ਨਿਕਲ ਆਇਆ ਹੱਥਾਂ 'ਚੋਂ, ਕਿਉਂਕਿ ਨਰਮ ਹੱਥ ਬੱਚੇ ਦੇ ਹੁੰਦੇ ਆ। ਸੋ ਇਸ ਤਰੀਕੇ ਨਾਲ ਇਹ ਫੌਜ ਲੈ ਕੇ ਆਉਂਦੀ ਅਤੇ ਇਹਨੂੰ ਪੁੱਛਦੇ ਵੀ ਹੁਣ ਕੀ ਕਰੀਏ। ਇਹਨੇ ਕਿਹਾ ਇਹਨਾਂ ਨੂੰ ਜਿਹੜੇ 4 ਬੁੰਗੇ ਨੇ, ਜਿਹੜੇ ਕਿਲ੍ਹਾ ਇਹਦਾ ਉਹਦੇ 4 ਬੁਰਜ ਨੇ,
ਜਿਹਨੂੰ ਠੰਡਾ ਬੁਰਜ ਵੱਡਾ ਉੱਪਰ ਹੁੰਦਾ, ਇਹ ਉਹਦੇ 'ਚੋਂ ਇੱਕ ਬੁਰਜ ਆ, ਉਹਦੇ ਨਾਲ ਠੰਡਾ ਪਾਣੀ ਰੱਖਿਆ ਹੈ, ਪਾਣੀ ਵਗਦਾ ਹੈ। ਤੋ ਪਾਣੀ ਦੇ ਨਾਲ ਠੰਡੀ ਹਵਾ ਵੱਜਦੀ ਹੈ ਅਤੇ ਉਹ ਬੁਰਜ ਉੱਪਰੋਂ ਖੁੱਲ੍ਹਾ ਹੈ, ਉਹਨੂੰ ਵਾਧਰੇ ਨੂੰ ਵਧਾ ਕੇ ਰੱਖਿਆ ਹੋਇਆ ਪਾਣੀ ਵੱਲ ਨੂੰ ਉੱਪਰਲੇ ਪਾਸਿਓਂ, ਵੀ ਤਾਂ ਜੋ ਠੰਡੀ ਹਵਾ ਉਸ ਪਾਣੀ ਨਾਲ ਛੂਹ ਕੇ ਉੱਪਰ ਲੱਗੇ। ਤੋ ਸਿਆਲਾਂ 'ਚ ਅਤੇ ਉੱਥੇ ਗਰਮੀਆਂ 'ਚ ਵੀ ਬਹਿੰਦੇ ਨੇ ਜਿਹੜੇ, ਉਹਨਾਂ ਨੂੰ ਵੀ ਠੰਡ ਲੱਗਣ ਲੱਗ ਪੈਂਦੀ ਹੈ। ਸੋ ਇੰਨੀ ਠੰਡੀ ਹਵਾ ਚੱਲਦੀ ਹੈ। ਅੱਜ ਵੀ ਜੇ ਤੁਸੀਂ ਉਸ ਸਰਹੰਦ ਨੂੰ ਜਾਓ ਜਾਂ ਫਤਿਹਗੜ੍ਹ ਸਾਹਿਬ, ਉਹ ਬੁਰਜ ਦੇ ਵਿੱਚ ਵੇਖੋਗੇ ਤਾਂ ਬੁਰਜ ਦੇ ਪਿੱਛੇ ਬੜੀ ਖੁੱਲ੍ਹੀ ਜਗ੍ਹਾ, ਉੱਧਰੋਂ ਹਵਾ ਸਿੱਧੀ ਉਹ ਬੁਰਜ ਵੱਲ ਨੂੰ ਆਉਂਦੀ ਹੈ। ਸੋ ਉਸ ਸਮੇਂ ਕਿਲ੍ਹਾ ਸੀ, ਹੁਣ ਤਾਂ ਉੱਥੇ ਕੁਝ ਰਿਹਾ ਨਹੀਂ। ਸੋ ਆਪਣੇ ਬਜ਼ੁਰਗ ਪੁਰਾਣੇ ਜਿਹੜੀ ਸੰਗਤ ਜਾਂਦੀ ਸੀ, ਇਤਿਹਾਸਕਾਰਾਂ ਨੇ ਲਿਖਿਆ ਵੀ ਉਹ 4 ਇੱਟਾਂ ਉਸ ਸਰਹੰਦ ਦੀਆਂ ਤੋੜ ਕੇ ਆਉਂਦੇ ਸਨ। ਜਿਹੜਾ ਵੀ ਸਿੰਘ ਜਦੋਂ ਵੀ ਜਾਂਦਾ ਸੀ 18ਵੀਂ ਸਦੀ ਤੋਂ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਿਹਨੇ ਸਰਹੰਦ ਜਾਣਾ, ਉੱਥੋਂ ਪੁਰਾਣੀਆਂ ਇੱਟਾਂ 4 ਚੁੱਕਣੀਆਂ, ਉਹ ਤੋੜ ਕੇ, ਅਤੇ ਹੁਣ ਸਾਰਾ ਕੁਝ ਹੀ ਉਹ ਮਲੀਆ ਮੇਟ ਹੋ ਗਿਆ। ਅਤੇ ਬਹੁਤੀਆਂ ਇੱਟਾਂ ਉਹ ਜਿਹੜੀ ਬਣੀ ਆ ਰੇਲਵੇ ਲਾਈਨ, ਉਹਦੇ ਥੱਲੇ ਪਾਈ ਹੈ। ਸੋ ਇਸ ਤਰੀਕੇ ਨਾਲ ਇਹ ਸਰਹੰਦ ਦੀ ਇੱਟ ਨਾਲ ਇੱਟ ਸਿੰਘਾਂ ਨੇ ਅਖੀਰ ਤੱਕ ਖੜਕਾਉਂਦੇ ਰਹੇ। ਖੈਰ ਫਤਿਹਗੜ੍ਹ ਸਾਹਿਬ ਹੁਣ ਸ਼ਹਿਰ ਵਸ ਚੁੱਕਾ ਹੈ। ਉਸ ਸਮੇਂ ਉਹ ਕਿਲ੍ਹੇ ਦੀ ਇੱਕ ਬੁਰਜੀ ਸੀ, ਵੱਡਾ ਬੁਰਜ ਸੀ, ਉੱਥੇ ਸਾਹਿਬਜ਼ਾਦਿਆਂ ਨੂੰ ਰਾਤ ਨੂੰ ਰੱਖਿਆ ਗਿਆ। ਇਹਨੇ ਕਿਹਾ ਅੱਜ ਨਹੀਂ, ਅੱਜ ਸਭਾ ਨਹੀਂ ਲੱਗੂਗੀ, ਮੈਂ ਥੱਕਿਆ, ਕੱਲ੍ਹ ਵੀ ਨਹੀਂ ਲੱਗੂਗੀ, ਪਰਸੋਂ ਜਾ ਕੇ ਇੱਕ ਦਿਨ ਰਾਤ ਰਹੇ ਆ, ਜਿਸ ਦਿਨ ਲੈ ਕੇ ਆਏ ਆ, ਤਾਂ ਅਗਲੇ ਦਿਨ ਜਾ ਕੇ ਸਾਹਿਬਜ਼ਾਦਿਆਂ ਨੂੰ ਕਚਹਿਰੀ 'ਚ ਪੇਸ਼ ਕੀਤਾ ਜਾਂਦਾ। ਅਤੇ ਇਤਿਹਾਸਕਾਰ ਲਿਖਦੇ ਜਦੋਂ ਕਚਹਿਰੀ 'ਚ ਸਾਹਿਬਜ਼ਾਦੇ ਆਏ ਆ, ਨੱਕ 'ਤੇ ਜਿਹੜੀ ਠੋਡੀ ਹੈ ਔਰ ਕੰਨ ਹੱਥ ਇਹ ਨੀਲੇ ਹੋ ਚੁੱਕੇ ਆ, ਇੰਨੀ ਠੰਡ ਹੈ। ਕਿਉਂਕਿ ਉਸ ਵੇਲੇ ਕੱਪੜਾ ਕੋਈ ਕੋਲ ਨਹੀਂ, ਮਾਤਾ ਜੀ ਦੇ ਕੋਲ ਕੋਈ ਕੱਪੜਾ ਨਹੀਂ। ਰਾਤ ਨੂੰ ਮਾਤਾ ਜੀ ਹੱਥ ਦੇ ਨਾਲ ਹੀ ਬੱਚਿਆਂ ਦੇ ਪੈਰ, ਕਦੇ ਠੰਡੇ ਗਰਮ ਪੈਰ ਹੈ ਉਹਦੇ ਨਾਲ ਸੇਕ ਦਿੰਦੇ ਆ, ਕਦੇ ਮੂੰਹ ਦੇ ਨਾਲ, ਕਦੇ ਹੱਥ ਦੇ ਨਾਲ ਮਾਤਾ ਗੁਜਰੀ ਜੀ ਇਸ ਤਰ੍ਹਾਂ ਰਾਤ ਕੱਢੀ। ਅਗਲੇ ਦਿਨ ਸਵੇਰੇ ਵਜੀਦ ਖਾਂ ਦੀ ਕਚਹਿਰੀ ਦੇ ਵਿੱਚ ਸਿਪਾਹੀ ਆ ਜਾਂਦੇ ਆ ਬੁਰਜ ਦੇ ਵਿੱਚ, ਅਤੇ ਮਾਤਾ ਜੀ ਨੂੰ ਕਹਿੰਦੇ ਵੀ ਇਹ ਬੱਚਿਆਂ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਇਹ ਕਚਹਿਰੀ 'ਚ ਪੇਸ਼ ਕਰਨਾ। ਅਤੇ ਮਾਤਾ ਜੀ ਕਹਿੰਦੇ ਵੀ ਤਿਆਰੀ ਅਸੀਂ, ਹੁਣ ਸਹਿਜ ਸੁਭਾਅ ਹੁੰਦਾ ਨਾ ਵੀ ਨਾਲ ਜਦੋਂ ਤਿੰਨਾਂ ਨੂੰ ਅਰੈਸਟ ਕੀਤਾ, ਤਿੰਨੇ ਜਾਣਗੇ, ਤਾਂ ਉਹਨਾਂ ਨਹੀਂ ਜੀ ਮਾਤਾ ਜੀ ਤੁਸੀਂ ਨਹੀਂ, ਛੋਟੇ ਸਾਹਿਬਜ਼ਾਦਿਆਂ ਨੂੰ ਕੇਵਲ ਪੇਸ਼ ਕੀਤਾ ਜਾਊਗਾ। ਹੁਣ ਇਹ ਕਿੱਡਾ ਦੇਖੋ ਬੱਚੇ ਹੈ, ਉਹ ਡਰ ਵੀ ਸਕਦੇ ਆ, ਕੁਝ ਵੀ ਹੋ ਸਕਦਾ ਹੈ, ਪਰ ਕਿੱਡੀ ਕਿਰਪਾ ਉਹਨਾਂ ਦੀ ਸੱਚੇ ਪਾਤਸ਼ਾਹ ਦੇ। ਬਾਬੇ ਉਹਨਾਂ ਨੂੰ ਐਵੇਂ ਨਹੀਂ ਕਿਹਾ ਗਿਆ ਬਾਬੇ ਜ਼ੋਰਾਵਰ ਸਿੰਘ, ਬਾਬੇ ਫਤਿਹ ਸਿੰਘ, ਉਹਨਾਂ ਦੇ ਕਾਰਨਾਮੇ ਬਾਬੇ ਜ਼ੋਰਾਵਰ ਸਿੰਘ ਉਹਨਾਂ ਦੇ ਬਾਬਿਆਂ ਵਾਲੇ। ਹੁਣ ਉੱਥੇ ਕਈ ਕਹਿੰਦੇ ਨੇ ਮਾਤਾ ਜੀ ਹਾਂ ਜ਼ਰੂਰ ਉਹ ਤਾਂ ਇਤਿਹਾਸ ਦੀਆਂ ਗੱਲਾਂ ਸੁਣਾਈਆਂ ਹੋਣਗੀਆਂ, ਪਰ ਜਾ ਕੇ ਉੱਥੇ ਕੀ ਬੋਲਣਾ, ਅੱਗੇ ਉਹਨਾਂ ਨੇ ਕੀ ਪੁੱਛਣਾ, ਇਹ ਤਾਂ ਸਵਾਲ ਬਾਬੇ ਫਤਿਹ ਸਿੰਘ ਤੇ ਬਾਬੇ ਜ਼ੋਰਾਵਰ ਸਿੰਘ ਨਹੀਂ ਬਣਾਉਂਦੇ ਆ, ਉਹਨਾਂ ਦੇ ਆਨਸਰ ਉੱਤਰ ਬਾਬੇ ਜ਼ੋਰਾਵਰ ਸਿੰਘ ਜੀ, ਬਾਬੇ ਫਤਿਹ ਸਿੰਘ ਉੱਥੇ ਦੇਣਗੇ। ਸੋ ਮਾਤਾ ਜੀ ਕਹਿੰਦੇ ਆ ਜਾਣ ਲੱਗਿਆਂ ਨੂੰ ਵੀ ਇੱਕ ਗੱਲ ਦਾ ਧਿਆਨ ਰੱਖਣਾ ਪੁੱਤਰੋ, ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਪੋਤੇ ਜੇ, ਅਤੇ ਇਹ ਜਿਹੜੀਆਂ ਸਲਤਨਤਾਂ, ਇਹ ਹਕੂਮਤਾਂ ਹੈ, ਇਹ ਪਹਿਲੋਂ ਹੀ ਬੜਾ ਜ਼ੋਰ ਲਾਉਂਦੀਆਂ ਰਹੀਆਂ। ਸੋ ਤੁਹਾਡੇ ਬਜ਼ੁਰਗ ਜਿਹੜੀਆਂ ਰਾਤ ਗੱਲਾਂ ਦੱਸੀਆਂ ਸੀ ਵੀ ਡਿੱਗੇ ਨਹੀਂ, ਡੋਲੇ ਨਹੀਂ, ਇਹ ਸਮਾਂ ਆਉਂਦਾ ਰਹਿੰਦਾ ਹੈ। ਬੱਚਿਆਂ ਨੂੰ ਵੀ ਪਤਾ ਜੀ, ਪੜਦਾਦਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੋਏ ਆ, ਤੇ ਦਾਦਾ ਜੀ ਹੋਏ ਮਹਾਰਾਜ ਹਰਗੋਬਿੰਦ ਸਾਹਿਬ ਜੀ, ਤੇ ਪਿਤਾ ਜੀ ਦਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸੋ ਉਹ ਸਾਰੀ ਜਿਹੜੀ ਹੈ ਬੱਚਿਆਂ ਨੂੰ ਆਪਣਾ ਇਤਿਹਾਸ ਪਤਾ ਹੈ। ਉਹ ਅੱਜ ਆਪਾਂ ਕਿਉਂ ਕਹਿੰਦੇ ਹਾਂ ਵੀ ਇਤਿਹਾਸ 'ਤੇ ਜਾਣੂ ਹੋਣਾ ਚਾਹੀਦਾ। ਕਦੇ ਸਮਾਂ ਆ ਜੇ ਮਨੁੱਖ ਆਪਣੇ ਫੈਸਲੇ ਇਤਿਹਾਸ ਤੋਂ ਕਰਦਾ ਹੈ, ਜਿਸ ਨੂੰ ਇਤਿਹਾਸ ਦਾ ਨਹੀਂ ਪਤਾ ਉਹਨੂੰ ਕੀ ਪਤਾ ਮੈਂ ਕਿੱਧਰ ਨੂੰ ਜਾਣਾ। ਜੇ ਕੋਈ ਤੁਹਾਡੇ 'ਤੇ ਕੋਈ ਇਹੋ ਜਿਹਾ ਸਮਾਂ ਆ ਜੇ ਸਾਨੂੰ ਆਪਣੇ ਇਤਿਹਾਸ ਦਾ ਪਤਾ ਹੀ ਨਾ ਹੋਵੇ, ਤੇ ਸਾਡੇ ਕੋਲੋਂ ਫੈਸਲਾ ਲੈਣਾ ਮੁਸ਼ਕਿਲ ਹੋ ਜਾਂਦਾ। ਅਸੀਂ ਨਾ ਇਹ ਪ੍ਰੋਗਰਾਮ, ਇਹ ਇਤਿਹਾਸ ਦੀ ਗੱਲਾਂ ਵੀ ਇਸ ਪ੍ਰੋਗਰਾਮ ਵਿੱਚ ਆਪਾਂ ਤਾਂ ਕਰ ਰਹੇ ਹਾਂ ਕਿਉਂਕਿ ਗਾਹਾਂ ਜਾ ਕੇ ਅਸੀਂ ਪੰਥਕ ਮਸਲਿਆਂ ਦੀ ਗੱਲਾਂ ਕਰਨੀਆਂ ਆ, ਅਤੇ ਜਿਹੜੇ ਮਸਲਿਆਂ ਨੂੰ ਆਪਾਂ ਤਾਂ ਹੀ ਸੁਲਝਾ ਸਕਦੇ ਹਾਂ ਜੇ ਆਪਣੇ ਇਤਿਹਾਸ ਤੋਂ, ਜਿਹੜਾ ਸਾਡਾ ਸੂਰਜਮਈ ਇਤਿਹਾਸ ਆ, ਉਹ ਤੋਂ ਜੇ ਆਪਾਂ ਸੇਧ ਲੈ ਸਕੀਏ। ਸੋ ਇਹ ਜਿਹੜਾ ਢੁਕਵਾਂ ਟੌਪਿਕ ਅਸੀਂ ਤਾਂ ਹੀ ਰੱਖਿਆ ਆ ਕਿਉਂਕਿ ਪੰਥਕ ਮਸਲਿਆਂ ਨਾਲ ਜੁੜਿਆ ਆ। ਅਤੇ ਮੈਂ ਪ੍ਰਦੀਪ ਸਿੰਘ ਤੁਹਾਡੀ ਲੜੀ ਬਹੁਤ ਸੋਹਣੀ ਚੱਲ ਰਹੀ ਹੈ, ਇਹ ਰਹੋ ਵਿਚਾਰ ਉੱਤੇ ਰੱਖੀਏ। ਅਤੇ ਹੁਣ ਜਿਹੜੇ ਬੱਚਿਆਂ ਦੀ ਪੇਸ਼ੀ ਹੁੰਦੀ ਹੈ ਜੀ, ਹੁਣ ਬੱਚਿਆਂ ਦੀ ਜਦੋਂ ਪੇਸ਼ੀ ਹੋਣੀ ਹੈ, ਹੁਣ ਉਹ ਸਿਪਾਹੀ ਨਾਲ ਲੈ ਕੇ ਜਾਂਦੇ ਆ, ਕਚਹਿਰੀ ਹੈ ਕਿਲ੍ਹੇ ਦੇ ਅੰਦਰ ਜਾ ਕੇ। ਪਹਿਲਾਂ ਕਿਲ੍ਹੇ ਦਾ ਦਰਵਾਜ਼ਾ ਹੁੰਦਾ, ਵੱਡਾ ਦਰਵਾਜ਼ਾ ਹੁੰਦਾ ਹੈ, ਉਸ ਤੋਂ ਬਾਅਦ ਕਚਹਿਰੀ ਦਾ ਇੱਕ ਛੋਟਾ ਦਰਵਾਜ਼ਾ ਹੈ। ਉਹ ਵੱਡਾ ਜਿਹੜਾ ਕਚਹਿਰੀ ਦਾ ਮੇਨ ਦਰਵਾਜ਼ਾ ਉਹਨੂੰ ਬੰਦ ਕੀਤਾ ਜਾਂਦਾ, ਅਤੇ ਇੱਕ ਬਾਰੀ ਛੋਟੀ ਜਿਹੀ ਖੋਲ੍ਹੀ ਜਾਂਦੀ ਹੈ। ਹੁਣ ਉਹ ਸਿਪਾਹੀ ਜਿਹੜੇ ਆ ਬਾਹਰ ਖੜ ਜਾਂਦੇ ਨੇ, ਅਤੇ ਅੰਦਰ ਨੇ। ਇੰਡੀਆ ਥਾਣਿਆਂ 'ਚ ਵੀ ਇੱਦਾਂ ਹੁਣ ਵੀ ਹੈਗੀ ਹੈ, ਬਾਹਰ ਉਹ ਸਿਪਾਹੀ ਖੜਾ ਹੁੰਦਾ, ਜਦੋਂ ਬਾਹਰ ਆਉਂਦੇ ਉਦੋਂ ਅੰਦਰ ਭੇਜਦੇ ਨੇ। ਸੋ ਇਸ ਤਰੀਕੇ ਨਾਲ ਛੋਟਾ ਜਿਹਾ ਦਰਵਾਜ਼ਾ, ਛੋਟੀ ਖਿੜਕੀ, ਬਾਰੀ ਛੋਟੀ ਕਹਿ ਲਓ, ਅਤੇ ਉਹਦੇ ਵਿੱਚੋਂ ਹੁਣ ਬਾਬੇ ਫਤਿਹ ਸਿੰਘ ਅਤੇ ਬਾਬੇ ਜ਼ੋਰਾਵਰ ਸਿੰਘ ਸਿਪਾਹੀ ਕਹਿੰਦੇ ਨੇ ਜੀ ਤੁਸੀਂ ਅੰਦਰ ਜਾਓ, ਸਾਡੀ ਡਿਊਟੀ ਇੱਥੇ ਤੱਕ ਹੈ, ਅੱਗੇ ਅੰਦਰਲੇ ਸਿਪਾਹੀ ਲੈ ਕੇ ਜਾਣਗੇ। ਇੰਨੀ ਗੱਲ ਕਹਿ ਕੇ ਉਹਨਾਂ ਦੇ ਚਿਹਰੇ ਕੁਝ ਹਾਸੇ ਜਿਹੇ ਵਾਲੇ ਹੋ ਜਾਂਦੇ ਆ, ਕੁਝ ਚਿਹਰੇ 'ਤੇ ਸ਼ਰਾਰਤ ਜਿਹੀ ਆਉਂਦੀ ਹੈ। ਹੁਣ ਬੱਚੇ ਬੜੇ ਕੋਈ ਆਮ ਨਹੀਂ, ਉਹ ਸਾਡੇ ਬਾਬੇ ਨੇ। ਹੁਣ ਇਹ ਵੇਖ ਕੇ ਚਿਹਰਾ ਉਹਨਾਂ ਦੀ ਅੰਦਰਲੀ ਗੱਲ ਭਾਵਨਾ ਸਮਝਦੇ ਆ। ਬਾਬੇ ਜ਼ੋਰਾਵਰ ਸਿੰਘ ਤੇ ਬਾਬੇ ਫਤਿਹ ਸਿੰਘ ਆਂਦੇ ਵੀ ਇਹ ਵੀ ਕੋਈ ਪਰਚਾ ਹੀ ਹੈ ਇਹਨਾਂ ਦਾ, ਇਹ ਛੋਟੀ ਜਿਹੜੀ ਬਾਰੀ ਖੋਲ੍ਹਣੀ, ਨਹੀਂ ਤਾਂ ਐਡਾ ਵੱਡਾ ਦਰਵਾਜ਼ਾ ਬੰਦ ਕਦੇ ਕਰਨਾ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹਾਂ, ਅਸੀਂ ਆਉਣਾ ਅਤੇ ਸਾਡੇ ਲਈ ਦਰਵਾਜ਼ੇ ਇਹਨਾਂ ਨੇ ਬੰਦ ਕਰਕੇ ਛੋਟੀ ਕੋਈ ਨਾ ਕੋਈ ਇਹਦੇ ਵਿੱਚ ਸ਼ਰਾਰਤ ਹੋਵੇਗੀ। ਉਹ ਪਹਿਲੋਂ ਪੈਰ ਪਾਉਂਦੇ ਨੇ। ਉਹਨਾਂ ਨੇ ਸ਼ਰਾਰਤ ਕੀਤੀ ਕਿ ਕਿਸੇ ਤਰੀਕੇ ਨਾਲ ਜਦੋਂ ਸਿਰ ਅੰਦਰ ਲੈਣਗੇ ਤਾਂ ਅੰਦਰਲੇ ਸਿਪਾਹੀ ਕਹਿ ਦੇਣਗੇ ਬੱਚਿਓ ਸਿੱਧੇ ਹੋ ਜਾਓ, ਤੁਹਾਡਾ ਜਿਹੜਾ ਸਲਾਮ ਹੈ ਇਹ ਵਜੀਦ ਖਾਂ ਤੱਕ ਪਹੁੰਚ ਗਿਆ। ਪਰ ਉਹ ਸਾਰੀ ਸਭਾ ਜਦੋਂ ਸਾਹਮਣੇ ਵੇਖਦੀ ਆ, ਅਤੇ ਉਹ ਜਿਹੜਾ ਅੰਦਰਲਾ ਸਿਪਾਹੀ ਉੱਚੀ ਬੋਲ ਕੇ ਕਹਿੰਦਾ ਵੀ ਜਿਹੜੇ ਮੁਜਰਮ ਹੈ
ਉਸ ਸਮੇਂ ਦੇ ਉਸ ਤਰੀਕੇ ਨਾਲ ਕਿ ਉਹ ਆ ਚੁੱਕੇ ਨੇ। ਤੇ ਜਦੋਂ ਅੰਦਰ ਪੈਰ ਪਾਉਂਦੇ ਨੇ ਸਭ ਤੋਂ ਪਹਿਲੋਂ ਪੈਰ ਅੰਦਰ ਕਹਿੰਦੇ ਬਾਬਿਆਂ ਨੇ ਕੀਤੇ। ਜਦੋਂ ਪੈਰ ਕੀਤੇ ਤੇ ਸਭਾ ਉਸੇ ਦਿਨ ਜਿਹੜਾ ਉੱਥੇ ਬੈਠੇ ਜਿਹੜੇ ਵੱਡੇ ਵੱਡੇ ਕਾਜ਼ੀ ਹੈ ਉਹਨਾਂ ਨੂੰ ਸਮਝ ਲੱਗ ਗਿਆ ਵੀ ਇਹ ਵਾਹ ਸਾਡਾ ਕਿਸੇ ਆਮ ਬੱਚਿਆਂ ਨਾਲ ਨਹੀਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਬੰਧ ਨੇ। ਸੋ ਅੱਗੇ ਜਾਂਦੇ ਨੇ ਕਚਹਿਰੀ 'ਚ ਜਾ ਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਗੱਜ ਕੇ ਬੁਲਾਉਂਦੇ ਨੇ। ਪਹਿਲਾ ਸਵਾਲ ਵਜੀਦ ਖਾਂ ਕਹਿੰਦਾ ਹੈ। ਮੈਂ ਇੱਥੇ ਪ੍ਰਦੀਪ ਸਿੰਘ ਜੀ ਮੈਂ ਜ਼ਰੂਰ ਇੱਕ ਬ੍ਰੇਕ ਲੈਣਾ ਚਾਹੁੰਦਾ ਜੀ। ਬੜਾ ਬਾਬਾ ਜੀ ਦੁੱਖ ਹੁੰਦਾ ਕਈ ਵਾਰ ਨਾ ਆਪਣੇ ਸਿੱਖਾਂ ਨੂੰ ਹੀ ਅਸੀਂ ਜੇ ਫਤਿਹ ਬੁਲਾ ਦਈਏ ਨਾ ਆਪਸ 'ਚ, ਚਲੋ ਅੰਮ੍ਰਿਤਧਾਰੀ ਸਾਡਾ ਕੰਮ ਹੀ ਆ ਇਹ ਜੇ ਫਤਿਹ ਬੁਲਾਉਣੀ ਇੱਕ ਦੂਜੇ ਨੂੰ, ਕਿਸੇ ਸਿੱਖ ਨੂੰ ਪੱਗ ਧਾਰੀ ਨੂੰ ਕਈ ਵਾਰ ਮੈਂ ਦੇਖਿਆ ਜੀ ਫਤਿਹ ਬੁਲਾ ਦੀ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਸਤਿ ਸ੍ਰੀ ਅਕਾਲ ਕਿੱਦਾਂ ਜਵਾਬ ਆਉਂਦਾ ਆ, ਉਹਨੂੰ ਇੱਦਾਂ ਸੱਪੇ ਸੁੰਘ ਜਾਂਦਾ ਵੀ ਇਹਨੇ ਫਤਿਹ ਕਿੱਦਾਂ ਬੁਲਾਤੀ ਆ। ਇਹਦੇ ਵਿੱਚ ਖਾਲਸਾ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਆ ਗੁਰੂ ਗੋਬਿੰਦ ਸਿੰਘ ਜੀ ਦਾ। ਸ਼ਾਇਦ ਕਈਆਂ ਨੂੰ ਨਹੀਂ ਪਤਾ ਹੋਊਗਾ ਮਹਾਰਾਜ ਦਾ ਹੁਕਮ ਸੀਗਾ ਵੀ ਜਦੋਂ ਸਿੱਖ ਆਪਸ ਦੇ ਵਿੱਚ ਸਿੱਖ ਮਿਲਣ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀ ਬੁਲਾਉਣੀ ਆ ਜੀ। ਇਹ ਹੁਕਮ ਆ ਮਹਾਰਾਜ ਦਾ, ਕੋਈ ਆਪਸ਼ਨ ਨਹੀਂ ਹੈਗੀ। ਅਤੇ ਸਾਡੇ ਜਦੋਂ ਤੁਸੀਂ ਪ੍ਰਦੀਪ ਸਿੰਘ ਜੀ ਆਪਣੇ ਪਿਤਾ ਜੀ ਬਾਰੇ ਵੀ ਸ਼ਾਇਦ ਆਪਾਂ ਜ਼ਿਕਰ ਕਰਾਂਗੇ, ਅਤੇ ਸਾਡੇ ਵੀ ਘਰ ਦੇ ਵੀ ਬਜ਼ੁਰਗ ਸੀਗੇ ਉਹਨਾਂ ਨੇ ਇਹ ਗੱਲ ਦੱਸੀ ਸੀਗੀ ਵੀ ਜਦੋਂ ਤੁਹਾਨੂੰ ਕੋਈ ਫਤਿਹ ਬੁਲਾਵੇ ਤਾਂ ਹਮੇਸ਼ਾ ਫਤਿਹ ਦਾ ਜਵਾਬ ਦੇਣਾ ਆ, ਕਿਉਂਕਿ ਇਹ ਤੁਸੀਂ ਗੁਰੂ ਦੇ ਦੇਣਦਾਰ ਆ। ਜੇ ਫਤਿਹ ਦਾ ਜਵਾਬ ਨਹੀਂ ਦਿੰਦੇ ਭਾਵੇਂ ਬੈਰੀ ਤੁਹਾਨੂੰ ਕੋਈ ਫਤਿਹ ਬੁਲਾਵੇ ਉਹਦਾ ਫਤਿਹ ਦਾ ਜਵਾਬ ਫਤਿਹ ਵਿੱਚ ਹੀ ਦੇਣਾ ਚਾਹੀਦਾ। ਦੂਜੀ ਗੱਲ ਦੱਸੀ ਸੀ ਵੀ ਜੇ ਕਿਤੇ ਜਕਾਰਾ ਛੱਡਿਆ ਜਾਵੇ ਤਾਂ ਗੱਜ ਕੇ ਸਤਿ ਸ੍ਰੀ ਅਕਾਲ ਕਹਿਣਾ ਹੈ ਵੀ ਉੱਥੇ ਮੰਮ ਜਾ ਕੇ ਚੁੱਪ ਨਹੀਂ ਕਰ ਜਾਣਾ। ਸੋ ਇਹ ਸਿੱਖਾਂ ਦੀ ਨਿਸ਼ਾਨੀ ਹੈ ਜੀ ਸ਼ੁਰੂ ਦੇ ਵਿੱਚ। ਆਪਾਂ ਗੱਲ ਨੂੰ ਰਹ ਵਿਚਾਰ ਤੋਰੀਏ ਜਦੋਂ ਕਚਹਿਰੀ ਵਿੱਚ ਸਾਹਿਬਜ਼ਾਦੇ ਪੇਸ਼ ਹੁੰਦੇ ਆ। ਹੁਣ ਕਚਹਿਰੀ 'ਚੋਂ ਪਹਿਲਾ ਦਿਨ ਹੈ। ਹੁਣ ਪਹਿਲੋਂ ਬੱਚਿਆਂ ਨੂੰ ਪਿਆਰ ਨਾਲ ਜਦੋਂ ਫਤਿਹ ਬੁਲਾਉਂਦੇ ਉਹਨੇ ਕਿਹਾ ਬੱਚਿਓ ਇਹ ਦਰਬਾਰ ਵਜੀਦ ਖਾਂ ਦਾ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਨੰਦਪੁਰ ਸਾਹਿਬ ਨਹੀਂ। ਤੋ ਸੱਚੇ ਪਾਤਸ਼ਾਹ ਜੀ ਦਾ ਇਹ ਤੁਹਾਡੇ ਦਾ ਜੇ ਗੁਰੂ ਸਾਹਿਬ ਦਾ ਇਹ ਸਥਾਨ ਨਹੀਂ ਗਾ, ਇਹ ਵਜੀਦ ਖਾਂ ਨਵਾਬ ਸਾਹਿਬ ਬੈਠੇ ਨੇ, ਤੁਸੀਂ ਆਦਾਬ ਕਰੋ। ਨਾ ਕਿਹਾ ਆਦਾਬ ਨਹੀਂ, ਇਹ ਤਾਂ ਚੰਦ ਦਿਨਾਂ ਦਾ ਮਹਿਮਾਨ ਹੈ, ਅਸੀਂ ਉਸ ਪਰਮੇਸ਼ਰ ਦੇ ਅੱਗੇ ਫਤਿਹ ਬੁਲਾਉਂਦੇ ਹਾਂ। ਇਹ ਕਾਇਨਾਤ ਨੂੰ ਜਿਹਨੇ ਚਲਾਇਆ, ਜਿਹੜਾ ਵਜੀਦ ਖਾਨ ਨੂੰ ਵੀ ਚਲਾ ਰਿਹਾ ਜਿਹੜੇ ਸੋ ਐਡੀ ਡੂੰਘੀ ਗੱਲ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਨੇ। ਉਹ ਬੱਚਿਆਂ ਨੂੰ ਪਿਆਰ ਨਾਲ ਸਮਝਾਇਆ ਜਾਂਦਾ ਵੀ ਦੇਖੋ ਤੁਸੀਂ ਸ਼ਹਿਜ਼ਾਦਿਆਂ ਵਾਂਗ ਜ਼ਿੰਦਗੀ ਬਤੀਤ ਕੀਤੀ ਹੈ, ਸ਼ਾਹੀ ਠਾਠ ਬਾਠ ਨਾਲ ਰਹੇ ਹੋ, ਹੁਣ ਤੁਸੀਂ ਇਸ ਤਰੀਕੇ ਨਾਲ ਜੇ ਤੁਸੀਂ ਅੱਜ ਤੁਹਾਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਤੁਹਾਡੇ ਭਰਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਕਰ ਦਿੱਤੇ ਗਏ ਨੇ। ਇੰਨੀ ਗੱਲ ਸੁਣ ਕੇ ਬਾਬੇ ਜੋਰਾਵਰ ਸਿੰਘ ਦੇ ਬਾਬੇ ਫਤਿਹ ਸੁਣੀ ਹੱਸ ਪੈਂਦੇ ਆ। ਅਤੇ ਆਉਂਦੇ ਵੀ ਗੱਲ ਇਹ ਹੈ ਵਜੀਦ ਖਾਂ ਜੇ ਤੂੰ ਗੱਲ ਕਰਦਾ ਹੈ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਜਿਹੜੀ ਕਚਹਿਰੀ ਹੈ ਝੂਠਿਆਂ ਦੀ ਹੈ, ਇਹ ਕਚਹਿਰੀ ਸੱਚਿਆਂ ਦੀ ਨਹੀਂ। ਕਿਉਂਕਿ ਸਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੁਨੀਆ ਦਾ ਕੋਈ ਇਹੋ ਜਿਹਾ ਸੂਰਮਾ ਹੀ ਨਹੀਂ ਜੰਮਿਆ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੱਚੇ ਪਾਤਸ਼ਾਹ 'ਤੇ ਵਾਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਸਕੇ। ਸੋ ਇਹ ਗੱਲ ਬਿਲਕੁਲ ਝੂਠੀ ਹੈ। ਹੁਣ ਵਜੀਦ ਖਾਂ ਬੜਾ ਸ਼ਰਮਸਾਰ ਹੁੰਦਾ ਵੀ ਮੈਂ ਤਾਂ ਝੂਠ ਮਾਰਿਆ ਸੀ ਬੱਚਿਆਂ 'ਤੇ, ਚਲੋ ਕਿਸੇ ਤਰੀਕੇ ਨਾਲ ਕੋਈ ਅਸਰ ਹੋਵੇ, ਪਰ ਅਸਰ ਨਹੀਂ ਕੋਈ। ਇਹ ਤਾਂ ਫੇਰ ਅੱਗੇ ਨੂੰ ਅਖੀਰ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਆ, ਕਈ ਤਰ੍ਹਾਂ ਦੇ ਸਮਝਾਇਆ ਜਾਂਦਾ ਹੈ। ਜਦੋਂ ਨਹੀਂ ਸਮਝੇ ਜਾਂਦੇ ਤਾਂ ਸੁੱਚਾ ਆਨੰਦ ਖਲੋਂਦਾ ਹੈ। ਸੁੱਚਾ ਆਨੰਦ ਜਿਹੜਾ ਹੈ ਇਹਦੇ ਬਾਰੇ ਰਤਨ ਸਿੰਘ ਭੰਗੂ ਸਾਹਿਬ ਉਹਨਾਂ ਨੇ ਲਿਖਿਆ ਵੀ ਇਹ ਆਪਣੀ ਕੁੜੀ ਦਾ ਕਿਸੇ ਵੇਲੇ ਰਿਸ਼ਤਾ ਕਰਨਾ ਚਾਹੁੰਦਾ ਬਾਬੇ ਜੀ ਸੋਹਣਾ ਨਾਲ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ ਅਸੀਂ ਇਸ ਤਰੀਕੇ ਨਾਲ ਕੋਈ ਰਿਸ਼ਤਾ ਨਹੀਂ ਕਰਨਾ। ਇਹ ਉਸ ਚੀਜ਼ ਤੋਂ ਬੜਾ ਉਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਨਾਲ ਵੈਰ ਰੱਖਦਾ। ਹੁਣ ਜਦੋਂ ਸਾਹਿਬਜ਼ਾਦੇ ਦੇ ਸਾਹਮਣੇ ਆਏ ਤਾਂ ਆਪਣਾ ਪੁਰਾਣਾ ਵੈਰ ਜਿਹੜਾ ਉਹ ਇਹਦਾ ਅੰਦਰੋਂ ਪੈਦਾ ਹੋ ਜਾਂਦਾ ਵੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਮੈਨੂੰ ਕੁਝ ਸਮਝਿਆ ਹੀ ਨਹੀਂ, ਮੈਂ ਏਡਾ ਵਜ਼ੀਰ ਹਾਂ, ਅੱਜ ਮੈਂ ਦੱਸਾਂਗਾ ਮੈਂ ਕੌਣ ਹਾਂ। ਸੇ ਖੜਾ ਹੋ ਕੇ ਆ ਕੇ ਸਾਹਮਣੇ ਆ ਜਾਂਦਾ ਵੀ ਮੈਂ ਕੁਝ ਸਵਾਲ ਕਰਨਾ। ਉਹਨੇ ਕਿਹਾ ਬੱਚਿਓ ਤੁਹਾਨੂੰ ਪਤਾ ਨਹੀਂ ਔਰੰਗਜ਼ੇਬ ਬੜਾ ਵੱਡਾ ਬਾਦਸ਼ਾਹ ਹੈ ਅਤੇ ਉਹਦੀ ਕਚਹਿਰੀ ਆਏ ਉਹਦੇ ਅੰਡਰ ਆ ਸਾਰਾ। ਜੇ ਤੁਸੀਂ ਅੱਜ ਆਪਣਾ ਧਰਮ ਛੱਡ ਦਿਓ ਤੁਹਾਨੂੰ ਬੜੀਆਂ ਵਜ਼ੀਰੀਆਂ ਮਿਲਣਗੀਆਂ ਔਰ ਤੁਹਾਨੂੰ ਮਾफ़ ਕਰ ਦਿੱਤਾ ਜਾਊਗਾ, ਤੁਹਾਡੇ 'ਤੇ ਕਿਸੇ ਤਰ੍ਹਾਂ ਦਾ ਜ਼ੁਲਮ ਨਹੀਂ ਕੀਤਾ ਜਾਊਗਾ। ਦੇਖੋ ਤੁਹਾਡੇ ਹੱਥ ਪੈਰ ਸੁੰਨ ਹੋਏ ਆ, ਅੱਖ ਮੂੰਹ ਤੁਹਾਡੇ ਨੀਲੇ ਲਾਲ ਰੰਗ ਦੇ ਹੋ ਗਏ ਆ, ਠੰਡ ਇੰਨੀ ਹੈ, ਅਤੇ ਜੇ ਤੁਸੀਂ ਅੱਜ ਇਸ ਤਰੀਕੇ ਦੇ ਨਾਲ ਧਰਮ ਨੂੰ ਛੱਡ ਦਿਓ ਅਤੇ ਤੁਹਾਨੂੰ ਬਿਲਕੁਲ ਆਜ਼ਾਦ ਕਰ ਦਿੱਤਾ ਜਾਊਗਾ। ਅਤੇ ਬਾਬੇ ਫਤਿਹ ਸੁਣੀ ਹੱਸ ਪੈਂਦੇ ਆ, ਉਹਦੇ ਕਿਹੜੇ ਔਰੰਗਜ਼ੇਬ ਦੀ ਗੱਲ ਕਰਦਾ ਜਿਹਨੇ ਆਪਣੇ ਸਗੇ ਪਿਓ ਦਾ ਕਤਲ ਕਰ ਦਿੱਤਾ, ਜਿਹਨੇ ਭਰਾ ਦਾ ਕਤਲ ਕਰ ਦਿੱਤਾ, ਜਿਹਨੇ ਆਪਣੇ ਪੁੱਤਰਾਂ ਤੱਕ ਮਾਰਨ ਨੂੰ ਗਿਆ, ਕਿਹੜੇ ਬੱਚੇ ਦੀ ਗੱਲ, ਕਿਹੜੇ ਰੰਗੇ ਦੀ ਗੱਲ ਕਰਦਾ। ਸੋ ਇਹੋ ਜਿਹਾ ਔਰੰਗਜ਼ੇਬ ਜਿਹੜਾ ਝੂਠ ਦੀ ਦੁਕਾਨ ਹੈ ਉਹਦੇ 'ਤੇ ਕਿਵੇਂ ਵਿਸ਼ਵਾਸ ਕਰ ਲਈਏ, ਜਿਹਦੀ ਕੁਰਾਨ ਲਿਖਤ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੋਲ ਜਿਹਨੇ ਸਾਡੇ 'ਤੇ ਕਸਮ ਖਾਧੀ ਸੀ ਵੀ ਤੁਹਾਡੇ 'ਤੇ ਹਮਲਾ ਨਹੀਂ ਕਰਾਂ, ਹਮਲਾ ਤੇ ਕਰਾਂਗੇ, ਅਤੇ ਉਹ ਆ 4 ਕੁ ਦਿਨਾਂ ਦੀ ਗੱਲ ਹੈ ਆਪਣੀ ਕਸਮ ਤੋੜ ਚੁੱਕਾ ਹੈ। ਅਸੀਂ ਇਹੋ ਜਿਹੇ ਬੇਇਤਬਾਰੇ ਬੰਦੇ 'ਤੇ ਕਿਵੇਂ ਇਤਬਾਰ ਕਰ ਲਈਏ। ਹੁਣ ਜਿਹੜਾ ਸੁੱਚਾ ਵਜੀਦ ਖਾਨ ਨੂੰ ਕਹਿੰਦਾ ਵੀ ਇਹ ਬੱਚੇ ਜਿਹੜੇ ਆ ਇਹ ਮਾਮੂਲੀ ਬੱਚੇ ਨਹੀਂ, ਇਹ ਬੜੇ ਸੱਪ ਦੇ ਜਿਵੇਂ ਬੱਚੇ ਹੁੰਦੇ ਆ, ਛੋਟੇ ਬੱਚੇ ਆ, ਇਹਨਾਂ ਦੇ ਡੰਗ ਇਸ ਤੋਂ ਸੱਪ ਤੋਂ ਵੀ ਤਿੱਖੇ ਨੇ, ਸੋ ਇਹਨਾਂ ਨੂੰ ਆਮ ਬੱਚੇ ਨਾ ਜਾਣੀ। ਅਤੇ ਹੁਣ ਕਹਿੰਦਾ ਉਹ ਵਜੀਦ ਖਾਨ ਕਹਿੰਦਾ ਵੀ ਕੀਤਾ ਕੀ ਜਾਵੇ। ਕਾਜੀ ਉੱਥੇ ਜਿਹੜਾ ਹੈ ਉਹ ਕਾਜੀ ਮੁਫਤੀ ਉਹਦਾ ਨਾਮ ਹੈ, ਉਹਨੂੰ ਪੁੱਛਿਆ ਜਾਂਦਾ ਵੀ ਕਿਸੇ ਤਰੀਕੇ ਨਾਲ ਇਹਨਾਂ ਬੱਚਿਆਂ 'ਤੇ ਕੋਈ ਫਤਵਾ ਲਾਇਆ ਜਾਵੇ। ਤੂੰ ਆਂਦਾ ਵੀ ਫਤਵਾ ਨਹੀਂ ਲੱਗ ਸਕਦਾ। ਜਿਹੜਾ ਇਸਲਾਮ ਹੈ ਉਹ ਸ਼ੀਰਖੋਰ ਜਿਹਨੂੰ ਕਹਿੰਦੇ ਆ ਵੀ ਜਿਹੜਾ ਦੁੱਧ ਪੀਣ ਵਾਲੇ ਬੱਚੇ ਹੁੰਦੇ ਆ, ਜਿਹਨੇ ਛੋਟਾ ਬੱਚਾ ਹੋਵੇ ਨਾ ਉਹਨੂੰ ਕੋਈ ਚੀਜ਼ ਨਾ ਵੀ ਦੇਵੇ ਦੁੱਧ ਪਿਲਾ ਦਿੰਦੀਆਂ ਮਾਵਾਂ ਵੀ ਚਲੋ ਕੁਝ ਨਹੀਂ ਖਾਧਾ ਦੁੱਧ, ਸੋ ਦੁੱਧ ਨਾਲ ਹੀ ਉਹਦਾ ਆਹਾਰ ਪੂਰਾ ਹੋ ਜਾਂਦਾ। ਸ਼ੀਰਖੋਰੇ
ਦੁੱਧ ਪੀਣ ਵਾਲੇ, ਉਹ ਕਹਿੰਦਾ ਵੀ ਜਿਹੜੇ ਇਸ ਤਰੀਕੇ ਨਾਲ ਬਿਲਕੁਲ ਬੇਗੁਨਾਹ ਬੱਚੇ, ਉਹਨਾਂ 'ਤੇ ਕੋਈ ਇਸਲਾਮ ਕਹਿੰਦਾ ਕਿ ਇਹ ਜ਼ੁਲਮ ਹੈ, ਇਹ ਜ਼ੁਲਮ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ? ਕੋਈ ਆਇਤ ਨਹੀਂ, ਕੋਈ ਕੁਰਾਨ ਦੇ ਵਿੱਚ ਕੋਈ ਸਜ਼ਾ ਹੀ ਹੈ ਨਹੀਂ, ਸਗੋਂ ਕੁਰਾਨ ਨੇ ਮਨਾ ਕੀਤਾ। ਉਹ ਕਹਿੰਦੇ ਕਰੀਏ ਕੀ? ਉਹਦਾ ਹੈ ਇੱਕ ਤਰੀਕਾ ਹੋ ਸਕਦਾ, ਜਿਹਨੇ ਜੰਗ ਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਹੋਇਆ ਹੋਵੇ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਆਪਣਾ ਨੁਕਸਾਨ ਪੂਰਾ ਕਰਨਾ ਚਾਹੁੰਦਾ ਹੋਵੇ, ਅਤੇ ਉਹ ਆ ਕੇ ਬਦਲਾ ਲੈ ਸਕਦਾ। ਉੱਥੇ ਸ਼ੇਰ ਮੁਹੰਮਦ ਖਾਂ ਨੂੰ ਸੱਦਿਆ ਜਾਂਦਾ, ਉਸ ਮਲੇਰਕੋਟਲੀਏ ਨੂੰ, ਉਹਨੂੰ ਆ ਕੇ, ਜਿਹਦਾ ਬ੍ਰਦਰ ਸ਼ਹੀਦ ਹੋਇਆ ਸੀਗਾ, ਜਿਹੜਾ ਨਾਰ ਖਾਂ ਦਾ ਭਰਾ ਹੈ, ਉਹਨੂੰ ਆ ਕੇ ਜਦੋਂ ਬੁਲਾਇਆ ਜਾਂਦਾ, ਤੇ ਜਿਹੜਾ ਵਜ਼ੀਰ ਖਾਂ ਹੈ ਉਹਨੂੰ ਕਹਿੰਦਾ ਵੀ ਸ਼ੇਰ ਮੁਹੰਮਦ ਖਾਂ, ਇਹ ਸਾਹਿਬਜ਼ਾਦੇ ਆ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਆ, ਅਤੇ ਤੇਰੇ ਭਰਾ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤੀਰ ਮਾਰ ਕੇ ਮਾਰ ਦਿੱਤਾ, ਅਤੇ ਜੇ ਤੂੰ ਚਾਹਵੇਂ ਤੇ ਹੁਣ ਬਦਲਾ ਆਪਣੇ ਭਰਾ ਦਾ ਲੈ ਕੇ ਤੇ ਆਪਣਾ ਵੇਖ ਸਕਦਾ, ਕਿਉਂਕਿ ਇਹ ਸ਼ਰ੍ਹਾ ਦੇ ਅੰਦਰ ਹੈ। ਜੇ ਤੇਰਾ ਭਰਾ ਦਾ ਹੈ ਤਾਂ ਤੂੰ ਉਹਨਾਂ ਦੇ ਕਤਲ ਉਹਦੇ ਆਪਣੇ ਭਰਾ ਦੇ ਕਤਲ ਦਾ ਬਦਲਾ ਲੈ ਸਕਦਾ। ਅਤੇ ਜਿਹੜਾ ਸ਼ੇਰ ਮੁਹੰਮਦ ਖਾਂ ਉਹ ਹੱਥ ਖੜ੍ਹੇ ਕਰ ਜਾਂਦਾ ਹੈ, ਉਹ ਕਹਿੰਦਾ ਬਿਲਕੁਲ ਗਲਤ ਹੈ, ਕੁਰਾਨ ਦੇ ਗਲਤ ਹੈ। ਉਹ ਮੂਹੇ ਕਰ ਜੰਗ ਲਗਾਈ, ਮਰਿਆ ਸ਼ੀਰ ਖੁਰ ਕਿਆ ਵਡਿਆਈ। ਉਹ ਕਹਿੰਦਾ ਉਹ ਤਾਂ ਜੰਗ ਦੇ ਵਿੱਚ ਲੱਗ ਕੇ ਲੜ ਕੇ, ਰਤਨ ਸਿੰਘ ਭੰਗੂ ਸਾਹਿਬ ਉਹਨਾਂ ਦੇ ਬਚਨ ਹੈ ਕਿ ਉਹ ਆਖਦਾ ਵੀ ਜੰਗ ਦੇ ਵਿੱਚ ਲੜ ਕੇ ਸ਼ਹੀਦ ਹੋਇਆ, ਅਤੇ ਇਹ ਬੱਚਿਆਂ 'ਤੇ ਮੈਂ ਜ਼ੁਲਮ ਕਰਾਂ, ਇਹ ਕਿਵੇਂ ਵਡਾਈ ਹੋ ਗਈ? ਅਰ ਮਰ ਕੇ ਮੈਂ ਉਹਨੂੰ ਆਪਣੇ ਭਰਾ ਨਾਰ ਖਾਂ ਦੇ ਮੂਹਰੇ ਜਾਣਾ, ਤਾਂ ਉਹਨੇ ਵੀ ਮੇਰੀ ਬੇਇੱਜ਼ਤੀ ਕਰਨੀ ਹੈ, ਉਹਨੇ ਮੇਰੀ ਬੇਇੱਜ਼ਤੀ ਕਰਨੀ ਹੈ ਕਿ ਮੈਂ ਤਾਂ ਜੰਗ ਦੇ ਵਿੱਚ ਮਰਦਾਂ ਵਾਂਗ ਕਿਲੇ ਦੇ ਅੰਦਰ ਜਿਹੜਾ ਗੜੀ ਹੈ, ਗੜੀ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਅਤੇ ਤੀਰ ਖਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਮੈਂ ਧਰਤੀ 'ਤੇ ਡਿੱਗ ਗਿਆ। ਪਰ ਜਿਹੜੇ ਬੱਚੇ ਸੀ, ਇਹਨਾਂ ਦਾ ਕੀ ਕਸੂਰ ਸੀ? ਇਹ ਕਿਹੜੀ ਬਹਾਦਰੀ 'ਤੇ ਥੱਲੇ ਮਾਰੇ? ਜਦੋਂ ਇਸ ਤਰੀਕੇ ਦੇ ਨਾਲ ਗੱਲ ਚੱਲਦੀ ਹੈ ਤਾਂ ਉਹ ਆਂਦਾ ਜੀ ਅਸੀਂ ਤੇ ਫਤਵਾ ਦੇਣਾ, ਵਜੀਦ ਖਾਂ ਕਹਿੰਦਾ ਤੂੰ ਨਹੀਂ ਤੇ ਕੋਈ ਹੋਰ ਸਹੀ, ਤੇ ਉਹ ਹਾਂ ਦਾ ਨਾਰਾ ਮਰ ਕੇ ਉਸ ਜਿਹੜੀ ਸਭਾ ਆ ਉਹਦੇ ਵਿੱਚ ਉਹ ਵਾਪਸ ਚਲਿਆ ਜਾਂਦਾ। ਖੈਰ ਉਸ ਦਿਨ ਦੀ ਕਚਹਿਰੀ ਦੇ ਵਿੱਚ ਇਹ ਸਾਰਾ ਫੈਸਲਾ ਹੁੰਦਾ, ਹਲੇ ਕੋਈ ਫੈਸਲਾ ਨਹੀਂ ਹੁੰਦਾ। ਕੱਲ੍ਹ ਨੂੰ ਫੇਰ ਕਹਿੰਦੇ ਕਚਹਿਰੀ ਲਾਵਾਂਗੇ, ਕੱਲ੍ਹ ਨੂੰ ਵੇਖਾਂਗੇ। ਸਾਹਿਬਜ਼ਾਦਿਆਂ ਨੂੰ ਵਾਪਸ ਮਾਤਾ ਗੁਜਰੀ ਜੀ ਕੋਲ ਠੰਡੇ ਬੁਰਜ 'ਚ ਭੇਜ ਦਿੱਤਾ ਜਾਂਦਾ। ਮਾਤਾ ਜੀ ਸਵਾਲ ਪੁੱਛਦੇ ਨੇ, ਬਾਬੇ ਫਤਿਹ ਸਿੰਘ ਦੱਸਦੇ ਵੀ ਅਸੀਂ ਇਸ ਤਰੀਕੇ ਨਾਲ ਸਵਾਲ ਪੁੱਛੇ ਗਏ, ਅਸੀਂ ਮਾਤਾ ਜੀ ਬੜੀ ਚੜ੍ਹਦੀ ਕਲਾ ਨਾਲ ਜਵਾਬ ਦਿੱਤੇ, ਇੱਕ ਸਵਾਲ ਦੇ ਦੋ ਜਵਾਬ ਹੀ ਦਿੱਤੇ ਆ। ਕੋਈ ਵੀ ਇਹੋ ਜਿਹਾ ਵਜ਼ੀਰ ਨਹੀਂ ਜਿਹੜਾ ਸਾਡੇ ਸਵਾਲਾਂ ਤੇ ਜਵਾਬਾਂ ਤੋਂ ਬਾਅਦ ਕੋਈ ਵੀ ਸਵਾਲ ਕਰ ਸਕਿਆ। ਇੱਕ ਸੁੱਚਾਨੰਦ ਦਾ ਵਜ਼ੀਰ ਸੀ, ਉਹਨੇ ਬੜੇ ਸਵਾਲ ਕੀਤੇ, ਉਹਨੇ ਅਖੀਰ ਇਹ ਗੱਲ ਕਹਿ ਦਿੱਤਾ ਵੀ ਸੱਪ ਦੇ ਬੱਚੇ ਨੇ, ਇਹਨਾਂ ਨੂੰ ਛੱਡਣਾ ਠੀਕ ਨਹੀਂ। ਹਾਂ ਇਹ ਜ਼ਰੂਰ ਹੈ ਉਹਨਾਂ ਨੇ ਗੱਲ ਸੁਣਨ ਚਾਹੀ ਹੈ ਕਿ ਕੱਲ੍ਹ ਨੂੰ ਫਤਵਾ ਜਾਰੀ ਹੋਣਾ। ਹੁਣ ਮਾਤਾ ਜੀ ਨੂੰ ਫਿਰ ਉਹੀ ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਦੇਵ ਜੀ ਦੇ ਸਾਕੇ ਸੁਣਾਉਂਦੇ ਨੇ, ਬੱਚਿਓ ਕੱਲ੍ਹ ਨੂੰ ਕਿਸੇ ਵੀ ਤਰ੍ਹਾਂ ਦਾ ਸਮਾਂ ਆਵੇ ਤੇ ਘਬਰਾਉਣਾ ਨਹੀਂ। ਫਿਰ ਰਾਤ ਨੂੰ ਆਂਦੇ ਮੋਤੀ ਰਾਮ ਮਹਿਰਾ ਜਿਹੜਾ ਬੜੇ ਜਿਗਰਾ ਸੀ ਮਾਤਾ ਜੀ ਦਾ, ਬਸ ਸੂਰਬੀਰਾਂ ਦੇ ਕਹਿ ਲਓ ਜੇ ਮਾਤਾ ਤਗੜੀ ਹੋਵੇ ਤਾਂ ਹੀ ਸੂਰਬੀਰ ਜਗਦੇ ਆ ਜੀ। ਤੇ ਹਾਂਜੀ ਜੀ, ਉਸੋਂ ਮੋਤੀ ਰਾਮ ਮਹਿਰਾ ਰਾਤ ਨੂੰ ਕਹਿੰਦੇ ਦੁੱਧ ਲੈ ਕੇ ਆਉਂਦਾ ਹੈ। ਉਹ ਮੋਤੀ ਰਾਮ ਮਹਿਰਾ ਜਿਹੜਾ ਇਹ ਕੈਦੀਆਂ ਨੂੰ ਦੁੱਧ, ਇਹ ਕੈਦੀਆਂ ਨੂੰ ਜਿੰਨੀ ਵੀ ਰਸਦ ਪਹੁੰਚਾਈ ਜਾਂਦੀ, ਜਿੰਨੇ ਹੋਰ ਵੀ ਕੈਦੀ ਹੈ, ਉਹ ਸਾਰਾ ਇਹਦੇ ਅੰਡਰ ਹੈ, ਇਹ ਇੰਚਾਰਜ ਹੈ ਉਸ ਚੀਜ਼ ਦਾ। ਅਤੇ ਜਦੋਂ ਖਾਸ ਪਰ ਸਾਹਿਬਜ਼ਾਦਿਆਂ ਲਈ ਖਾਸ ਹਦਾਇਤ ਹੈ ਵਜੀਦ ਖਾਂ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਦਾਰਥ ਛਕਣ ਨੂੰ, ਪਾਣੀ ਤੱਕ ਵੀ ਛਕਣ ਨੂੰ ਨਹੀਂ ਦੇਣਾ। ਪਰ ਇਹਨੂੰ ਪਤਾ ਵੀ ਪਿਆਸੇ ਤੇ ਭੁੱਖੇ ਬੱਚੇ ਬੈਠੇ ਆ। ਇਹ ਜਿਹੜਾ ਮੋਤੀ ਰਾਮ ਮਹਿਰਾ ਇਤਿਹਾਸ ਦੇ ਵਿੱਚ ਭਾਈ ਕਿਸ਼ਨ ਸਿੰਘ ਜੀ ਹੋਇਆ, ਉਹਨਾਂ ਨੇ ਸ਼ਹੀਦੀਨਾਮਾ ਲਿਖਿਆ। ਉਹਨਾਂ ਨੇ ਲਿਖਿਆ ਵੀ ਹਿੰਮਤ ਸਿੰਘ ਤਿਤ ਚਾਚੂ ਜਾਨੋ, ਪੰਜ ਪਿਆਰਨ ਮਹਿ ਪ੍ਰਧਾਨੋ। ਅੱਛਾ ਜੀ। ਇਹ ਜਿਹੜਾ ਬਾਬੇ ਹਿੰਮਤ ਸਿੰਘ ਹੋਣੀ ਜਿਹੜੇ ਪੰਜਾਂ ਪਿਆਰਿਆਂ 'ਚ ਸੀ, ਇਹ ਰਿਸ਼ਤੇ 'ਚ ਉਹਨਾਂ ਦੇ ਚਾਚਾ ਜੀ ਲੱਗਦੇ ਸੀ ਮੋਤੀ ਰਾਮ ਮਹਿਰਾ। ਸੋ ਇਹਨਾਂ ਨੂੰ ਪਤਾ ਲੱਗਦਾ ਗੁਰਸਿੱਖੀ ਪਰਿਵਾਰ ਸੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨਾਲ ਪੁਰਾਤਨ ਸੰਬੰਧ ਸੀ। ਇਹ ਨਹੀਂ ਕੋਈ ਚੋਂ ਐਵੇਂ ਉੱਠ ਕੇ, ਇਹ ਪੁਰਾਤਨ ਪ੍ਰਬੰਧ ਹੈ। ਔਰ ਇਹਨਾਂ ਦਾ ਪੁਰਾਣਾ ਜਿਹੜਾ ਜਦੋਂ ਵੰਸ਼ਨਾਵਾਂ ਦੇਖਦੇ ਆ ਪੁਰਾਣਾ, ਉਹਨਾਂ ਨੇ ਲਿਖਿਆ ਵੀ ਛੱਜੂ ਜਿਹੜਾ ਝੀਰ ਸੀ, ਜਿਹੜਾ ਕਮਲਾ ਡਮਲਾ ਜਿਹਾ ਸੀਗਾ, ਜਦੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਗਏ, ਲਾਲ ਚੰਦ ਪੰਡਤ ਆਇਆ ਤਾਂ ਉਹਦੇ ਸਾਹਮਣੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੀਤਾ ਦੇ ਜਿਹੜੇ ਅਰਥ ਕਰਵਾਏ ਉਹਦੇ ਕੋਲ। ਸੋ ਉਸ ਪਰਿਵਾਰ 'ਚੋਂ ਉਹਨੂੰ ਮੁੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਛੱਜੂ ਨੂੰ ਪ੍ਰਚਾਰਕ ਥਾਪਿਆ, ਅਤੇ ਪ੍ਰਚਾਰਕ ਥਾਪ ਕੇ ਇੱਧਰ ਦੱਖਣ ਵੱਲ ਭੇਜਿਆ। ਸੋ ਉਹਦੇ ਪਰਿਵਾਰ 'ਚੋਂ ਇਹ ਸਾਰੇ ਰਿਸ਼ਤੇਦਾਰੀ ਸੀ। ਤੇ ਮੈਂ ਕਿਹਾ ਦਸਮ ਪਾਤਸ਼ਾਹ ਵੀ ਦਸਮ ਬਾਣੀ 'ਚ ਜ਼ਿਕਰ ਕਰਦੇ ਆ, ਮੂੰਹ ਕੁਚਰੇ ਸ਼ਾਸਤਰ ਖੱਟ ਪਿੰਗ ਗਰਨ ਚੜ੍ਹ ਜਾਏ, ਅੰਧ ਲਖੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਏ। ਜੇ ਕਾਲਪੁਰਖ ਦੀ ਕਿਰਪਾ ਹੁੰਦੀ ਆ, ਪਿੰਗਲੇ ਜਿਹੜੇ ਆ ਉਹ ਵੀ ਪਰਬਤਾਂ 'ਤੇ ਚੜ੍ਹ ਜਾਂਦੇ ਆ, ਜਿਹੜੇ ਗੂੰਗੇ ਆ ਉਹ ਬੋਲਣ ਲੱਗ ਪੈਂਦੇ ਆ, ਜਿਹੜੇ ਬਹਿਰੇ ਆ ਉਹ ਵੀ ਸੁਣਨ ਲੱਗ ਪੈਂਦੇ ਆ। ਇਹ ਕਾਲਪੁਰਖ ਦੀ ਕਿਰਪਾ। ਹਾਂਜੀ ਰਹੋ ਵਿਚਾਰ। ਸੋ ਇਹ ਰਾਤ ਨੂੰ ਸਮੁੰਦਰ ਦੁੱਧ ਜਿਹਨੂੰ ਕਹਿੰਦੇ ਆਪਾਂ, ਦੁੱਧ ਲੈ ਕੇ ਆਉਂਦਾ, ਜਲ ਛਕਾਉਂਦਾ। ਸੋ ਇਸ ਤਰੀਕੇ ਨਾਲ ਰਾਤ ਸਾਹਿਬਜ਼ਾਦੇ ਨੇ ਕਈ ਦਿਨਾਂ ਬਾਅਦ ਉਹ ਸਮੁੰਦਰ ਉਹ ਦੁੱਧ ਛਕਿਆ। ਸੋ ਅਗਲੀ ਸਵੇਰ ਫੇਰ ਪੇਸ਼ੀ ਹੁੰਦੀ ਹੈ। ਮਾਤਾ ਜੀ ਹੱਥੀਂ ਹੁਣ ਦਮਾਲੇ ਸਿਉਂਦੇ ਨੇ, ਮੱਥੇ ਚੁੰਮਦੇ ਨੇ, ਕਿਉਂਕਿ ਪਤਾ ਵੀ ਆ ਰਾਤ ਕੱਲ੍ਹ ਜਿਹੜੀ ਕਚਹਿਰੀ ਦੇ ਵਿੱਚ ਫੈਸਲਾ ਹੋ ਚੁੱਕਾ ਵੀ ਕੱਲ੍ਹ ਫਤਵੇ ਜਾਰੀ ਹੋਣੇ ਆ। ਸੋ ਅੱਜ ਪਤਾ ਹੈ ਵੀ ਜਿਹੜੇ ਬੱਚੇ ਅੱਜ ਜਾਣਗੇ, ਇਹਨਾਂ ਦੇ ਮੇਲੇ ਕਿਤੇ ਧੁਰ ਦਰਗਾਹ ਤੋਂ ਹੋਣਗੇ, ਹੁਣ ਨਹੀਂ ਹੋਣਗੇ। ਸੋ ਉੱਥੇ ਪਹੁੰਚਦੇ ਨੇ ਵਜੀਦ ਖਾਂ ਦੀ ਕਚਹਿਰੀ ਵਿੱਚ ਅਗਲੇ ਦਿਨ ਸਾਹਿਬਜ਼ਾਦਿਆਂ 'ਤੇ ਹੁਣ ਫੇਰ ਸੁੱਚਾਨੰਦ ਫੇਰ ਸਵਾਲ ਕਰਦਾ ਵੀ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ
ਤੇ ਉਹਨਾਂ ਆਖਿਆ ਜੀ ਜੇ ਛੱਡ ਦਿੱਤਾ ਜਾਵੇ ਜੰਗਲਾਂ 'ਚ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਮਿਲਾਂਗੇ। ਉਹਨੇ ਕਿਹਾ ਪਿਤਾ ਜੀ ਤੁਹਾਡੇ ਸ਼ਹੀਦ ਹੋ ਚੁੱਕੇ ਨੇ, ਤੁਹਾਨੂੰ ਪਤਾ ਨਹੀਂ। ਉਹਨੇ ਕਿਹਾ ਇਹ ਗੱਲ ਤੇ ਝੂਠੀ ਹੈ। ਖੈਰ ਪਰ ਜੇ ਨਹੀਂ ਵੀ ਅਸੀਂ ਪਿਤਾ ਜੀ ਨੂੰ ਮਿਲੇ ਤੇ ਫਿਰ ਵੀ ਅਸੀਂ ਇਕੱਠੇ ਹੋ ਕੇ ਜੰਗ ਲੜਾਂਗੇ, ਵੱਡੇ ਸ਼ਸਤਰ ਧਾਰੀ ਹੋਵਾਂਗੇ, ਸ਼ਸਤਰ ਲੈ ਕੇ ਤੁਹਾਡੇ ਤੇ ਜੰਗ ਲੜਾਂਗੇ। ਤੇ ਜੇ ਫੇਰ ਪਕੜੇ ਗਏ ਨਾ, ਫੇਰ ਪਕੜੇ ਗਏ, ਤੁਸੀਂ ਦੱਸੋ ਕੀ ਕਰਨਾ? ਨਾ ਜੀ ਫੇਰ ਛੱਡ ਦਿਆਂਗੇ। ਵਜੀਦ ਖਾਂ ਬੜਾ ਦਿਆਲੂ ਹੈ, ਉਹਨੇ ਫੇਰ ਛੱਡੇਗਾ, ਫੇਰ ਜੰਗ ਕਰਾਂਗੇ, ਫੇਰ ਸ਼ਸਤਰ ਇਕੱਠੇ ਕਰਾਂਗੇ, ਫੇਰ ਆ ਕੇ ਜੰਗ ਕਰਾਂਗੇ। ਉਹਨੇ ਕਦੋਂ ਤੱਕ ਇਹ ਸਿਲਸਿਲਾ ਚੱਲੂਗਾ? ਨਾ ਜਦੋਂ ਤੱਕ ਜ਼ੁਲਮ ਤੁਹਾਡਾ ਖਤਮ ਨਹੀਂ ਹੁੰਦਾ, ਜਦੋਂ ਤੱਕ ਇਹ ਸਲਤਨਤ ਤੁਹਾਡੀ ਜ਼ਾਲਮ ਸਲਤਨਤ ਦਾ ਅਸੀਂ ਮਲੀਆ ਮੇਟ ਨਹੀਂ ਕਰ ਦਿੰਦੇ, ਇਸ ਸਰਹੰਦ ਦੀ ਇੱਟ ਨਾਲ ਇੱਟ ਨਹੀਂ ਖੜਕਾ ਦਿੰਦੇ। ਜਿਹੜੀ ਅੱਜ ਤੁਹਾਡੇ ਨਾਂ 'ਤੇ ਸਰਹੰਦ ਹੈ ਇਹ ਕਿਤੇ ਸਾਡੇ ਨਾਮ 'ਤੇ ਹੋਵੇਗੀ। ਜਦ ਤੱਕ ਉਹ ਤੁਹਾਡੇ ਨਾਮ ਬਦਲ ਕੇ ਸਾਡੇ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਜੰਗ ਜਾਰੀ ਰਹੂਗੀ। ਖੈਰ ਉਹ ਸਹਿਜ ਸਵਾਏ ਬਚਨ ਬਾਬੇ ਫਤਿਹ ਸੋਣਾ ਦਾ ਬਾਅਦ 'ਚੋਂ ਪੂਰਾ ਹੁੰਦਾ, ਸ਼ਹਿਰ ਦਾ ਨਾਂ ਫਤਿਹਗੜ੍ਹ। ਸੋ ਇਸ ਤਰੀਕੇ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਹਨੇ ਕਿਹਾ ਵੇਖ ਲਓ ਹੁਣ ਸਾਰੀ ਸਭਾ ਇੱਥੇ ਬੈਠੀ ਹੈ, ਤੁਸੀਂ ਕੋਈ ਸਭਾ 'ਚ ਉੱਠ ਕੇ ਕਹੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੋਈ ਪਕੜ ਸਕਦਾ? ਸਾਰੇ ਹੱਥ ਖੜੇ ਕਰ ਜਾਂਦੇ ਨੇ। ਉਹਨੇ ਹੈ ਇੱਕ ਨਹੀਂ ਪਕੜਿਆ ਜਾਂਦਾ, ਇਹ ਦੋ ਛੱਡਣ ਲੱਗੇ ਜੀ। ਅਖੀਰ ਕਾਜੀ ਨੂੰ ਬੁਲਾਇਆ ਜਾਂਦਾ, ਫਤਵਾ ਜਾਰੀ ਹੁੰਦਾ ਕਿ ਕਿਸੇ ਨੀਹਾਂ ਦੇ ਵਿੱਚ ਇਹਨੂੰ ਚਿੜਿਆ ਜਾਵੇ। ਉੱਥੇ ਕਈ ਤਰ੍ਹਾਂ ਦੀ ਇਤਿਹਾਸਕ ਰਾਏ ਹੈ, ਪਰ ਖੈਰ ਜੋ ਮੇਨ ਮੁੱਖ ਰੂਪ ਦੇ ਵਿੱਚ ਇਤਿਹਾਸ ਆਪਣੇ ਸਾਹਮਣੇ ਹੈ, ਉਹ ਪਹਿਲੋਂ ਬੱਚਿਆਂ ਨੂੰ ਨੀਹਾਂ 'ਚ ਚਿਣਨ ਦਾ ਫੈਸਲਾ ਹੁੰਦਾ ਹੈ। ਨੀਹਾਂ 'ਤੇ ਚੁਣਨ ਲਈ ਹੁਣ ਇੱਥੇ ਗੱਲ ਇਹ ਹੋ ਜਾਂਦੀ ਹੈ ਵੀ ਕੌਣ ਜਲਾਦ ਜਿਹੜਾ ਉਹ ਆ ਕੇ ਇਸ ਤਰੀਕੇ ਦੀ ਸਜ਼ਾ ਦੇਵੇ। ਅਤੇ ਜਿਹੜੇ ਸ਼ਾਹੀ ਜਲਾਦ ਹੁੰਦੇ ਨੇ ਉਹ ਵੀ ਹੱਥ ਖੜੇ ਕਰ ਜਾਂਦੇ ਵੀ ਨਹੀਂ ਇਹ ਬੜਾ ਵੱਡਾ ਜ਼ੁਲਮ ਹੈ, ਸਾਡੇ ਕੋਲ ਇਹ ਨਹੀਂ ਹੋ ਸਕਦਾ, ਹੋਰ ਕਿਸੇ ਬੰਦੇ ਨੂੰ ਮਾਰਨਾ ਹੋਵੇ ਤਾਂ ਅਸੀਂ ਅੱਗੇ ਆ ਜਾਵਾਂਗੇ, ਪਰ ਇਹ ਬੱਚਿਆਂ ਨੂੰ। ਅਖੀਰ ਫੈਸਲਾ ਹੁੰਦਾ ਇੱਕ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਸਮਾਣੇ ਦੇ ਦੋ ਜਲਾਦ ਨੇ, ਉਹਨਾਂ ਦਾ ਕੇਸ ਆ ਉੱਥੇ ਕਚਹਿਰੀ ਦੇ ਵਿੱਚ। ਉਹ ਕੇਸ ਭੁਗਤਣ ਆਉਂਦੇ ਆ ਅਤੇ ਉਹ ਆਉਂਦੇ ਆ ਵੀ ਜੇ ਇਹ ਸਾਡਾ ਕੇਸ 'ਚੋਂ ਸਾਨੂੰ ਬਰੀ ਕਰ ਦਿਓ, ਅੱਜ ਸਾਡੀ ਸਜ਼ਾ ਹੈ, ਅਤੇ ਫਿਰ ਅਸੀਂ ਇਹ ਤੁਹਾਡੇ ਜਿਹੜੇ ਆ ਕੰਮ ਹੈ ਅਸੀਂ ਕਰ ਸਕਦੇ ਹਾਂ। ਉਹ ਫਿਰ ਨੀਹਾਂ 'ਚੋਂ ਸਾਹਿਬਜ਼ਾਦਿਆਂ ਨੂੰ ਚੁਣਦੇ ਨੇ। ਨੀਹਾਂ ਜਦੋਂ ਚੁਣਿਆ ਜਾਂਦਾ, ਨੀਹਾਂ ਕੰਧ ਡਿੱਗ ਜਾਂਦੀ ਹੈ। ਕੰਧ ਜਦੋਂ ਡਿੱਗਦੀ ਹੈ ਸਾਹ ਘੁੱਟਣ ਦੇ ਨਾਲ ਬੇਸੁਰਤ ਹੋ ਜਾਂਦੇ ਆ, ਪਾਣੀ ਪਾ ਕੇ ਦੁਬਾਰਾ ਸੁਰਜੀਤ ਕੀਤਾ ਜਾਂਦਾ ਬੱਚਿਆਂ ਨੂੰ। ਅਤੇ ਜਦੋਂ ਦੁਬਾਰਾ ਸੁਰਜੀਤ ਕੀਤਾ ਜਾਂਦਾ ਪੁੱਛਿਆ ਜਾਂਦਾ ਫਿਰ ਬੱਚਿਓ ਹੱਲੇ ਵੀ ਸਮਾਂ ਹੈ, ਇਸਲਾਮ ਕਬੂਲ ਕਰ ਲਓ। ਉਹਨੇ ਕਿਹਾ ਨਹੀਂ ਇਹ ਗੱਲ ਨਹੀਂ ਹੋ ਸਕਦੀ, ਅਸੀਂ ਸੁੱਚਾ ਨੰਦ ਤੈਨੂੰ ਸਿਆਣਾ ਸਮਝਦੇ ਹਾਂ ਵੀ ਤੂੰ ਸਾਨੂੰ ਸਮਝਿਆ ਵੀ ਇਹ ਸੱਪ ਦੇ ਬੱਚੇ ਨੇ, ਇਹ ਨਹੀਂ ਟਲ ਸਕਦੇ, ਪਰ ਤੂੰ ਐਡਾ ਮੂਰਖ ਹੈ, ਫਿਰ ਸਾਨੂੰ ਉਹੀ ਸਵਾਲ ਕਰੀ ਜਾਂਦਾ। ਅਤੇ ਅਖੀਰ ਉਹਨਾਂ ਨੂੰ ਕਹਿੰਦੇ ਨੇ ਵੀ ਗੋਡੇ 'ਤੇ ਥੱਲੇ ਇਸ ਤਰ੍ਹਾਂ ਗੋਡੇ 'ਤੇ ਰੱਖ ਕੇ ਅਤੇ ਸਾਹ ਰਗ ਚੀਰ ਕੇ ਸੋ ਜਿਵਾ ਕੀਤਾ ਜਾਂਦਾ ਬੱਚੇ ਨੂੰ। ਅਤੇ 2.5 ਮਿੰਟ ਜਿਹੜੇ ਬਾਬਾ ਜੋਰਾਵਰ ਸਿੰਘ ਜੀ ਉਹਨਾਂ ਦਾ ਇਤਿਹਾਸ 'ਚ ਜ਼ਿਕਰ ਹੈ ਵੀ ਉਹ ਤੜਫੇ ਨੇ, ਅਤੇ 12 ਮਿੰਟ ਬਾਬਾ ਫਤਿਹ ਸਿੰਘ ਜੀ ਦੇ ਪੈਰ ਹਿਲਦੇ ਰਹੇ ਨੇ। ਸੋ ਇਸ ਤਰੀਕੇ ਨਾਲ ਇਹ ਵੱਡੇ ਸਾਡੇ ਜਿਹੜੇ ਬਾਬੇ ਸੀ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਟੋਡਰਮੱਲ ਆਉਂਦਾ ਹੈ, ਉਹ ਪੁੱਛਦਾ ਵੀ ਇਹ ਜਗ੍ਹਾ ਜਦੋਂ ਹੁੰਦਾ ਕਿ ਕਿਸੇ ਤਰੀਕੇ ਕੌਣ ਸੰਸਕਾਰ ਕਰੂ, ਕਿਵੇਂ ਗੱਲਬਾਤ ਕਰੂ। ਟੋਡਰਮੱਲ ਜੀ ਆਉਂਦੇ ਨੇ, ਉਹ ਜਹਾਜੀ ਟੋਡਰਮੱਲ ਜੀ ਨੇ ਅੱਜ ਵੀ ਉਹਨਾਂ ਦੀ ਹਵੇਲੀ ਉੱਥੇ ਕਾਇਮ ਹੈ, ਬੜੇ ਵੱਡੇ ਬੰਦੇ ਨੇ ਇਲਾਕੇ ਦੇ। ਸੋ ਉਹ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਪੁਰਾਣਾ ਜਦੋਂ ਇਤਿਹਾਸ ਪੜ੍ਹਦੇ ਹਾਂ ਅਤੇ ਉਹਨਾਂ ਦਾ ਵੀ ਪਰਿਵਾਰ ਸਿੱਖੀ ਦੇ ਵਿੱਚ। ਸੋ ਉਹ ਆ ਕੇ ਵਜੀਦ ਖਾਂ ਨੂੰ ਕਹਿੰਦੇ ਵੀ ਮੈਂ ਇਸ ਸੰਸਕਾਰ ਦੀ ਸੇਵਾ ਲੈਣੀ ਹੈ। ਉੱਧਰ ਪਿੱਛੇ ਮਾਤਾ ਜੀ ਨੂੰ ਜਦੋਂ ਖਬਰ ਪਹੁੰਚਦੀ ਹੈ, ਮਾਤਾ ਜੀ ਸਰੀਰ ਛੱਡ ਦਿੰਦੇ ਨੇ। ਕਈਆਂ ਨੇ ਕਿਹਾ ਉਹਨਾਂ ਨੂੰ ਜਿਹੜਾ ਠੰਡੇ ਬੁਰਜ ਤੋਂ ਥੱਲੇ ਸਿੱਟ ਕੇ ਸ਼ਹੀਦ ਕੀਤਾ ਗਿਆ। ਸੋ ਕਿਸੇ ਵੀ ਤਰ੍ਹਾਂ ਮਾਤਾ ਜੀ ਵੀ ਉੱਥੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਸੋ ਇਹ ਤਿੰਨੇ ਹੀ ਜਿਹੜੇ ਸਰੀਰ ਨੇ ਉੱਥੇ ਪਏ ਨੇ। ਹੁਣ ਟੋਡਰਮੱਲ ਜੀ ਪਹੁੰਚਦੇ ਨੇ ਅਤੇ ਵਜੀਦ ਖਾਂ ਨਾਲ ਗੱਲ ਚੱਲਦੀ ਹੈ ਕਿ ਜਗ੍ਹਾ ਜਿਹੜੀ ਹੈ ਜਿੱਥੇ ਤੁਸੀਂ ਸੰਸਕਾਰ ਕਰਨਾ ਹੈ ਇਹ ਮੁੱਲ ਖਰੀਦਣੀ ਪੈਣੀ ਹੈ। ਉਹਨਾਂ ਇਹ ਮੇਰੇ ਕੋਲ ਆਪਣੀ ਉਹ ਹਵੇਲੀ ਹੈ। ਉਹਨੇ ਕਿਹਾ ਨਹੀਂ ਤੁਹਾਨੂੰ ਮੁੱਲ ਖਰੀਦਣੀ ਪੈਣੀ ਆ, ਅਤੇ ਰੱਖ ਕੇ ਸੋਨੇ ਦੀਆਂ ਮੋਹਰਾਂ ਉਸ ਤਰੀਕੇ ਨਾਲ ਵਿਛਾ ਕੇ ਸੋ ਸੋਨੇ ਦੀਆਂ ਮੋਹਰਾਂ ਵਿਛਾਈ ਜਾਂਦਾ। ਵਜੀਦ ਖਾਂ ਦੇ ਮਨ 'ਚ ਲਾਲਚ ਆ ਜਾਂਦਾ, ਉਹ ਕਹਿੰਦਾ ਜੀ ਵਿਛਾਵੀਆਂ ਨਹੀਂ ਖੜਵੀਆਂ ਸੋਨੇ ਦੀਆਂ ਮੋਹਰਾਂ। ਉਸ ਸਮੇਂ ਸੋਨੇ ਦੀਆਂ ਮੋਹਰਾਂ ਖੜਾ ਕੇ ਜਿਹੜਾ ਟੋਡਰਮੱਲ ਜੀ ਹੈ ਉਹ ਜਗ੍ਹਾ ਲੈਂਦੇ ਨੇ ਜਿੱਥੇ ਦੁਨੀਆ ਦੀ ਅੱਜ ਦੀ ਤੱਕ ਦੀ ਸਭ ਤੋਂ ਇਤਿਹਾਸ ਦੀ ਮਹਿੰਗੀ ਜਗ੍ਹਾ ਉਹ ਜਗ੍ਹਾ ਹੈ ਜਿੱਥੇ ਬਾਬਾ ਜੀ ਹੁਣਾਂ ਦੀ ਸਰੀਰ ਦੇ ਸੰਸਕਾਰ ਕੀਤੇ, ਮਾਤਾ ਜੀ ਦੇ ਸੀਸ ਦੇ ਸੰਸਕਾਰ ਤੇ ਟੋਡਰਮੱਲ ਜੀ ਇਹ ਸੇਵਾ ਕਰਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਰਾਏ ਕੱਲੇ ਦੇ ਕੋਲ ਲੰਮੇ ਜੱਟਪੁਰੇ ਜਦੋਂ ਹਜ਼ੂਰ ਸੱਚੇ ਪਾਤਸ਼ਾਹ ਪਹੁੰਚਦੇ ਨੇ, ਨੂਰਾ ਮਾਹੀ ਇਹ ਸਾਰੀ ਖਬਰ ਪਹੁੰਚਾਉਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਦੱਬ ਦੀ ਜੜ੍ਹ ਨੂੰ ਪੱਟ ਕੇ ਕਹਿ ਦਿੰਦੇ ਨੇ ਉਸ ਜਗ੍ਹਾ 'ਤੇ ਕਿ ਅੱਜ ਇਹ ਮੁਗਲ ਰਾਜ ਦੀ ਜੜ੍ਹ ਪੱਟੀ ਗਈ ਹੈ। ਸੋ ਇਸ ਤਰੀਕੇ ਦੇ ਨਾਲ ਇਹ ਸਾਕੇ ਤੁਸੀਂ ਦੇਖ ਲਓ ਸਵਾ 100 ਸਾਲ ਦੇ ਬਾਅਦ ਸਿੱਖ ਰਾਜ ਉੱਥੇ ਆ ਜਾਂਦਾ ਤਾਂ ਮੁਗਲ ਰਾਜ ਹੀ ਖਤਮ ਹੋ ਜਾਂਦਾ ਹੈ। ਮਾੜਾ ਦਾ ਬਚਨ ਹੋਇਆ ਸੀ। ਹਾਂਜੀ, ਔਰ ਜਿਹੜਾ ਵਜੀਦ ਖਾਂ ਬਾਬੇ ਫਤਿਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੰਗ 'ਚ ਆਉਂਦੇ ਨੇ ਅਤੇ ਜਿਹੜਾ ਦਾ ਸਿਰ ਵੱਢਦਾ ਸਿੰਘ ਉੱਪਰ ਚੜ੍ਹ ਕੇ ਹਾਥੀ ਦੇ, ਉਹਦਾ ਨਾਮ ਵੀ ਫਤਿਹ ਸਿੰਘ ਸੀ। ਸੋ ਇਸ ਤਰੀਕੇ ਦੇ ਨਾਲ ਇਹ ਵੱਖਰਾ ਇਤਿਹਾਸ ਹੈ। ਖੈਰ ਇਹ ਸਾਰਾ ਜਿਹੜਾ 4 ਸਾਹਿਬਜ਼ਾਦਿਆਂ ਦਾ ਇਤਿਹਾਸ ਹੈ ਆਪਾਂ ਦੇਖਿਆ, ਉਹਦੇ ਬੜੀ ਤਰਤੀਬ ਨਾਲ ਲੰਘੇ ਆਪਾਂ। ਬਹੁਤ ਚੀਜ਼ਾਂ ਤੁਹਾਡੀਆਂ ਜੇ ਡਿਸਕਸ ਕਰਨ ਲੱਗ ਪਓ ਤਾਂ ਬਹੁਤ ਲੰਮਾ ਸਮਾਂ ਹੋ ਜਾਂਦਾ, ਬਹੁਤ ਬਿਲਕੁਲ ਕਈ ਚੀਜ਼ਾਂ ਤੁਹਾਨੂੰ ਛੱਡ ਕੇ ਜਾਣਾ ਪੈਂਦਾ। ਪਰ ਇਹ ਜਿੰਨਾ ਵੀ ਹੈ ਤੁਸੀਂ ਆਪਣੇ ਬੱਚਿਆਂ ਨੂੰ, ਜੇ ਸੰਗਤ ਸਾਰੀ ਸੁਣ ਰਹੀ ਹੈ, ਜ਼ਰੂਰ ਦੱਸਣਾ ਚਾਹੀਦਾ ਇਹ ਕੋਈ ਛੋਟੀ ਇੱਕ ਫਿਲਮ ਦੀ ਸਟੋਰੀ ਨਹੀਂ ਕਿ ਅੱਖਾਂ ਦੇ ਸਾਹਮਣੇ ਹੋ ਜੇ ਅਤੇ ਦੁਬਾਰਾ ਰੀਲ ਹੈ ਕਾਲਪਨਿਕ ਹੈ ਕਿ ਹੀਰੋ ਅੱਜ ਮਰ ਗਿਆ ਅਤੇ ਕੱਲ੍ਹ ਨੂੰ ਫੇਰ ਉੱਠ ਕੇ ਖੜਾ ਹੋ ਜਾਏਗਾ। ਬਿਲਕੁਲ ਨਹੀਂ, ਇਹ ਸਾਡੇ ਵੱਡਿਆਂ ਬਜ਼ੁਰਗਾਂ ਨੇ ਹੱਡਾਂ 'ਤੇ ਹੰਢਾਇਆ ਹੈ, ਇਹ ਸਾਕਾ ਹੈ। ਸੋ ਇਹ ਗੁਰੂ ਸਾਹਿਬ ਦੀ ਸੱਚੇ ਪਾਤਸ਼ਾਹ ਦੀ ਉਹ 40 ਸਿੰਘ
ਮਾਤਾ ਜੀ, ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ 'ਤੇ ਨਿਸ਼ਚਾ ਕੀਤਾ, ਵਿਸ਼ਵਾਸ ਕੀਤਾ, ਗੁਰੂ ਕੀ ਸਿੱਖੀ ਨੂੰ ਪ੍ਰਮੁੱਖ ਜਾਣਿਆ, ਪ੍ਰਥਮ ਜਾਣਿਆ ਔਰ ਕਮਾਇਆ। ਸੋ ਇਸ ਤਰੀਕੇ ਨਾਲ ਇਹ ਸ਼ਹਾਦਤਾਂ ਹੋਈਆਂ। ਸੋ ਸਤਿਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਵੀ ਉਹਨਾਂ ਬਜ਼ੁਰਗਾਂ 'ਤੇ ਵੱਡਿਆਂ 'ਤੇ ਜਿਹੜੀ ਉਹਨਾਂ ਦੀ ਕਮਾਈ ਹੈ ਉਹਨੂੰ ਮੁੱਖ ਰੱਖ ਕੇ ਆਪਣਾ ਜੀਵਨ ਜਿਹੜਾ ਹੈ ਉਸ ਤਰੀਕੇ ਨਾਲ ਟਾਲਣ ਦਾ ਕਿਰਪਾ। ਪ੍ਰਦੀਪ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਬਹੁਤ ਇੱਕ ਤੁਸੀਂ ਟੌਪਿਕ ਬੜਾ ਵੱਡਾ ਸੀਗਾ ਪਰ ਜਿਹਨੂੰ ਬੜੇ ਖੂਬਸੂਰਤੀ ਦੇ ਨਾਲ ਤੁਸੀਂ ਇੱਕ ਨੈਰੇਟਿਵ ਜਿਹੜਾ ਉਹਦਾ ਬੰਨਿਆ, ਇੱਕ ਤੁਸੀਂ ਜਿਹੜਾ ਕਹਿ ਲਓ ਵੀ ਕਹਾਣੀ ਉਹਦੀ ਜਿਹੜੀ ਬਹੁਤ ਸੋਹਣੇ ਤਰੀਕੇ ਨਾਲ ਸਜਾਈ ਆ। ਅਤੇ ਇੱਕ ਗੱਲ ਕਿਉਂਕਿ ਵਲਵਲੇ ਆਉਂਦੇ ਆ ਜਿਨ੍ਹਾਂ ਨੇ ਇਤਿਹਾਸ 'ਚ ਸੁਣਿਆ ਹੋਵੇ ਜੀ, ਪੋਹ ਦੇ ਮਹੀਨੇ ਵਿੱਚ ਪੰਜਾਬ ਸਭ ਤੋਂ ਜ਼ਿਆਦਾ ਵਿਆਹ ਹੁੰਦੇ ਆ ਜੀ। ਮੈਂ ਕਹਿੰਦਾ ਜੀ ਇਹ ਤੋਂ ਵੱਡਾ ਅਕਿਰਤ ਘਣਤਾ ਦਾ ਕੋਈ ਸਬੂਤ ਨਹੀਂ। ਚਲ ਜਿਹਨਾਂ ਨੂੰ ਨਹੀਂ ਪਤਾ ਜੁਦੀ ਗੱਲ ਆ, ਜਿਹਨਾਂ ਨੂੰ ਇਤਿਹਾਸ ਬਾਰੇ ਪਤਾ ਆ ਅਤੇ ਜਿਹੜੇ ਕਹਿੰਦੇ ਆ ਵੀ ਸਾਨੂੰ ਸਿੱਖੀ ਨਾਲ ਪ੍ਰੇਮ ਆ, ਮਹਾਰਾਜ ਨਾਲ ਪ੍ਰੇਮ ਆ, ਅਤੇ ਉਹ ਆਪਣੇ ਚਹੇਤਿਆਂ ਦੇ ਜੇ ਵਿਆਹ ਜਾਂ ਆਪ ਆਪਣੇ ਵਿਆਹ ਉਹ ਇਸ ਮਹੀਨਿਆਂ 'ਚ ਰੱਖਦੇ, ਖਾਸ ਕਰ ਇਹਨਾਂ ਦਿਨਾਂ ਵਿੱਚ ਜੋ ਸ਼ਹੀਦੀਆਂ ਹੋਈਆਂ ਆ। ਅਤੇ ਜੇ ਇਹਨੂੰ ਮਹਾਰਾਜ ਨਾਲ ਪ੍ਰੇਮ ਆ ਜੀ, ਉਹਨੂੰ ਤਾਂ ਮੈਂ ਕਹਿੰਦਾ ਸੁੱਖ ਦਾ ਸਾਹ ਇਸ ਸਮੇਂ ਨੂੰ ਯਾਦ ਕਰਕੇ ਮਸੀਂ ਆਉਂਦਾ ਹੋਊਗਾ ਜੀ। ਰੋਟੀ ਮਸੀਂ ਲੰਘਣੀ ਜਿਹੜੀ ਅਸਲੀ ਸਿੱਖ ਨੂੰ ਇਸ ਵੇਲੇ ਹੁੰਦੀ ਹੈ, ਤਾਂ ਹੀ ਸਿੱਖ ਗੁਰਦੁਆਰਿਆਂ ਜਾਂਦੇ ਆ। ਪੁਰਾਤਨ ਸਿੰਘਾਂ ਜੋ ਕਈ ਆਪਾਂ ਪੜ੍ਹਦੇ ਹਾਂ ਜਾਂ ਹੁਣ ਵੀ ਕਈ ਬਹੁਤ ਗੁਰਸਿੱਖ ਪਰਿਵਾਰ ਇਹੋ ਜਿਹੇ ਨੇ ਜਿਹੜੇ ਹਾਲੇ ਵੀ ਜ਼ਮੀਨ 'ਤੇ ਆਸਣ ਲਾ ਲੈਂਦੇ ਇਹ ਦਿਨਾਂ ਦੇ ਵਿੱਚ। ਇਹ ਦਿਨਾਂ 'ਚ ਮਹਾਰਾਜ ਸੱਚੇ ਪਾਤਸ਼ਾਹ ਦਾ ਪਰਿਵਾਰ ਜ਼ਮੀਨ 'ਤੇ ਸੁਣਦਾ ਰਿਹਾ। ਇਹੋ ਜਿਹੇ ਕਸ਼ਟ ਹੈ ਅਸੀਂ ਹੋਰ ਤਾਂ ਨਹੀਂ, ਮਨ ਦੀ ਭਾਵਨਾ ਹੀ ਹੁੰਦੀ ਹੈ, ਇਹ ਕੋਈ ਕਰਮਕਾਂਡ ਨਹੀਂ ਹੈ। ਇਹ ਉਹਨਾਂ ਵੱਡਿਆਂ ਬਜ਼ੁਰਗਾਂ ਦੀ ਸ਼ਰਧਾਂਜਲੀ ਕਿਸੇ ਵੀ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ। ਸੋ ਇਹ ਗੱਲਾਂ ਦਾ ਜਿਹੜਾ ਤੁਸੀਂ ਨੇ ਬਿਲਕੁਲ ਧਿਆਨ ਰੱਖਣਾ ਚਾਹੀਦਾ। ਖੁਸ਼ੀ ਮਨਾਉਣ ਲੱਗੇ ਆਪਾਂ ਉਹਨਾਂ ਨੂੰ, ਜਿਵੇਂ ਹੁਣ ਕ੍ਰਿਸਮਸ ਦੇ ਦਿਨ 'ਚ ਹੈ, ਇੱਕ ਮੈਂ ਵੀਡੀਓ ਦੇਖ ਰਿਹਾ ਸੀ, ਉਹਨੂੰ ਪੁੱਛਣ ਦੇ ਵੀ ਅੱਜ ਦਾ ਦਿਨ ਕਿਹੜਾ ਹੈ, ਤਾਂ ਉਹ ਆਉਂਦੇ ਜੀ ਕ੍ਰਿਸਮਸ ਦਾ, ਅਤੇ ਉਹ ਪੁੱਛਦੇ ਵੀ ਇਸ ਤੋਂ ਬਾਅਦ ਵੀ ਕੁਝ ਇਤਿਹਾਸ ਦੇ ਵਿੱਚ ਹੋਇਆ, ਤਾਂ ਉਹਨਾਂ ਨੂੰ ਪਤਾ ਹੀ ਨਹੀਂ। ਇਹ ਬੜਾ ਦੁੱਖ ਦੀ ਗੱਲ ਹੈ। ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ। ਚਲੋ ਬਹੁਤਾ ਨਹੀਂ, ਜਿੰਨੀ ਮਾਤਾ ਪਿਤਾ ਨੂੰ ਚਾਹੀਦਾ, ਪਹਿਲਾਂ ਬਜ਼ੁਰਗਾਂ ਨੂੰ ਚਾਹੀਦਾ ਹੈ ਜਦੋਂ ਬੱਚੇ ਬੈਠਣ ਇਹਨਾਂ ਚੀਜ਼ਾਂ ਦੀ ਡਿਸਕਸ ਕਰਨ, ਜਲ ਪਾਣੀ ਛਕਣ ਲੱਗੇ, ਘਰੇ ਪ੍ਰਸ਼ਾਦਾ ਛਕਣ ਲੱਗੇ, ਰੋਟੀ ਖਾਣ ਲੱਗੇ, ਇੱਕ ਦੂਜੇ ਨਾਲ ਬੈਠ ਕੇ ਗੱਲਾਂ ਦਾ ਜ਼ਰੂਰ ਉਸ ਵੇਲੇ ਗੱਲ ਕਰਨੀ ਚਾਹੀਦੀ। ਬਿਲਕੁਲ ਜੀ, ਮਸੀਂ ਰੋਟੀ ਮਸੀਂ ਲੰਘਦੀ ਆ ਜਿਹਨੂੰ ਇਹ ਦਿਨ ਚੇਤੇ ਆਉਂਦੇ ਆ। ਪਰ ਚਲੋ ਰਹੋ ਵਿਚਾਰ, ਅਤੇ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਇਹ ਚੰਗਾ ਲੱਗਿਆ ਹੋਵੇਗਾ। ਅਤੇ ਮਸਲੇ ਪੰਥ ਦਾ ਪ੍ਰਦੀਪ ਸਿੰਘ ਜੀ ਇਹ ਆ ਵੀ ਅਸੀਂ ਆਪਣੇ ਇਤਿਹਾਸ 'ਚ ਵਿਛੜੇ ਹਾਂ। ਸੋ ਮਹਾਰਾਜ ਕਿਰਪਾ ਕਰਨ, ਅਸੀਂ ਇੱਕ ਨਵਾਂ ਟੌਪਿਕ ਲੈ ਕੇ ਅਸੀਂ ਜਿਹੜਾ ਆ ਅਗਲੇ ਹਫ਼ਤਿਆਂ ਵਿੱਚ ਆਵਾਂਗੇ। ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜਕਾਲ ਸੀਗਾ, ਉਹਨਾਂ ਅਗਲੇ ਹਫ਼ਤਿਆਂ ਵਿੱਚ ਅਗਲੇ ਟੌਪਿਕ ਜਿਹੜੇ ਆਉਣਗੇ ਉਹਨਾਂ ਸੰਬੰਧ ਹੋਣਗੇ, ਉਹਨਾਂ ਦਾ ਰਾਜਕਾਲ ਕਿਸ ਤਰ੍ਹਾਂ ਬਣਿਆ, ਸਿੱਖ ਰਾਜ ਕਿਸ ਤਰ੍ਹਾਂ ਉਹ ਸ਼ਾਸਨ ਚੱਲਿਆ, ਅਤੇ ਫਿਰ ਸਾਡੇ ਜਿਹੜਾ ਸਿੱਖ ਰਾਜ ਜਿਹੜਾ ਖਤਮ ਹੋਇਆ ਉਹ ਭਾਈ ਪ੍ਰਦੀਪ ਸਿੰਘ ਜੀ ਸਾਡੇ ਨਾਲ ਇਤਿਹਾਸਕਾਰ ਜੁੜੇ ਆ, ਬੜੇ ਮੰਨੇ ਪ੍ਰਮੰਨੇ। ਉਹ ਆਪਣੇ ਮੁਖਾਰਬਿੰਦ 'ਚੋਂ ਸ਼ੁਭ ਸ਼ਬਦਾਂ ਦੇ ਨਾਲ ਸਾਨੂੰ ਜਾਣਨ ਕਰਾਉਣਗੇ। ਸੋ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇਸ ਵੇਲੇ ਭਾਈ ਪ੍ਰਦੀਪ ਸਿੰਘ ਅਤੇ ਅਮਰ ਸਿੰਘ ਨੂੰ ਦਿਓ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।